हेलो एवरीवन, स्टार्ट करते हैं अपनी आज की क्लास। आज ਅਸੀਂ 10th क्लास ਆ ਜਿਹੜਾ ਹੈਗਾ 4th ਚੈਪਟਰ ਕੁਆਡਰੈਟਿਕ ਇਕੁਏਸ਼ਨਸ ਉਹਦੀ ਐਕਸਰਸਾਈਜ਼ 4.3 ਡਿਸਕਸ ਕਰਾਂਗੇ। ਚਲੋ ਸਟਾਰਟ ਕਰਦੇ ਹਾਂ। ਦੇਖਦੇ ਹਾਂ ਐਕਸਰਸਾਈਜ਼ 4.3 ਦਾ ਫਸਟ ਸਮ। ਦੇਖੋ ਕੀ ਕਹਿ ਰਹੇ ਨੇ, ਕਹਿੰਦੇ ਫਾਈਂਡ ਦ ਰੂਟਸ ਆਫ ਦ ਫੋਲੋਇੰਗ ਕੁਆਡਰੈਟਿਕ ਇਕੁਏਸ਼ਨਸ ਇਫ ਦੇ ਐਗਜ਼ਿਸਟ ਬਾय द ਮੈਥਡ ਆਫ ਕੰਪਲੀਟਿੰਗ ਦੀ ਸਕੁਅਰ। ਸਾਨੂੰ ਕੀ ਕਿਹਾ ਕਿ ਸਾਡੇ ਕੋਲ ਜੋ ਕੁਆਡਰੈਟਿਕ ਇਕੁਏਸ਼ਨਸ ਗਿਵਨ ਨੇ ਅਸੀਂ ਇਹਨਾਂ ਦੇ ਰੂਟ ਫਾਈਂਡ ਆਊਟ ਕਰਨੇ ਨੇ ਅਗਰ ਉਹ ਐਗਜ਼ਿਸਟ ਹੋ ਰਹੇ ਨੇ। ਠੀਕ ਹੈ ਜੀ, ਐਗਜ਼ਿਸਟ ਦਾ ਮਤਲਬ ਕੀ ਆ ਕਿ ਅਗਰ ਸਾਡੇ ਰੂਟ ਜਿਹੜੇ ਹੈਗੇ ਰੀਅਲ ਨੰਬਰ ਦੇ ਵਿੱਚ ਐਗਜ਼ਿਸਟ ਹੋ ਰਹੇ ਨੇ ਤਾਂ ਅਸੀਂ ਕੀ ਕਰਨਾ, ਉਹਨਾਂ ਦਾ ਜਿਹੜਾ ਹੈਗਾ ਕੰਪਲੀਟਿੰਗ ਸਕੁਅਰ ਮੈਥਡ ਦੀ ਮਦਦ ਨਾਲ ਆਪਾਂ ਆਪਣੀ ਇਕੁਏਸ਼ਨ ਜਿਹੜੀ ਕੁਆਡਰੈਟਿਕ ਉਹਦੇ ਰੂਟਸ ਫਾਈਂਡ ਆਊਟ ਕਰਨੇ। ਠੀਕ ਹੈ ਜੀ, ਦੇਖੋ ਸਾਡੇ ਕੋਲ ਇਕੁਏਸ਼ਨ ਦੇਤੀ ਕੁਆਡਰੈਟਿਕ ਇਕੁਏਸ਼ਨ ਜਿਹੜੀ ਗਿਵਨ ਇਕੁਏਸ਼ਨ ਹੈ 2x² - 7x + 3 = 0 ਕੁਆਡਰੈਟਿਕ ਇਕੁਏਸ਼ਨ ਆ। ਹੁਣ ਦੇਖੋ ਅਸੀਂ ਕਿਵੇਂ ਚੈੱਕ ਕਰਾਂਗੇ ਕਿ ਇਹਦੇ ਰੂਟਸ ਨੇ ਜਿਹੜੇ ਉਹ ਐਗਜ਼ਿਸਟ ਹੋ ਰਹੇ ਨੇ ਜਾਂ ਨਹੀਂ। ਉਹਦੇ ਲਈ ਸਾਡੇ ਕੋਲ ਇੱਕ ਮੈਥਡ ਹੈ ਕਿ ਅਸੀਂ ਡਿਸਕ੍ਰਿਮੀਨੈਂਟ ਫਾਈਂਡ ਆਊਟ ਕਰਨਾ ਹੈ b² - 4ac। ਡਿਸਕ੍ਰਿਮੀਨੈਂਟ ਦਾ ਫਾਰਮੂਲਾ ਹੈਗਾ b² - 4ac। ਇਹ ਫਾਰਮੂਲਾ ਅਪਲਾਈ ਕਰਨ ਤੋਂ ਬਾਅਦ ਅਗਰ ਸਾਡਾ ਜਿਹੜਾ ਸੋਲੂਸ਼ਨ ਹੈਗਾ ਉਹ ਪੋਜ਼ਿਟਿਵ ਆ ਰਿਹਾ ਜਾਂ ਫਿਰ 0 ਆ ਰਿਹਾ ਤਾਂ ਸਾਡੇ ਰੂਟ ਐਗਜ਼ਿਸਟ ਹੋ ਰਹੇ ਨੇ। ਅਸੀਂ ਅੱਗੇ ਆਪਣੇ ਰੂਟਸ ਦੀ ਵੈਲਿਊ ਫਾਈਂਡ ਆਊਟ ਕਰਾਂਗੇ। ਅਗਰ ਨੈਗੇਟਿਵ ਦੇ ਵਿੱਚ ਵੈਲਿਊ ਆ ਰਹੀ ਹੈ ਤਾਂ ਸਾਡੇ ਰੂਟ ਜਿਹੜੇ ਹੋਗੇ ਡਸ ਨਾਟ ਐਗਜ਼ਿਸਟ ਹੋ ਜਾਣਗੇ। ਠੀਕ ਹੈ, ਹੁਣ ਦੇਖੋ ਆਪਣੇ ਕੋਲ ਜੋ ਕੁਆਡਰੈਟਿਕ ਇਕੁਏਸ਼ਨ ਹੈ ਇਹਦੀ ਜਨਰਲ ਇਕੁਏਸ਼ਨ ਕੀ ਹੁੰਦੀ ਹੈ ax² + bx + c = 0। ਜਨਰਲ ਇਕੁਏਸ਼ਨ ਦੇ ਨਾਲ ਆਪਾਂ ਕੰਪੇਅਰ ਕਰੀਏ ਤੇ ਸਾਡੇ ਕੋਲ a ਦੀ ਵੈਲਿਊ 2 ਹੋਗੀ, b ਦੀ ਵੈਲਿਊ -7 ਹੋਗੀ ਐਂਡ c ਦੀ ਵੈਲਿਊ 3 ਹੋਗੀ। ਠੀਕ ਹੈ ਜੀ, ਆਪਾਂ ਆਪਣੀ ਇਕੁਏਸ਼ਨ ਦੇ ਵਿੱਚ ਪੁੱਟ ਕਰਾਂਗੇ। b ਦੀ ਜਗ੍ਹਾ ਤੇ ਅਸੀਂ ਪੁੱਟ ਕਰਾਂਗੇ -7 ਦਾ ਸਕੁਅਰ ਹੋ ਗਿਆ -4, a ਦੀ ਜਗ੍ਹਾ ਤੇ ਆਪਣੇ ਕੋਲ 2 ਆ ਗਿਆ ਐਂਡ c ਦੀ ਵੈਲਿਊ ਹੈਗੀ ਹੈ 3। देखो 7 ਨੂੰ 7 ਨਾਲ ਮਲਟੀਪਲਾਈ ਕਰਾਂਗੇ 49 -4 ਨੂੰ 2 ਨਾਲ ਮਲਟੀਪਲਾਈ ਕੀਤਾ, 4 ਨੂੰ 2 ਨਾਲ ਮਲਟੀਪਲਾਈ ਕਰਾਂਗੇ ਅਸੀਂ 8, 8 ਨੂੰ 3 ਨਾਲ ਮਲਟੀਪਲਾਈ ਕਰਾਂਗੇ 24 ਐਂਡ ਮਾਈਨਸ ਕਰਨ ਤੋਂ ਬਾਅਦ ਸਾਡੇ ਕੋਲ ਕੀ ਆ ਗਿਆ ਰਿਜ਼ਲਟ 25। 0 ਤੋਂ ਗ੍ਰੇਟਰ ਹੋ ਗਿਆ ਐਂਡ ਪੋਜ਼ਿਟਿਵ ਵੀ ਹੈ। ਇਟ ਮੀਨਸ ਸਾਡੇ ਜਿਹੜੇ ਹੈਗੇ ਨੇ ਰੂਟਸ ਐਗਜ਼ਿਸਟ ਹੋ ਰਹੇ ਨੇ, ਰੀਅਲ ਨੰਬਰ ਦੇ ਵਿੱਚ ਆ ਰਹੇ ਨੇ। ਤਾਂ ਅੱਗੇ ਆਪਾਂ ਆਪਣੇ ਜਿਹੜਾ ਹੈਗਾ ਮੈਥਡ ਅਪਲਾਈ ਕਰਾਂਗੇ। ਗਿਵਨ ਕੁਆਡਰੈਟਿਕ ਇਕੁਏਸ਼ਨ ਕੀ ਹੈ 2x² - 7x + 3 = 0। ਹੁਣ ਦੇਖੋ ਜੇ ਰੂਟਸ ਫਾਈਂਡ ਆਊਟ ਕਰਨ ਦਾ ਜੋ ਵੀ ਸਾਡੇ ਕੋਲ ਇਕੁਏਸ਼ਨ ਦਿੱਤੀ ਹੋਈ ਹੈ ਕੰਪਲੀਟਿੰਗ ਸਕੁਅਰ ਮੈਥਡ ਦੀ ਹੈਲਪ ਨਾਲ, ਉਹਦੇ ਲਈ ਸਾਡੇ ਕੋਲ ਕੁਝ ਸਟੈਪਸ ਨੇ। ਸਟੈਪਸ ਕੀ ਨੇ ਕਿ ਸਾਡੇ ਕੋਲੇ ਸਭ ਤੋਂ ਪਹਿਲਾ ਸਟੈਪ ਹੈਗਾ ਕਿ ਜੋ ਸਾਡੇ ਕੋਲੇ x² ਦਾ ਕੋਐਫੀਸ਼ੀਐਂਟ ਹੈ, x² ਦਾ ਕੋਐਫੀਸ਼ੀਐਂਟ ਆਪਣੇ ਕੋਲ 2 ਹੈ। ਜੋ ਵੀ ਸਾਡੇ ਕੋਲ x² ਦਾ ਕੋਐਫੀਸ਼ੀਐਂਟ ਹੋਊਗਾ ਹੁਣ ਅਸੀਂ ਪੂਰੀ ਟਰਮਸ ਨਾਲ ਸਾਡੀ ਇਕੁਏਸ਼ਨ ਦੀਆਂ ਕੁਆਡਰੈਟਿਕ ਇਕੁਏਸ਼ਨ ਦੀਆਂ ਜੋ ਵੀ ਟਰਮਸ ਨੇ ਉਹਨਾਂ ਸਾਰਿਆਂ ਦੇ ਡਿਨੋਮੀਨੇਟਰ ਦੇ ਵਿੱਚ ਕੀ ਰੱਖਾਂਗੇ ਅਸੀਂ x² ਦਾ ਕੋਐਫੀਸ਼ੀਐਂਟ। ਇਟ ਮੀਨਸ ਕੀ ਕਰੋਗੇ ਫਿਰ ਹੁਣ x² ਦਾ ਕੋਐਫੀਸ਼ੀਐਂਟ 2 ਹੈ ਨਾ, ਪੂਰੀਆਂ ਟਰਮਸ ਨੂੰ ਅਸੀਂ 2 ਨਾਲ ਡਿਵਾਈਡ ਕਰ ਦਾਂਗੇ। ਠੀਕ ਹੈ ਜੀ, ਹਰ ਇੱਕ ਟਰਮ ਦੇ ਡਿਨੋਮੀਨੇਟਰ ਦੇ ਵਿੱਚ 2 ਰੱਖ ਦਾਂਗੇ ਇਸ ਤਰੀਕੇ ਨਾਲ। ਠੀਕ ਹੈ ਜੀ, 0/2 ਹਰੇਕ ਟਰਮ ਦੇ ਡਿਨੋਮੀਨੇਟਰ ਦੇ ਵਿੱਚ 0 ਰੱਖ ਦਾਂਗੇ। ਇਸ ਤੋਂ ਦੇਖੋ 2 ਨਾਲ 2 ਕੈਂਸਲ ਹੋ ਗਿਆ। ਆਪਣੇ ਕੋਲ ਕੀ ਬਚਿਆ x² - 7/2x + 3/2 0 ਨੂੰ 2 ਨਾਲ ਡਿਵਾਈਡ ਕਰਾਂਗੇ 0। ਇੱਥੇ ਸਾਡਾ ਫਸਟ ਸਟੈਪ ਕੰਪਲੀਟ ਹੁੰਦਾ ਹੈ। ਇਸ ਤੋਂ ਬਾਅਦ ਹੈਗਾ ਨੈਕਸਟ ਸੈਕੰਡ ਸਟੈਪ। ਸੈਕੰਡ ਸਟੈਪ ਦੇ ਵਿੱਚ ਤੁਸੀਂ ਕੀ ਕਰਨਾ ਕਿ ਜੋ ਵੀ ਤੁਹਾਡੇ ਕੋਲੇ x ਵੇਰੀਏਬਲ ਵਾਲੀ ਟਰਮ ਹੈ ਉਹਨੂੰ ਅਸੀਂ 2 ਨਾਲ ਮਲਟੀਪਲਾਈ ਐਂਡ 2 ਨਾਲ ਡਿਵਾਈਡ ਕਰਨਾ ਹੈ। x² - 2 ਨਾਲ ਮਲਟੀਪਲਾਈ ਐਂਡ 2 ਨਾਲ ਡਿਵਾਈਡ x ਵੇਰੀਏਬਲ ਵਾਲੀ ਟਰਮ ਨੂੰ 7/2x ਆ ਗਿਆ। ਠੀਕ ਹੈ ਜੀ, ਇੰਨਾ ਕਰ ਦੇਣ ਤੋਂ ਬਾਅਦ ਅਸੀਂ ਕੀ ਕਰਨਾ ਹੈ ਜੋ ਵੀ ਸਾਡੇ ਕੋਲੇ x ਦਾ ਕੋਐਫੀਸ਼ੀਐਂਟ ਹੈ, x ਦਾ ਕੋਐਫੀਸ਼ੀਐਂਟ ਆਪਣੇ ਕੋਲ ਹੈਗਾ 7/2। ਜੋ ਵੀ ਸਾਡੇ ਕੋਲੇ x ਦਾ ਕੋਐਫੀਸ਼ੀਐਂਟ ਹੋਊਗਾ ਹਰੇਕ ਇਕੁਏਸ਼ਨ ਦੇ ਵਿੱਚ ਇਹੀ ਮੈਥਡ ਫੋਲੋ ਕਰਨਾ ਹੈ। ਜੋ ਵੀ ਸਾਡੇ ਕੋਲੇ x ਦਾ ਕੋਐਫੀਸ਼ੀਐਂਟ ਹੋਊਗਾ ਉਹਨੂੰ ਅਸੀਂ 1/2 ਨਾਲ ਮਲਟੀਪਲਾਈ ਕਰਨ ਤੋਂ ਬਾਅਦ ਉਹਦਾ ਅਸੀਂ ਕੀ ਕਰ ਦੇਣਾ ਸਕੁਅਰ ਕਰ ਦੇਣਾ। ਠੀਕ ਹੈ ਜੀ, ਹੁਣ 7/2 ਨੂੰ ਅਸੀਂ 1/2 ਨਾਲ ਮਲਟੀਪਲਾਈ ਕਰਾਂਗੇ 7/4 ਹੋ ਗਿਆ ਐਂਡ ਇਹਦਾ ਸਕੁਅਰ। ਜੋ ਵੀ ਸਾਡੇ ਕੋਲੇ ਮਲਟੀਪਲਾਈ ਕਰਨ ਤੋਂ ਬਾਅਦ ਠੀਕ ਹੈ ਜੀ ਨੰਬਰ ਆਊਗਾ ਉਹਨੂੰ ਅਸੀਂ ਕੀ ਕਰਾਂਗੇ ਇਸ ਇਕੁਏਸ਼ਨ ਦੇ ਵਿੱਚ ਇੱਕ ਵਾਰ ਐਡ ਕਰ ਦੇਣਾ ਐਂਡ ਇੱਕ ਵਾਰ ਸਬਟ੍ਰੈਕਟ ਕਰ ਦੇਣਾ। ਹੁਣ ਅਸੀਂ ਕੀ ਕਰਾਂਗੇ 7/4 ਨੂੰ ਇੱਕ ਵਾਰ ਇਸ ਇਕੁਏਸ਼ਨ ਦੇ ਵਿੱਚ ਐਡ ਕਰ ਦਾਂਗੇ, ਇੱਕ ਵਾਰ ਇਸ ਇਕੁਏਸ਼ਨ ਦੇ ਵਿੱਚ ਸਬਟ੍ਰੈਕਟ ਕਰ ਦਾਂਗੇ ਕਿਉਂਕਿ ਵੈਲਿਊ ਇਟ ਮੀਨਸ 0 ਹੀ ਰਹਿ ਗਈ ਬਈ। ਠੀਕ ਹੈ ਜੀ, ਪਲੱਸ ਕਰਤਾ ਮਾਈਨਸ ਕਰਤਾ ਸੇਮ ਨੂੰ ਸੇਮ ਚੋਂ ਮਾਈਨਸ ਕਰਾਂਗੇ ਅਸੀਂ 0। ਉਸ ਤੋਂ ਬਾਅਦ ਬਚਿਆ ਕੀ ਸਾਡੇ ਕੋਲੇ +3/2 ਵਿੱਚ ਐਡ ਕਰ ਦਾਂਗੇ ਇਸ ਤਰੀਕੇ ਨਾਲ ਜੋ ਵੀ ਆਪਣੇ ਕੋਲ ਹੈਗੀ ਹੈ ਟਰਮ = ਕੀ ਦੇ ਇਹ ਸਾਰਾ 0। ਠੀਕ ਹੈ ਜੀ, ਅਗਰ ਅਸੀਂ ਇੰਨੀ ਇਕੁਏਸ਼ਨ ਨੂੰ ਚੈੱਕ ਕਰੀਏ ਤਾਂ ਆਪਣੇ ਕੋਲ ਇਹ ਕਿਹੜਾ ਸਕੁਅਰ ਬਣੀ ਜਾਂਦਾ ਪਰਫੈਕਟ ਸਕੁਅਰ ਬਣਾਉਣਾ ਸੀ ਨਾ, ਪਰਫੈਕਟ ਸਕੁਅਰ ਬਣੀ ਜਾ ਰਿਹਾ ਕੀ ਆ ਗਿਆ x - 7/4 ਦਾ ਸਕੁਅਰ। x - 7/4 ਦਾ ਸਕੁਅਰ ਆ ਗਿਆ। ऊपर करेंगे सेम यही दोबारा फिर अपने को बन जाऊगा। ठीक है जी, इस तरह अपने को की रह गया देखो -7/4 ਨੂੰ 7
ਜਿਹੜਾ ਹੈਗਾ 7/4 ਨਾਲ ਮਲਟੀਪਲਾਈ ਕਰਾਂਗੇ ਤਾਂ ਆਪਣੇ ਕੋਲ ਕੀ ਗਿਆ 49/16 प्लस 3/2 इज इक्वल टू 0। ये वाली सारी ਨੂੰ ਅਸੀਂ ਚੱਕ ਹੀ ਲੈ ਜੀ ਰਾਈਟ ਸਾਈਡ ਤੇ 7/4 ਇਹਦਾ ਸਕੁਅਰ ਕੀ ਨਿਕਲ ਆ ਗਿਆ ਫਿਰ ਆਪਣੇ ਕੋਲ ਇਹ 49/16 ਨੈਗੇਟਿਵ ਸੀਗਾ ਜਦੋਂ ਅਸੀਂ ਰਾਈਟ ਸਾਈਡ ਤੇ ਲੈ ਕੇ ਗਏ ਪੋਜ਼ਿਟਿਵ ਹੋ ਗਿਆ ਐਂਡ 3/2 ਪੋਜ਼ਿਟਿਵ ਸੀ ਨੈਗੇਟਿਵ ਹੋ ਗਿਆ। ਠੀਕ ਹੈ ਜੀ x - 7/4 ਦਾ ਸਕੁਅਰ ਇੱਥੇ ਸਾਡੇ ਕੋਲ ਐਲਸੀਐਮ ਆ ਗਿਆ 16। ਠੀਕ ਹੈ ਜੀ 16 ਐਂਡ 2 ਦਾ ਐਲਸੀਐਮ 16 देखो इतना तो 16 है 16 और 16 कैंसिल हो गया इट मींस 49 एज इट इज रह जाऊगा माइनस 2 ਦੇ ਟੇਬਲ ਚ 16 8 ਤੇ ਠੀਕ ਹੈ ਜੀ ਮੀਂਸ 8 ਨੂੰ ਅਸੀਂ 2 ਨਾਲ ਡਿਵਾਈਡ ਕਰਾਂਗੇ ਸਾਡੇ ਕੋਲ ਰਿਜ਼ਲਟ 8 ਆ ਗਿਆ तो ਵਾਲੀ 8 ਨੂੰ ਕਿੰਨਾ ਮਲਟੀਪਲਾਈ ਹੋ ਜੂਗੀ 3 ਨਾਲ ਕਿੰਨਾ ਆ ਗਿਆ ਆਪਣੇ ਕੋਲ 24 ਮਾਈਨਸ ਕਰਾਂਗੇ 25/16 ਆ ਗਿਆ। ਠੀਕ ਹੈ ਜੀ ਹੁਣ ਜਿਹੜੇ ਇੱਥੇ ਆਪਣੇ ਕੋਲ ਸਕੁਅਰ ਹੈ 7/4 ਦਾ ਪੂਰੀ ਦਾ ਸਕੁਅਰ ਹੈ ਦੂਸਰੀ ਸਾਈਡ ਜਾ ਕੇ ਅੰਡਰ ਰੂਟ ਬਣ ਜੂਗਾ ਤੇ ਇਹ ਆਪਣੇ ਕੋਲ ਕੀ ਇਕੁਅਲ ਆ ਗਿਆ x - 7/4 is equal to plus minus 25 ਦਾ रूट 5 and 16 ਦਾ रूट 4। ठीक है जी ਹੁਣ ਇਸ ਤੋਂ ਬਾਅਦ ਕੀ ਕਰਨਾ ਕਿ ਅਸੀਂ x - 7/4 ਇੱਕ ਵਾਰ ਪੋਜ਼ਿਟਿਵ 5/4 ਦੇ ਕੇ ਰੱਖਣਾ ਹੈ ਇੱਕ ਵਾਰ ਨੈਗੇਟਿਵ 5/4 ਦੇ ਕੇ ਰੱਖਣਾ ਹੈ। ਠੀਕ ਹੈ ਜੀ ਇਹ ਕਰ ਲੈਣੇ ਆ ਦੁਬਾਰਾ ਆਪਾਂ ਕੀ ਹੋਊਗਾ ਆਪਣੇ ਕੋਲੇ ਕਿ ਅਸੀਂ ਕੀ ਕਰਨਾ ਹੈ x - 7/4 ਇੱਕ ਵਾਰ ਆਪਾਂ 5/4 ਦੇ ਕੇ ਰੱਖਣਾ ਹੈ ਐਂਡ ਇਹਨੂੰ ਇੱਕ ਵਾਰ ਅਸੀਂ ਕੀ ਕਰਨਾ ਹੈ ਨੈਗੇਟਿਵ 5/4 ਦੇ ਕੇ ਰੱਖਣਾ ਕਿਉਂਕਿ ਸਾਡੇ ਕੋਲੇ 5/4 ਦੀ ਜਿਹੜੀ ਵੈਲਿਊ ਇੱਕ ਵਾਰ ਪੋਜ਼ਿਟਿਵ ਹੈ ਐਂਡ ਇੱਕ ਵਾਰ ਸਾਡੇ ਕੋਲੇ ਕੀ ਹੈ ਉਹ ਨੈਗੇਟਿਵ। ਹੁਣ ਦੇਖੋ ਆਪਣੇ ਕੋਲੇ 7/4 ਲੈਫਟ ਸਾਈਡ ਤੇ ਨੈਗੇਟਿਵ ਆ ਅਸੀਂ ਇਹਨੂੰ ਰਾਈਟ ਸਾਈਡ ਤੇ ਚੁੱਕ ਕੇ ਲੈ ਕੇ ਜਾਵਾਂਗੇ ਪੋਜ਼ਿਟਿਵ ਹੋ ਜਾਊਗਾ। ਠੀਕ ਹੈ ਜੀ ਐਂਡ ਸੇਮ -5/4 ਉਧਰ ਜਾ ਕੇ ਪਲੱਸ ਦਾ ਹੋ ਜਾਊਗਾ 7/4 ਸੋਲਵ ਕਰੋ 4 LCM 5 + 7 and x is equal to 4 LCM minus 5 plus 7। ठीक है जी ਹੁਣ 5 ਦੇ ਵਿੱਚ ਜਦੋਂ ਅਸੀਂ 7 ਐਡ ਕਰਾਂਗੇ 5 plus 7 ਆਪਣੇ ਕੋਲ ਕੀ ਹੋ ਗਿਆ 12/4 ਐਂਡ ਮਾਈਨਸ ਕਰਾਂਗੇ 7 ਦੇ ਵਿੱਚੋਂ 5 ਮਾਈਨਸ ਕੀਤੇ 2/4 ਆ ਗਿਆ। ਠੀਕ ਹੈ ਜੀ ਕੈਨਸਲ ਕੀਤਾ ਆਪਾਂ 3 ਆ ਗਿਆ ਕੈਨਸਲ ਕੀਤਾ 1/2 ਇਟ ਮੀਨਸ x ਦੀ ਵੈਲਿਊ ਸਾਡੇ ਕੋਲ 3 ਆ ਗਈ ਐਂਡ ਸਾਡੇ ਕੋਲ ਕੀ ਆ ਗਈ 1/2 ਇਹ ਕੀ ਸਾਡੀ x ਦੇ ਰੂਟ ਜੋ ਅਸੀਂ ਫਾਈਂਡ ਆਊਟ ਕਰਨੇ ਸੀ। ਠੀਕ ਹੈ ਜੀ ਫਸਟ ਰੂਟ ਹੈਗਾ ਸਾਡੇ ਕੋਲ 3 ਐਂਡ ਸੈਕੰਡ ਰੂਟ ਹੈਗਾ 1/2। ਇसी का ਸਾਡਾ ਫਸਟ ਕੁਐਸਚਨ ਦਾ ਫਸਟ ਪਾਰਟ ਹੁਣ ਆਪਾਂ ਚੱਲਦੇ ਹਾਂ ਨੈਕਸਟ ਸੈਕੰਡ ਪਾਰਟ। ਨੈਕਸਟ ਆਪਣੇ ਕੋਲ ਹੈਗਾ ਫਸਟ ਕੁਐਸਚਨ ਦਾ ਸੈਕੰਡ ਪਾਰਟ। ਦੇਖੋ ਸੈਕੰਡ ਪਾਰਟ ਦੇ ਵਿੱਚ ਆਪਾਂ ਨੂੰ ਕੁਆਡਰੇਟਿਕ ਇਕੁਏਸ਼ਨ ਦਿੱਤੀ 2x² + x - 4 = 0। ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਜੋ ਵੀ ਆਪਣਾ ਹੈਗਾ ਕਿ ਡਿਸਕ੍ਰਿਮੀਨੈਂਟ ਚੈੱਕ ਕਰਦੇ ਹੁੰਦੇ ਆ। ਡਿਸਕ੍ਰਿਮੀਨੈਂਟ ਚੈੱਕ ਕਰਨ ਦਾ ਮੈਥਡ ਕੀ ਹੈ b² - 4ac। ਠੀਕ ਹੈ ਜੀ b² - 4ac ਤੇ ਸਾਡੀ ਜਨਰਲ ਇਕੁਏਸ਼ਨ ਕੀ ਹੁੰਦੀ ਹੈ ax² + bx + c = 0। ਹੁਣ ਦੇਖੋ b ਦੀ ਵੈਲਿਊ ਆਪਣੇ ਕੋਲ ਕੁਝ ਵੀ ਨਾ ਹੋਵੇ ਤਾਂ ਅਸੀਂ 1 ਲਗਾ ਲੈਣੇ ਆ 1 ਦਾ ਸਕੁਅਰ ਹੋ ਗਿਆ -4 a ਦੀ ਵੈਲਿਊ ਕੰਪੇਅਰ ਕਰਾਂਗੇ 2 ਆ ਗਈ। ਠੀਕ ਹੈ ਜੀ ਐਂਡ c ਦੀ ਵੈਲਿਊ -4 ਹੋ ਗਈ 1 ਨੂੰ 1 ਨਾਲ ਮਲਟੀਪਲਾਈ ਕਰਾਂਗੇ 1 ਮਾਈਨਸ ਮਾਈਨਸ ਪਲੱਸ ਹੋ ਗਿਆ 4 ਨੂੰ 2 ਨਾਲ ਮਲਟੀਪਲਾਈ ਕੀਤੀ 8 ਐਂਡ 8 ਨੂੰ 4 ਨਾਲ ਮਲਟੀਪਲਾਈ ਕਰਾਂਗੇ ਅਸੀਂ 32 ਆ ਗਿਆ ਦੈਨ ਪਲੱਸ ਕਰਾਂਗੇ ਇਹਨਾਂ ਦਾ ਆਪਣੇ ਕੋਲੇ 33 ਆਪਣੇ ਕੋਲੇ ਕੀ ਆ ਗਏ ਜਿਹੜੇ ਰੂਟ ਨੇ ਤੇ ਰੀਅਲਸ ਚ ਆ ਗਏ। ਠੀਕ ਹੈ ਜੀ ਇਟ ਮੀਨਸ ਜੋ ਵੀ ਸਾਡੇ ਕੋਲੇ ਕੁਆਡਰੇਟਿਕ ਇਕੁਏਸ਼ਨ ਆ ਉਹਦੇ ਰੂਟਸ ਸਾਡੇ ਕੋਲ ਕੀ ਆਏ ਨੇ ਰੀਅਲ ਦੇ ਵਿੱਚ ਆ ਰਹੇ ਨੇ ਤਾਂ ਕਿ ਆਪਾਂ ਆਪਣਾ ਨੈਕਸਟ ਜੋ ਸਟੈਪ ਫੋਲੋ ਕਰਦੇ ਨੇ 2x² + x - 4 = 0 ਕੁਆਡਰੇਟਿਕ ਇਕੁਏਸ਼ਨ ਦਿੱਤੀ ਹੋਈ ਹੈ। ਹੁਣ ਅਸੀਂ ਇਹਨੂੰ ਬਣਾਉਣਾ ਪਰਫੈਕਟ ਸਕੁਅਰ। ਠੀਕ ਹੈ ਜੀ ਪਰਫੈਕਟ ਸਕੁਅਰ ਮੈਥਡ ਨਾਲ ਆਪਾਂ ਆਪਣੇ ਰੂਟਸ ਫਾਈਂਡ ਆਊਟ ਕਰਨੇ ਨੇ ਤਾਂ ਕਿਵੇਂ ਕਰੋਗੇ ਦੇਖੋ ਫਸਟ ਸਟੈਪ ਸਾਡਾ ਕੀ ਸੀਗਾ ਕਿ ਜੋ ਵੀ ਸਾਡੇ ਕੋਲੇ x² ਦਾ ਕੋਐਫੀਸ਼ੀਐਂਟ ਸੀ ਜੋ ਵੀ ਸਾਡੇ ਕੋਲ x² ਦਾ ਕੋਐਫੀਸ਼ੀਐਂਟ ਆ ਉਹਨੂੰ ਅਸੀਂ ਪੂਰੀ ਟਰਮ ਨਾਲ ਕੀ ਕਰਾਂਗੇ ਜੋ ਵੀ ਸਾਡੇ ਕੋਲ ਜਿੰਨੀਆਂ ਵੀ ਟਰਮਸ ਨੇ ਸਾਰਿਆਂ ਦੇ ਡਿਨੋਮੀਨੇਟਰਸ ਕੀ ਰੱਖਾਂਗੇ ਅਸੀਂ ਜੋ ਵੀ ਸਾਡੇ ਕੋਲ x² ਦਾ ਕੋਐਫੀਸ਼ੀਐਂਟ ਹੋਣਾ x² ਦਾ ਕੋਐਫੀਸ਼ੀਐਂਟ ਕੀ ਆਪਣੇ ਕੋਲ 2 ਇਟ ਮੀਨਸ ਅਸੀਂ ਕੀ ਲਿਖਾਂਗੇ 2x² / 2। ਠੀਕ ਹੈ ਜੀ ਐਂਡ ਸਾਰਿਆਂ ਦੇ ਡਿਨੋਮੀਨੇਟਰ ਦੇ ਵਿੱਚ ਅਸੀਂ ਕੀ ਰਾਈਟ ਕਰ ਦਾਂਗੇ 2 = 0/2। ਦੇਖੋ 2 ਨਾਲ 2 ਕੈਂਸਲ ਹੋ ਗਿਆ ਇੱਥੇ ਵੀ 2 ਨਾਲ 4 ਕੈਂਸਲ ਹੋ ਗਿਆ ਆਪਣੇ ਕੋਲ ਕੀ ਬਚਿਆ x² + x/2 - 2 = 0 क्योंकि 0 ਨੂੰ ਅਸੀਂ 2 ਨਾਲ ਡਿਵਾਈਡ ਕਰਾਂਗੇ ਤਾਂ 0 ਬਣ ਜਾਊਗਾ। ਦੇਖੋ ਇਹ ਤਾਂ ਸੀਗਾ ਸਾਡਾ ਫਸਟ ਸਟੈਪ। ਇਸ ਤੋਂ ਬਾਅਦ ਨੈਕਸਟ ਸੈਕੰਡ ਸਟੈਪ ਕੀ ਸੀਗਾ ਕਿ ਜੋ ਵੀ ਸਾਡੇ ਕੋਲੇ ਜਿਹੜੀ ਹੈਗੀ ਹੈ x ਵੇਰੀਏਬਲ ਵਾਲੀ ਟਰਮ ਆ ਉਹਨੂੰ 2 ਨਾਲ ਮਲਟੀਪਲਾਈ ਐਂਡ 2 ਨਾਲ ਡਿਵਾਈਡ। ਠੀਕ ਹੈ ਜੀ ਨੈਕਸਟ ਸਟੈਪ ਕੀ ਸੀਗਾ ਕਿ x² + ਆਪਾਂ ਇਹ ਵਾਲੀ ਟਰਮ ਨੂੰ ਜਿਹੜੀ ਸਾਡੇ ਕੋਲੇ x ਦਾ ਕੋਐਫੀਸ਼ੀਐਂਟ ਹੈ ਉਹਨੂੰ ਅਸੀਂ 2 ਨਾਲ ਮਲਟੀਪਲਾਈ ਕਰਨੀ ਹੈ ਐਂਡ 2 ਨਾਲ ਡਿਵਾਈਡ ਕਰਨੀ ਹੈ।
इस तो बाद देखो ਅਸੀਂ ਕੀ ਕਰਦੇ ਆ ਵੀ ਜੋ ਵੀ ਸਾਡੇ ਕੋਲੇ x ਦੇ ਕੋਐਫੀਸ਼ੀਐਂਟ x ਦਾ ਕੋਐਫੀਸ਼ੀਐਂਟ ਆਪਣੇ ਕੋਲੇ ਹੈਗਾ 1/2 x ਦਾ ਕੋਐਫੀਸ਼ੀਐਂਟ ਬਣਿਆ 1/2 ਉਹਨੂੰ ਅਸੀਂ ਕੀ ਕਰਨਾ ਹੈ 1/2 ਨਾਲ ਮਲਟੀਪਲਾਈ ਕਰਕੇ ਉਹਦਾ ਸਕੁਅਰ ਕਰਦੇ ਹਾਂ ਠੀਕ ਹੈ ਜੀ ਤਾਂ ਆਪਣੇ ਕੋਲੇ ਸਕੁਅਰ ਕੀ ਆ ਗਿਆ 1/4 ਇਟ ਮੀਨਸ 1/16 ਆ ਗਿਆ ਠੀਕ ਹੈ ਜੀ ਤਾਂ ਜੋ ਵੀ ਸਾਡੇ ਕੋਲੇ 1/4 ਸਕੁਅਰ ਆਉਂਦਾ ਤਾਂ ਉਹਨੂੰ ਆਪਾਂ ਇਹ ਪੂਰੀ ਜਿਹੜੀ ਟਰਮ ਉਹਦੇ ਵਿੱਚ ਐਡ ਕਰ ਦਿੰਦੇ ਐਂਡ ਸਬਟ੍ਰੈਕਟ ਕਰ ਦਿੰਦੇ ਠੀਕ ਹੈ ਜੀ ਤਾਂ ਅਸੀਂ ਕੀ ਲਿਖਾਂਗੇ प्लस 1/4 ਦਾ ਸਕੁਅਰ ਮਾਈਨਸ 1/4 ਦਾ ਸਕੁਅਰ ਉਸ ਤੋਂ ਆਪਣੇ ਕੋਲੇ ਕੀ ਸੀਗਾ -2 0 ਠੀਕ ਹੈ ਜੀ ਹੁਣ ਦੇਖੋ ਇੱਥੇ ਆਪਣੇ ਕੋਲੇ ਪਰਫੈਕਟ ਸਕੁਅਰ ਬਣ ਗਿਆ ਪਰਫੈਕਟ ਸਕੁਅਰ ਕਿਵੇਂ ਬਣ ਗਿਆ a ਦਾ ਸਕੁਅਰ plus 2ab plus b ਦਾ ਸਕੁਅਰ ਤਾਂ ਅਸੀਂ ਕੀ ਲਿਖਾਂਗੇ x plus 1/4 ਇਹਦਾ ਸਕੁਅਰ ਅਗਰ ਤੁਸੀਂ ਇਹਨੂੰ ਉੱਪਰ ਕਰੋਗੇ ਤਾਂ ਆਪਣੇ ਕੋਲੇ ਸਾਰੀ ਟਰਮ ਇਹੀ ਬਣ ਜੂਗੀ ਵਾਪਸ ਠੀਕ ਹੈ ਜੀ माइनस देखो 1/4 ਦਾ ਸਕੁਅਰ 1/16 -2 0 x plus 1/4 ਦਾ ਸਕੁਅਰ ਅਗਰ ਮੈਂ 1/16 ਐਂਡ 2 ਨੂੰ ਰਾਈਟ ਸਾਈਡ ਤੇ ਲੈ ਜਾਂ ਦੋਨੋਂ ਪੋਜ਼ਿਟਿਵ ਹੋ ਜਾਣਗੇ ਠੀਕ ਹੈ ਜੀ ਐਂਡ ਇੱਥੇ ਅਸੀਂ 16 ਐਲਸੀਐਮ ਲੈ ਲਈ 16 ਐਲਸੀਐਮ ਲੈ ਕੇ ਇਹਨੂੰ ਸੋਲਵ ਕਰੀਏ ਤਾਂ ਕੀ ਬਣ ਜੂਗਾ ਇਹ ਆਪਣੇ ਕੋਲੇ 1 plus क्रॉस मल्टीप्लाई हो जाएगी 32 फिर एक आ गया फिर अपने कोले x plus 1/4 ਦਾ ਸਕੁਅਰ is equal to 33/16 तो देखो अपने कोले ਜਿਹੜਾ ਸਕੁਅਰ ਹੈ दूसरी साइड जाके रूट बन जाएगा x plus 1/4 33/16 ਦਾ रूट हो गया तो ये अपने कोले किधर आ गया प्लस माइनस √33 क्योंकि 33 ਦਾ कोई रूट है ही नहीं ठीक है जी इसमें रूट तो बाहर ले ही नहीं सकते 16 ਨੂੰ ਅਸੀਂ ਕੀ ਲਿਖਾਂਗੇ 4 * 4 ਲਿਖ ਸਕਦੇ ਹਾਂ रूट तो बाहर आके अपने को की आ जाएगा 4 आ जाएगा ठीक है जी तो अपने को ਜਿਹੜਾ ਹੈਗਾ x plus 1/4 ਕਿਹਦੇ ਕੋਲ ਆ ਗਿਆ ਪਲੱਸ ਮਾਈਨਸ √33/4 ਇਟ ਮੀਨਸ ਇੱਕ ਵਾਰ ਅਸੀਂ ਇਹਨੂੰ ਪਲੱਸ ਦੇ ਉੱਤੇ ਰੱਖਾਂਗੇ ਐਂਡ ਇੱਕ ਵਾਰ ਮਾਈਨਸ ਦੇ x plus 1/4 is equal to 33 the root 4 ਪੋਜ਼ਿਟਿਵ ਦੇ ਉੱਤੇ ਰੱਖਾਂਗੇ ਦੂਸਰੀ ਵਾਰ ਅਸੀਂ ਇਹਨੂੰ ਨੈਗੇਟਿਵ ਦੇ ਉੱਤੇ ਰੱਖ ਲਾਂਗੇ ठीक है जी √33/4 ਇੱਥੋਂ ਅਸੀਂ ਆਪਣੀ x ਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਠੀਕ ਹੈ ਜੀ ਇੱਧਰ ਚੱਲਦੇ ਹਾਂ ਦੁਬਾਰਾ ਇੱਥੇ ਆਪਾਂ ਕਰਦੇ ਦੀ ਵੈਲਿਊ ਫਾਈਂਡ ਆਊਟ x ਦੀ ਕੀ ਹੋਊਗਾ ਫਿਰ ਹੁਣ ਆਪਣੇ ਕੋਲੇ ਜਿਹੜਾ 1/4 ਪੋਜ਼ਿਟਿਵ ਹੈ ਲੈਫਟ ਸਾਈਡ ਤੇ ਨੂੰ ਰਾਈਟ ਸਾਈਡ ਤੇ ਲੈ ਜਾਾਂਗੇ ਨੈਗੇਟਿਵ ਹੋ ਜਾਊਗਾ ਕੀ ਆ ਜਾਊਗਾ x is equal to √30/4 minus 1/4 ਠੀਕ ਹੈ ਜੀ ਸੇਮ ਤਾਂ ਆਪਣੇ ਕੋਲੇ x ਕੀ ਦੇ ਇਕੁਅਲ ਆ ਜਾਊਗਾ -33 ਦਾ √4 प्लस सीगा ये भी अपने को दूसरी साइड जाके भी हो जाएगा नेगेटिव हो जाएगा ठीक है जी x इतने एलसीएम लवांगे सी 4 √33 - 1 आंसर आ गया एंड सेकंड की आ जाएगा अपने को अगर ਅਸੀਂ माइनस कॉमन ले लिए 4 तो अपने को √33 + 1 ठीक है जी तो साडे को x ਦੀਆਂ ਜਿਹੜੀਆਂ ਵੈਲਿਊਜ਼ ਆ ਗਈਆਂ ਰੂਟਸ ਆ ਗਏ ਸਾਡੇ ਕੀ ਆ ਗਏ 33 - 1/4 -33 + 1/4 ठीक है जी ਇਹ ਅਸੀਂ ਫਾਈਂਡ ਆਊਟ ਕਰਨੀ ਸੀ ਇਸ ਸਾਡੀ ਫਸਟ ਕੁਐਸਚਨ ਦਾ ਸੈਕੰਡ ਪਾਰਟ ਹੁਣ ਆਪਾਂ ਚੱਲਦੇ ਹਾਂ ਨੈਕਸਟ ਥਰਡ ਪਾਰਟ ਤੇ ਹਾਂਜੀ ਨੈਕਸਟ ਆਪਣੇ ਕੋਲ ਹੈਗਾ ਫਸਟ ਕੁਐਸਚਨ ਦਾ ਥਰਡ ਪਾਰਟ ਦੇਖੋ ਥਰਡ ਪਾਰਟ ਦੇ ਵਿੱਚ ਆਪਾਂ ਨੂੰ ਕੀ ਦਿੱਤਾ 4x² + 4√3x + 3 = 0 ਕੁਆਡਰੈਟਿਕ ਇਕੁਏਸ਼ਨ ਗਿਵਨ ਹੈ ਸਾਨੂੰ ਠੀਕ ਹੈ ਜੀ ਪਹਿਲਾਂ ਆਪਾਂ ਆਪਣਾ ਡਿਸਕ੍ਰਿਮੀਨੈਂਟ ਚੈੱਕ ਕਰਾਂਗੇ ਡਿਸਕ੍ਰਿਮੀਨੈਂਟ ਦਾ ਫਾਰਮੂਲਾ b² - 4ac ਠੀਕ ਹੈ ਜੀ ਇਹ ਆਪਣੇ ਕੋਲ a ਹੋਊਗੀ ਇਹ b ਹੋਊਗੀ ਐਂਡ ਇਹ c ਹੋਊਗੀ ਹੁਣ b ਦੀ ਵੈਲਿਊ ਹੈਗੀ ਆ 4√3 इधर स्केयर है जो -4 a दी वैल्यू देखो अपने को गिवन है 4 एंड c दी वैल्यू हैगी अपने को 3 ठीक है जी एंड 4 * 3 ਨੂੰ 4 * 3 ਨਾਲ ਮਲਟੀਪਲਾਈ ਕਰਾਂਗੇ ਦੇਖੋ ਕਿਸ ਤਰੀਕੇ ਨਾਲ ਕਰਨਾ ਹੁੰਦਾ ਹੈ 4 * 3 ਸਕੁਅਰ ਹੈ ਨਾ ਇਟ ਮੀਨਸ 4 * 3 4 ਨੂੰ 4 ਨਾਲ ਮਲਟੀਪਲਾਈ ਕੀਤੀ 16 एंड √3 ਨੂੰ 3 ਨਾਲ ਮਲਟੀਪਲਾਈ ਕਰੋਗੇ 3 एंड 16 ਨੂੰ 3 ਨਾਲ ਮਲਟੀਪਲਾਈ ਕਰੋਗੇ 48 ठीक है जी अपने को इतनी मल्टीप्लाई करके रिजल्ट क्या आ गया 48 माइनस 4 ਨੂੰ 4 ਨਾਲ ਮਲਟੀਪਲਾਈ ਕੀਤੀ 16 ਨੂੰ 3 ਨਾਲ ਮਲਟੀਪਲਾਈ ਕਰਾਂਗੇ 48 ਤਾਂ ਆਪਣੇ ਕੋਲ ਰਿਜ਼ਲਟ ਕੀ ਆ ਗਿਆ 0 ਠੀਕ ਹੈ ਜੀ 0 ਵੀ ਇੱਕ ਰੀਅਲ ਨੰਬਰ ਹੈ ਤਾਂ ਇਟ ਮੀਨਸ ਕੀ ਹੋਊਗਾ ਆਪਾਂ ਅੱਗੇ ਚੱਲਾਂਗੇ ਆਪਾਂ ਜਿਹੜਾ ਹੈਗਾ ਇਹਨੂੰ ਜਿਹੜੀ ਸਾਡੇ ਕੋਲ ਕੁਆਡਰੈਟਿਕ ਇਕੁਏਸ਼ਨ ਹੈ ਇਹਦੇ ਆਪਾਂ ਰੂਟਸ ਫਾਈਂਡ ਆਊਟ ਕਰਾਂਗੇ ਕਿਹੜੇ ਮੈਥਡ ਨਾਲ ਕੰਪਲੀਟਿੰਗ ਸਕੁਅਰ ਮੈਥਡ ਤੇ ਕੀ ਹੋਊਗਾ ਦੇਖੋ ਆਪਣੇ ਕੋਲ 4x² + 4√3 x + 3 = 0 ਦੇਖੋ ਫਸਟ ਸਟੈਪ ਕੀ ਹੁੰਦਾ ਸਾਡੇ ਕੋਲੇ कि जो भी साडे कोले x² ਦਾ ਕੋਐਫੀਸ਼ੀਐਂਟ ਹੁੰਦਾ ਉਹਨੂੰ ਅਸੀਂ ਜੋ ਵੀ ਜਿੰਨੀਆਂ ਵੀ ਸਾਡੇ ਕੋਲੇ ਕੁਆਡਰੈਟਿਕ ਇਕੁਏਸ਼ਨਸ ਟਰਮ ਨੇ ਸਾਰੇ ਨਾਲ ਡਿਵਾਈਡ ਕਰਾਂਗੇ ਇਟ ਮੀਨਸ ਕੀ ਰੱਖਾਂਗੇ ਸਾਰਿਆਂ ਦੀ ਡਿਨੋਮੀਨੇਟਰ ਚ ਕੀ ਰੱਖਣਾ ਹੈ 4 4√3/4x + 3/4 = 0 देखो 4 ਨਾਲ 4 कैंसिल हो गया अपने कोल की बचे ਇੱਥੇ भी 4 ਨਾਲ 4 कैंसिल हो गया
ਕੀ ਬਚਿਆ x ਸਕੁਅਰ ਪਲਸ ਅੰਡਰੂਟ 3x ਪਲਸ 3/4 ਇਜ਼ ਇਕੁਅਲ ਟੂ 0। ਫਸਟ ਸਟੈਪ ਕੰਪਲੀਟ ਹੋ ਗਿਆ। ਨੈਕਸਟ ਸੈਕੰਡ ਸਟੈਪ ਚ ਕੀ ਹੁੰਦਾ ਕਿ ਸਾਡੇ ਕੋਲ ਜੋ ਵੇਰੀਏਬਲ x ਹੈ, ਠੀਕ ਹੈ ਜੀ, ਜੋ ਵੇਰੀਏਬਲ x ਹੈ ਉਹਨੂੰ ਅਸੀਂ ਕੀ ਕਰਨਾ ਹੈ 1/2 ਨਾਲ ਮਲਟੀਪਲਾਈ ਕਰਕੇ, ਠੀਕ ਹੈ ਜੀ, 1/2 ਨਾਲ ਮਲਟੀਪਲਾਈ ਕਰਨ ਤੋਂ ਬਾਅਦ ਦਾ ਆਪਾਂ ਕੀ ਕਰਨਾ ਹੁੰਦਾ ਹੈ ਸਕੁਅਰ ਮੀਨਸ x ਸਕੁਅਰ ਦਾ ਜੋ ਕੋਐਫੀਸ਼ੀਐਂਟ ਹੈ, ਠੀਕ ਹੈ ਜੀ, ਉਹਨੂੰ ਅਸੀਂ ਕੀ ਕਰਨਾ ਹੁੰਦਾ ਹੈ ਪਹਿਲਾਂ ਤਾਂ ਜੋ ਵੀ ਸਾਡੇ ਕੋਲ x ਸਕੁਅਰ ਦਾ x ਦਾ ਕੋਐਫੀਸ਼ੀਐਂਟ ਹੈ ਜਾਂ x ਵਾਲੀ ਟਰਮ ਹੈ ਉਹਨੂੰ ਅਸੀਂ 2 ਨਾਲ ਮਲਟੀਪਲਾਈ ਐਂਡ 2 ਨਾਲ ਡਿਵਾਈਡ ਕਰਦੇ ਹਾਂ। ਇਸ ਤਰੀਕੇ ਨਾਲ x ਸਕੁਅਰ ਪਲਸ 2 ਨਾਲ ਮਲਟੀਪਲਾਈ 2 ਨਾਲ ਡਿਵਾਈਡ ਅੰਡਰੂਟ 3x। ਇਹ ਸਟੈਪ ਹੋ ਗਿਆ। ਇਹ ਸਟੈਪ ਹੋਣ ਤੋਂ ਬਾਅਦ ਅਸੀਂ ਕੀ ਕਰਨਾ ਹੁੰਦਾ ਹੈ ਵੀ ਜੋ ਵੀ ਸਾਡੇ ਕੋਲ x ਦਾ ਕੋਐਫੀਸ਼ੀਐਂਟ 1 ਅੰਡਰੂਟ 3 ਹੈ, ਠੀਕ ਹੈ ਜੀ, ਉਹਨੂੰ ਅਸੀਂ ਕਿੰਨਾ ਮਲਟੀਪਲਾਈ ਕਰਨੀ ਹੁੰਦੀ ਆ 1/2 ਨਾਲ। 1/2 ਨਾਲ ਮਲਟੀਪਲਾਈ ਕਰੋਗੇ ਤਾਂ ਆਪਣੇ ਕੋਲ ਆ ਗਿਆ ਅੰਡਰੂਟ 3/2। ਇਹਦਾ ਸਕੁਅਰ ਕਰੋਗੇ ਤਾਂ ਆਪਣੇ ਕੋਲ 3/4 ਆ ਗਿਆ, ਠੀਕ ਹੈ ਜੀ। ਇਟ ਮੀਨਸ ਕੀ ਕਰਨਾ ਸੀ ਅੰਡਰੂਟ 3/2 ਜਿਹੜਾ ਹੈਗਾ ਐਡ ਕਰਨਾ ਐਂਡ ਅੰਡਰੂਟ 3/2 ਆਪਾਂ ਕੀ ਕਰਨਾ ਇੱਥੇ ਸਬਟ੍ਰੈਕਟ ਕਰਨਾ। ਅੰਡਰੂਟ 3/2 ਇਹਦਾ ਸਕੁਅਰ ਅਸੀਂ ਐਡ ਕਰਤਾ ਐਂਡ ਅੰਡਰੂਟ 3/2 ਇਹਦਾ ਸਕੁਅਰ ਅਸੀਂ ਸਬਟ੍ਰੈਕਟ ਕਰਤਾ ਐਂਡ ਨਾਲ ਸਾਡੇ ਕੋਲ ਕੀ ਸੀ ਪਲੱਸ 3/4 ਇਜ਼ ਇਕੁਅਲ ਟੂ 0। ਇਹ ਐਜ਼ ਇਟ ਇਜ਼ ਰਹਿ ਜਾਊਗਾ। ਹੁਣ ਦੇਖੋ ਅਗਰ ਅਸੀਂ ਐਨੀ ਜਿਹੜਾ ਉਹਨੂੰ ਦੇਖੀਏ ਆਪਣੀ ਫਸਟ 3 ਸਟੈਪਸ ਤਾਂ ਆਪਣੇ ਕੋਲ ਕਿਹਦਾ ਫਾਰਮੂਲਾ ਬਣੀ ਜਾ ਰਿਹਾ x ਸਕੁਅਰ, ਕਿਹਦਾ ਪਰਫੈਕਟ ਸਕੁਅਰ ਬਣੀ ਜਾ ਰਿਹਾ x ਪਲੱਸ ਅੰਡਰੂਟ 3/2 ਇਹਦਾ ਸਕੁਅਰ। ਅਗਰ ਤੁਸੀਂ ਇਹਨੂੰ ਓਪਨ ਕਰੋਗੇ ਤਾਂ ਆਪਣੇ ਕੋਲ ਐਜ਼ ਇਟ ਇਜ਼ ਸੇਮ ਇਹੀ ਬਣ ਜਾਊਗਾ, ਠੀਕ ਹੈ ਜੀ। ਨੈਕਸਟ ਦੇਖੋ ਹੁਣ ਆਪਣੇ ਕੋਲ ਮਾਈਨਸ ਅੰਡਰੂਟ ਜਿਹੜਾ ਹੈਗਾ ਅੰਡਰੂਟ 3/2 ਨੂੰ ਅੰਡਰੂਟ 3/2 ਨਾਲ ਮਲਟੀਪਲਾਈ ਕਰੋਗੇ ਤਾਂ 3/4 ਆ ਗਿਆ ਕਿਉਂਕਿ ਅੰਡਰੂਟ 3 ਨੂੰ ਜਦੋਂ ਵੀ ਅਸੀਂ ਅੰਡਰੂਟ 3 ਨਾਲ ਕਰਦੇ ਮਲਟੀਪਲਾਈ ਇਸ ਤਰੀਕੇ ਨਾਲ ਅੰਡਰੂਟ 3 ਮਲਟੀਪਲਾਈ ਅੰਡਰੂਟ 3 ਸੇਮ ਨੇ, ਠੀਕ ਹੈ ਜੀ। ਤਾਂ ਆਪਣੇ ਕੋਲ ਕੀ ਬਚ ਜਾਂਦਾ ਇਕੱਲਾ 3 ਐਂਡ ਜੋ ਹੈਗਾ ਅੰਡਰੂਟ ਉਹ ਕੈਂਸਲ ਹੋ ਜਾਂਦਾ ਹੈ। ਜੋ ਵੀ ਆਪਣੇ ਕੋਲ ਇੱਥੇ ਅੰਡਰੂਟ ਦੇ ਵਿੱਚ ਟਰਮ ਹੁੰਦੀ ਹੈ ਉਹ ਰਹਿ ਜਾਂਦੀ ਹੈ, ਠੀਕ ਹੈ ਜੀ। ਤਾਂ ਆਪਣੇ ਕੋਲ ਆ ਗਿਆ 3/4 ਕਿਉਂਕਿ 2 ਨੂੰ 2 ਨਾਲ ਮਲਟੀਪਲਾਈ ਕਰੋਗੇ 4 ਪਲੱਸ 3/4 ਇਜ਼ ਇਕੁਅਲ ਟੂ 0। ਦੇਖੋ ਇੱਕ ਪੋਜ਼ਿਟਿਵ ਹੈ ਇੱਕ ਨੈਗੇਟਿਵ ਆ, ਕੈਂਸਲ ਹੋ ਗਏ। ਆਪਣੇ ਕੋਲ ਕੀ ਬਚਿਆ x ਪਲੱਸ ਅੰਡਰੂਟ 3/2 ਇਹਦਾ ਸਕੁਅਰ ਇਜ਼ ਇਕੁਅਲ ਟੂ 0। ਨਹੀਂ ਕੀ ਹੋ ਜਾਊਗਾ x ਪਲੱਸ ਅੰਡਰੂਟ 3/2 ਸਕੁਅਰ ਉਧਰ ਜਾ ਕੇ 0 ਹੋ ਜਾਊਗਾ, 0 ਦਾ ਰੂਟ 0 ਹੀ ਬਣ ਜਾਊਗਾ, ਠੀਕ ਹੈ ਜੀ। ਤਾਂ ਆਪਣੇ ਕੋਲ x ਦੀ ਵੈਲਿਊ ਕੀ ਆ ਗਈ ਪੋਜ਼ਿਟਿਵ ਹੈ, ਦੂਸਰੀ ਸਾਈਡ ਜਾ ਕੇ ਨੈਗੇਟਿਵ ਹੋ ਜਾਊਗੀ। ਤਾਂ ਆਪਣੇ ਕੋਲ ਰੂਟਸ ਕੀ ਆ ਜਾਣਗੇ ਫਸਟ ਰੂਟ ਵੀ ਆਪਣੇ ਕੋਲ ਮਾਈਨਸ ਅੰਡਰੂਟ 3/2 ਹੋਗਾ ਐਂਡ ਸੈਕੰਡ ਰੂਟ ਵੀ ਸੇਮ ਹੀ ਆ ਕਿਉਂਕਿ ਜਿਹਦੇ ਇਕੁਅਲ ਹੋ ਗਿਆ ਆਪਣੇ ਕੋਲ 0 ਦੇ। ਤਾਂ ਸਾਡੇ ਕੋਲ ਜਿਹੜੇ x ਦੇ ਰੂਟਸ ਆ ਗਏ ਉਹ ਕੀ ਆ ਗਏ ਮਾਈਨਸ ਅੰਡਰੂਟ 3/2 ਐਂਡ ਮਾਈਨਸ ਅੰਡਰੂਟ 3/2, ਠੀਕ ਹੈ ਜੀ। ਇਸ ਸਾਡਾ ਫਸਟ ਕੁਐਸਚਨ ਦਾ ਥਰਡ ਪਾਰਟ। ਹੁਣ ਆਪਾਂ ਚੱਲਦੇ ਨੈਕਸਟ ਫੋਰਥ ਪਾਰਟ। ਹਾਂਜੀ ਨੈਕਸਟ ਆਪਣੇ ਕੋਲ ਹੈਗਾ ਫਸਟ ਕੁਐਸਚਨ ਦਾ ਫੋਰਥ ਪਾਰਟ। ਦੇਖੋ ਫੋਰਥ ਪਾਰਟ ਦੇ ਵਿੱਚ ਕੀ ਦਿੱਤਾ 2x ਸਕੁਅਰ ਪਲੱਸ x ਪਲੱਸ 4। ਸਾਡੀ ਗਿਵਨ ਕੁਆਡਰੈਟਿਕ ਇਕੁਏਸ਼ਨ ਕੀ ਹੈ 2x ਸਕੁਅਰ ਪਲੱਸ x ਪਲੱਸ 4 ਇਜ਼ ਇਕੁਅਲ ਟੂ 0, ਠੀਕ ਹੈ ਜੀ। ਅਸੀਂ ਕੀ ਕਰਨਾ ਹੁੰਦਾ ਸਭ ਤੋਂ ਪਹਿਲਾਂ ਇਹਦੇ ਰੂਟ ਚੈੱਕ ਕਰਨੇ ਹੁੰਦੇ ਆ ਕਿ ਰੀਅਲ ਹੈ ਜਾਂ ਜੋ ਵੀ ਹੈ ਨਾ, ਠੀਕ ਹੈ ਜੀ। ਅਸੀਂ ਕੀ ਕਰਦੇ ਹੁੰਦੇ ਉਹਦੇ ਲਈ ਡਿਸਕ੍ਰਿਮੀਨੈਂਟ ਫਾਈਂਡ ਆਊਟ ਕਰਦੇ ਹੁੰਦੇ ਆ। ਡਿਸਕ੍ਰਿਮੀਨੈਂਟ ਦਾ ਫਾਰਮੂਲਾ ਕੀ ਹੈ b ਸਕੁਅਰ ਮਾਈਨਸ 4ac, ਠੀਕ ਹੈ ਜੀ। ਇਹ ਹੈਗੀ ਆਪਣੇ ਕੋਲ 2 b ਹੈਗਾ 1 ਐਂਡ c ਹੈਗੀ ਆ 4। ਵੈਲਿਊਜ਼ ਪੁੱਟ ਕਰ ਦੋ b ਦੀ ਜਗ੍ਹਾ ਤੇ 1 ਦਾ ਸਕੁਅਰ ਮਾਈਨਸ 4a ਦੀ ਜਗ੍ਹਾ ਤੇ 2 ਆ ਜਾਊਗਾ ਐਂਡ c ਦੀ ਵੈਲਿਊ ਕੀ ਹੈ ਆਪਣੇ ਕੋਲ 4 1 ਨੂੰ 1 ਨਾਲ ਮਲਟੀਪਲਾਈ ਕਰੋਗੇ 1 ਮਾਈਨਸ 4 ਨੂੰ 2 ਨਾਲ ਮਲਟੀਪਲਾਈ ਕੀਤੀ 8 ਐਂਡ 8 ਨੂੰ ਤੁਸੀਂ ਜਦੋਂ 4 ਨਾਲ ਮਲਟੀਪਲਾਈ ਕਰੋਗੇ ਰਿਜ਼ਲਟ ਕੀ ਆਏਗਾ 32। ਹੁਣ ਦੇਖੋ ਗ੍ਰੇਟਰ ਨੰਬਰ ਅੱਗੇ ਮਾਈਨਸ ਦਾ ਸਾਈਨ ਹੈ 32 ਦੇ ਵਿੱਚੋਂ 1 ਮਾਈਨਸ ਕਰਾਂਗੇ ਮਾਈਨਸ 31 ਆ ਗਿਆ, ਠੀਕ ਹੈ ਜੀ। ਇਟ ਮੀਨਸ ਕੀ ਹੋ ਗਿਆ ਹੈ ਆਪਣੇ ਕੋਲ ਜਿਹੜੇ ਦੇ ਰੂਟਸ ਹੋ ਗਏ ਉਹ ਕੀ ਆ ਗਏ ਨੈਗੇਟਿਵ ਆ ਗਏ। ਤਾਂ ਅਸੀਂ ਕੀ ਲਿਖਾਂਗੇ ਜਿਹੜੀ ਕੁਆਡਰੈਟਿਕ ਇਕੁਏਸ਼ਨ ਹੈ ਦੀ ਰੂਟਸ ਆਫ ਜਿਹੜੀ ਹੈਗੀ ਸਾਡੇ ਕੋਲੇ ਕੁਆਡਰੈਟਿਕ ਇਕੁਏਸ਼ਨ is not real, ठीक है जी। so its roots की होंगे does not, ठीक है जी, does not exist। ਇਹਦੇ ਜਿਹੜੇ ਰੂਟਸ ਨੇ ਉਹ ਐਗਜ਼ਿਸਟ ਨਹੀਂ ਕਰਨਗੇ ਕਿਉਂਕਿ ਸਾਡੇ ਕੋਲ ਕੀ ਆਏਗੀ ਜਿਹੜੀ ਸਾਡਾ ਡਿਸਕ੍ਰਿਮੀਨੈਂਟ ਦੀ ਵੈਲਿਊ ਕੀ ਆਏਗੀ ਨੈਗੇਟਿਵ ਆ ਗਈ। ਤਾਂ ਸਾਡੇ ਕੋਲ ਆਉਣੀ ਚਾਹੀਦੀ ਸੀ ਰੀਅਲ ਦੇ ਵਿੱਚ, ਠੀਕ ਹੈ ਜੀ, ਪੋਜ਼ਿਟਿਵ ਆਉਣੀ ਚਾਹੀਦੀ ਸੀ ਜਾਂ ਫਿਰ 0 ਆਉਣੀ ਚਾਹੀਦੀ ਸੀ रूट फाइंड आउट कर ली। बट हुण साडे कोल की हो गई ये नैगेटिव हो गई, ठीक है जी। तो ये अपना जिहड़ा सम है इत्थे खत्म हो गया। अगे नूं आपां सॉल्व नहीं कर सकते, इहदे रूट आपां फाइंड आउट नहीं कर सकते। इस साडा फर्स्ट क्वेश्चन दा फोर्थ पार्ट। हुण आपां चलदे हां नैक्सट सैकंड क्वेश्चन। हां जी नैक्सट अपने कोल हैगा सैकंड क्वेश्चन। देखो सैकंड क्वेश्चन च की कह रहे ने कहंदे फाइंड द रूट्स ऑफ द क्वाड्रेटिक इक्वेशंस बाय अप्लाइंग द क्वाड्रेटिक फार्मूला। ਅਸੀਂ ਨੇ जो भी ਸਾਡੇ ਕੋਲ क्वाड्रेटिक इक्वेशंस गिवन ने, ठीक है जी, उन्हां दे रूट्स फाइंड आउट करने ने किहड़े फार्मूले नाल क्वाड्रेटिक फार्मूले नाल, ठीक है।
ਹੁਣ ਜੋ ਵੀ ਸਾਡੇ कोल ਇਹ जो ਦਿੱਤੀ ਹੋਈ है क्वाड्रेटिक इक्वेशन ਦੀ जनरल फॉर्म की ਹੁੰਦੀ है ax² प्लस bx प्लस c = 0। ठीक है जी, ਇਹਦੀ जनरल फॉर्म ਹੁੰਦੀ है तो इस फॉर्म के अकॉर्डिंग अगर ਅਸੀਂ ਇਹਨਾਂ ਨੂੰ ਕੰਪੇਅਰ ਕਰੀਏ ਤਾਂ a ਦੀ ਵੈਲਿਊ ਆਪਣੇ ਕੋਲ ਹੋਗੀ 2 ਐਂਡ b ਦੀ ਵੈਲਿਊ ਹੋਗੀ -7 ਐਂਡ c ਦੀ ਵੈਲਿਊ 3 गिवन है। ठीक है जी, ਆਪਾਂ ਨੂੰ ਕੀ ਕਿਹਾ ਅਪਲਾਈ ਕਰਨਾ ਸੀ ਕੁਆਡਰੈਟਿਕ ਫਾਰਮੂਲਾ। ਹੁਣ ਕੁਆਡਰੈਟਿਕ ਫਾਰਮੂਲਾ ਕੀ ਹੁੰਦਾ y ਕੁਆਡਰੈਟਿਕ ਫਾਰਮੂਲਾ ਹੁੰਦਾ ਸਾਡੇ ਕੋਲ ਕਿ ਜੋ ਵੀ ਅਸੀਂ रूट फाइंड आउट करने ने x ਦੇ। ठीक है जी, x ਦੇ ਆਪਾਂ ਜਿਹੜੇ ਹੈਗੇ रूट्स फाइंड आउट करने ਤਾਂ ਆਪਣੇ ਕੋਲ ਕੀ ਹੋ ਗਿਆ x = -b + -b² - 4ac ਦਾ √ ਓਵਰ ਦੇ ਵਿੱਚ 2। ये अपना ਹੁੰਦਾ ਕੁਆਡਰੈਟਿਕ ਫਾਰਮੂਲਾ। ठीक है जी, ਹੁਣ ਇਸ ਅਕੋਰਡਿੰਗ ਫਾਰਮੂਲੇ ਦੇ ਵਿੱਚ ਆਪਾਂ ਆਪਣੀ ਵੈਲਿਊਜ਼ ਜਿਹੜੀਆਂ ਹੈਗੀਆਂ ਨੇ ਫਿਲ ਕਰਾਂਗੇ। ਹੁਣ v ਦੀ ਵੈਲਿਊ ਹੈਗੀ ਸਾਡੇ ਕੋਲੇ -7 ਮਾਈਨਸ ਇਹ ਵਾਲਾ ਫਾਰਮੂਲੇ ਵਾਲਾ ਐਂਡ ਉਸ ਤੋਂ ਬਾਅਦ -7। ठीक है जी, प्लस माइनस b ਦੀ ਵੈਲਿਊ 7 ਇਟ ਮੀਨਸ -7 ਦਾ ਸਕੁਅਰ -4 a ਦੀ ਵੈਲਿਊ ਆਪਣੇ ਕੋਲ ਹੈਗੀ 2 ਐਂਡ b ਦੀ ਵੈਲਿਊ ਹੈਗੀ ਆ 3 ਸੌਰੀ c ਦੀ ਵੈਲਿਊ ਹੈਗੀ 3 ਸਾਰੇ ਦਾ √ ਓਵਰ ਦੇ ਵਿੱਚ 2 एंड a ਦੀ वैल्यू हैगी है 2 फिल कर दो। ठीक है जी, इस तो बाद देखो माइनस माइनस प्लस हो गया प्लस का 7 आ गया तो उस बाद प्लस माइनस 2 साइन ने 7 का स्क्वायर 49 माइनस -4 ਨੂੰ 2 ਨਾਲ ਮਲਟੀਪਲਾਈ ਕਰਾਂਗੇ 8 ਐਂਡ 8 ਨੂੰ 3 ਨਾਲ ਮਲਟੀਪਲਾਈ ਕੀਤਾ 24 ਇਹਦਾ √ ਆ ਗਿਆ ਓਵਰ ਦੇ ਵਿੱਚ 2 ਨੂੰ 2 ਨਾਲ ਮਲਟੀਪਲਾਈ ਕੀਤਾ 4 ਆ ਗਿਆ। ठीक है जी, इज इक्वल टू x से चली जा रहे x की आ गया साडे कोले 7 प्लस माइनस 49 ਦੇ ਵਿੱਚੋਂ 24 माइनस करांगे 25 ਦਾ रूट आ गया ओवर ਦੇ ਵਿੱਚ 4 आ गया। ठीक है जी, x ਤਾਂ ਕੀ ਆ ਗਿਆ साडे कोले प्लस माइनस 25 ਦਾ रूट 5 आ गया इज इक्वल टू 4। ਇੱਕ ਵਾਰ ਅਸੀਂ ਇਹਨੂੰ ਪਲੱਸ ਰੱਖਾਂਗੇ ਇੱਕ ਵਾਰ ਅਸੀਂ ਮਾਈਨਸ ਹੀ ਰੱਖਾਂਗੇ। ਤੁਸੀਂ ਕਿਸੇ ਵੀ ਮੈਥਡ ਨਾਲ ਫਾਰਮੂਲਾ ਜਿਹੜਾ ਹੈਗਾ ਫਾਈਂਡ ਆਊਟ ਕਰੋ रूट तो ਤੁਹਾਡਾ ਆਨਸਰ ਜਿਹੜਾ ਹੈਗਾ ਉਹ ਹਮੇਸ਼ਾ ਸੇਮ ਹੀ ਆਊਗਾ। ਜੇ ਤੁਸੀਂ ਪਰਫੈਕਟ ਸਕੁਅਰ ਨਾਲ ਕਰੋ ਜਾਂ ਫਿਰ ਕੁਆਡਰੈਟਿਕ ਨਾਲ ਕਰੋ ਆਨਸਰ ਹਮੇਸ਼ਾ ਕੀ ਆਊਗਾ ਇਕੁਅਲ ਆਊਗਾ। x ਪਲੱਸ ਕਰੋਗੇ 7 ਦੇ ਵਿੱਚ 5 ਪਲੱਸ ਕੀਤਾ ਰਿਜ਼ਲਟ ਕੀ ਆ ਗਿਆ 12 ਓਵਰ 4 7 ਦੇ ਵਿੱਚੋਂ 5 ਮਾਈਨਸ ਕਰਾਂਗੇ 2 ਓਵਰ 4 ਆ ਗਿਆ ਕੈਂਸਲ ਕਰੋ 3 ਐਂਡ 1 ਓਵਰ 2 ਤਾਂ ਸਾਡੇ ਕੋਲੇ ਰੂਟ ਦੇਖੋ ਕੀ ਆ ਗਈ 3 ਐਂਡ 1 ਓਵਰ 2 ਆਪਣਾ ਕੀ ਆਨਸਰ। ਜਦੋਂ ਅਸੀਂ ਇਹੀ ਸਮ ਜਿਹੜਾ ਹੈਗਾ परफेक्ट स्क्वायर मैथड नाल कीता सी तां भी साडे कोले रूट सेम आए सी। हुण असीं क्वाड्रैटिक फार्मूले दे अकॉर्डिंग कीता तां भी अपने कोले जिहड़े रूट हैगे ने सेम आए ने। ठीक है जी, इस साडा सैकंड क्वेश्चन दा फर्स्ट पार्ट। हुण आपां चलदे हां नैक्सट सैकंड पार्ट। हाँ जी, नैक्सट अपने कोल हैगा सैकंड क्वेश्चन दा सैकंड पार्ट। देखो सैकंड पार्ट दे विच अपने कोले क्वाड्रैटिक इक्वेशन गिवन है 2x² + x - 4 = 0। ठीक है जी, आपां इन्हां दी जनरल फॉर्म राइट करांगे ax² + bx + c = 0। तो कंपेयर करो a की वैल्यू होगी 2 एंड b की वैल्यू साडे कोल होगी इत्थे कुछ भी ना हो तो ਅਸੀਂ 1 राइट कर लेने हैं b की वैल्यू 1 होगी एंड c की वैल्यू अपने कोल होगी -4। ठीक है जी, हुण साडे कोल जेड़ा हैगा क्वाड्रैटिक फार्मूला किहदे कोल हुंदा x = -b + -b² - 4ac ਇਹਦਾ √ ਓਵਰ 2a वैल्यूज पुट करो। देखो हुण b की जगह ते आ गया अपने कोले 1 प्लस माइनस b² मीन्स 1 का स्क्वायर हो गया -4 4 a की वैल्यू होगी 2 एंड b की वैल्यू अपने को की होगी माइनस c की वैल्यू -4 सारे का √ ओवर की आ गया अपने को 2 a की वैल्यू हैगी 2। ठीक है जी, इस तो देखो -1 एज इट रह जाऊगा प्लस माइनस इस तरीके 1 ਨੂੰ 1 ਨਾਲ मल्टीप्लाई करेंगे आप 1 आ जाऊगा माइनस माइनस प्लस 4 ਨੂੰ 2 ਨਾਲ ਮਲਟੀਪਲਾਈ ਕੀਤੀ 8 ਐਂਡ 8 ਨੂੰ ਅਸੀਂ 4 ਨਾਲ ਮਲਟੀਪਲਾਈ ਕਰਾਂਗੇ 4 ਨੂੰ 2 ਨਾਲ ਮਲਟੀਪਲਾਈ ਕੀਤੀ 8 ਐਂਡ 8 ਨੂੰ 2 ਨਾਲ ਮਲਟੀਪਲਾਈ ਕਰਾਂਗੇ 32 ਆ ਗਿਆ प्लस ओवर ਦੇ ਵਿੱਚ ਆਪਣੇ ਕੋਲੇ 2 ਨੂੰ 2 ਨਾਲ ਮਲਟੀਪਲਾਈ ਕੀਤੀ 4 ਆ ਗਿਆ। ਠੀਕ ਹੈ ਜੀ, ਨੈਕਸਟ ਤਾਂ x = माइनस प्लस माइनस प्लस ਕਰਾਂਗੇ 33 ओवर 4 ਤੇ ਸੀਗਾ -1 प्लस माइनस ਜਿਹੜਾ ਹੈਗਾ √ 33 ਹੋ ਗਿਆ 1 ਦੇ ਵਿੱਚ 32 ਦੇ ਵਿੱਚ 1 ਐਡ ਕਰਾਂਗੇ 33 ਹੋ ਗਿਆ ਓਵਰ ਦੇ ਵਿੱਚ 4। ਹੁਣ ਦੇਖੋ ਇੱਥੇ ਆਪਣੇ ਕੋਲੇ ਪਲੱਸ ਮਾਈਨਸ ਦਾ ਸਾਈਨ ਹੈ ਇੱਕ ਵਾਰ ਆਪਾਂ ਕੀ ਕਰਾਂਗੇ ਆਪਣੇ ਰੂਟ ਨੂੰ ਪੋਜ਼ਿਟਿਵ ਰੱਖਾਂਗੇ ਇੱਕ ਵਾਰ ਨੈਗੇਟਿਵ ਰੱਖਾਂਗੇ ਤਾਂ x ਦੀ ਵੈਲਿਊ ਸਾਡੇ ਕੋਲੇ ਕੀ ਆ ਜਾਊਗੀ -1 प्लस माइनस √ 33 ਓਵਰ 4 ਐਂਡ ਇੱਕ ਆਪਣੇ ਕੋਲੇ x ਦੀ ਵੈਲਿਊ ਆ ਜਾਊਗੀ -1
प्लस लै लो, एक बार इनू माइनस लै लो, 33/4 ਤੇ ਆਪਣੇ ਕੋਲ ਕੀ ਹੋ ਗਿਆ ਰੂਟਸ ਆ ਗਏ ਜੋ ਅਸੀਂ ਫਾਈਂਡ ਆਊਟ ਕਰਨੇ ਸੀ। ਠੀਕ ਹੈ ਜੀ, ਇਹ ਸੀਗਾ ਸਾਡਾ ਸੈਕੰਡ ਕੁਐਸਚਨ ਦਾ ਸੈਕੰਡ ਪਾਰਟ। ਹੁਣ ਆਪਾਂ ਚੱਲਦੇ ਹਾਂ ਨੈਕਸਟ ਥਰਡ ਪਾਰਟ। ਹਾਂਜੀ, ਨੈਕਸਟ ਆਪਣੇ ਕੋਲ ਹੈਗਾ ਸੈਕੰਡ ਕੁਐਸਚਨ ਦਾ ਥਰਡ ਪਾਰਟ। ਥਰਡ ਪਾਰਟ ਦੇ ਵਿੱਚ ਦੇਖੋ ਸਾਨੂੰ ਕੁਆਡਰੈਟਿਕ ਇਕੁਏਸ਼ਨ ਗਿਵਨ ਹੈ। ਠੀਕ ਹੈ ਜੀ, ਆਪਾਂ ਇਹਦੀ ਜਨਰਲ ਇਕੁਏਸ਼ਨ ਰਾਈਟ ਕਰਾਂਗੇ ax² bx c 0। ਤਾਂ ਫਿਰ ਇੱਥੋਂ ਆਪਣੇ ਕੋਲ a ਦੀ ਵੈਲਿਊ ਹੋਗੀ 4 ਐਂਡ b ਦੀ ਵੈਲਿਊ ਹੋਗੀ 4/3 ਐਂਡ c ਦੀ ਵੈਲਿਊ ਹੈਗੀ ਆਪਣੇ ਕੋਲ 3। ਠੀਕ ਹੈ ਜੀ, ਤਾਂ ਆਪਣੇ ਕੋਲ ਜਿਹੜਾ ਕੁਆਡਰੈਟਿਕ ਫਾਰਮੂਲਾ ਹੁੰਦਾ, ਕੁਆਡਰੈਟਿਕ ਫਾਰਮੂਲਾ ਕੀ ਹੁੰਦਾ -b plus -b² - 4ac ਇਹਦਾ ਅੰਡਰਰੂਟ ਓਵਰ ਦੇ ਵਿੱਚ 2a। ਠੀਕ ਹੈ ਜੀ, ਹੁਣ ਦੇਖੋ v ਦੀ ਵੈਲਿਊ ਹੈਗੀ ਸਾਡੇ ਕੋਲ 4/3 ਮਾਈਨਸ 4/3 ਹੋਗੀ ਪਲੱਸ ਮਾਈਨਸ b² 4/3 ਦਾ ਸਕੁਅਰ ਕਰਾਂਗੇ ਮਾਈਨਸ 4 a ਦੀ ਵੈਲਿਊ ਆਪਣੇ ਕੋਲ 4 ਹੈ ਐਂਡ c ਦੀ ਵੈਲਿਊ ਹੈਗੀ ਹੈ 3 ਪੂਰੇ ਦਾ ਅੰਡਰਰੂਟ ਓਵਰ ਦੇ ਵਿੱਚ 2a ਦੀ ਵੈਲਿਊ ਆਪਣੇ ਕੋਲ ਹੈਗੀ ਆ 4। ਠੀਕ ਹੈ ਜੀ, ਹੁਣ ਦੇਖੋ -4/3 ਪਲੱਸ ਮਾਈਨਸ ਮਲਟੀਪਲਾਈ ਕਰੋ। देखो 4/3 ਨੂੰ 4/3 ਨਾਲ ਮਲਟੀਪਲਾਈ ਕਰਾਂਗੇ। ਠੀਕ ਹੈ ਨਾ, 4/3 ਮਲਟੀਪਲਾਈ 4/3। ਠੀਕ ਹੈ ਜੀ, 4 ਨੂੰ 4 ਨਾਲ ਮਲਟੀਪਲਾਈ ਕੀਤਾ 16 ਆ ਗਿਆ ਐਂਡ √3 ਨੂੰ ਜਦੋਂ √3 ਨਾਲ ਮਲਟੀਪਲਾਈ ਕਰਾਂਗੇ ਤਾਂ √ ਕੈਂਸਲ ਹੋ ਜਾਊਗਾ, ਆਪਣੇ ਕੋਲ ਬਚਿਆ 3 ਐਂਡ 16 ਨੂੰ 3 ਨਾਲ ਮਲਟੀਪਲਾਈ ਕਰਾਂਗੇ ਤਾਂ ਆਪਣੇ ਕੋਲ ਰਿਜ਼ਲਟ ਕੀ ਆ ਗਿਆ 48। तो इट मीन्स इतने से लिखांगे 48 माइनस 4 ਨੂੰ 4 ਨਾਲ ਮਲਟੀਪਲਾਈ ਕੀਤੀ 16 ਨੂੰ 3 ਨਾਲ ਮਲਟੀਪਲਾਈ ਕਰਾਂਗੇ 48। ਤਾਂ ਓਵਰ ਦੇ ਵਿੱਚ ਕੀ ਆ ਗਿਆ ਆਪਣੇ ਕੋਲ 8 4 ਨੂੰ 2 ਨਾਲ ਮਲਟੀਪਲਾਈ ਕਰਾਂਗੇ। ਹੁਣ ਇੱਥੇ ਕੀ ਆ ਗਿਆ -√3 ਪਲੱਸ -48 ਦੇ ਵਿੱਚੋਂ 48 ਮਾਈਨਸ ਕਰਾਂਗੇ 0 ਆ ਗਿਆ 8 ਆ ਗਿਆ। ਠੀਕ ਹੈ ਜੀ, ਇਟ ਮੀਨਸ ਤਾਂ ਸਾਡੇ ਕੋਲ x ਦੀ ਜਿਹੜੀ ਵੈਲਿਊ ਹੈਗੀ ਆ ਕੀ ਆ ਗਈ -4/3 ਓਵਰ 8। ठीक है जी, तो x की वैल्यू कैंसिल करांगे थे 2 -√3 और दोनों बार अपने को नेगेटिव दे विच ही होगा, दोनों रूट्स की होंगे साडे कोले -√3/2 एंड -√3/2। ठीक है जी, ये सीगा साडा थर्ड पार्ट। हुण आपां चेक कर लेना नेक्स्ट फोर्थ पार्ट। ठीक है जी, फोर्थ पार्ट चेक करो। देखो फोर्थ पार्ट दे विच अपने कोले a अगर असीं कंपेयर करिए a होगी 2 एंड b साडे कोले हैगी 1 एंड c हैगी 4। क्वाड्रेटिक फार्मूला -b प्लस माइनस b² माइनस 4ac द अंडरूट हो गया ओवर 2 है। ठीक है जी, हम माइनस b दी वैल्यू हैगी 1 प्लस माइनस b दा स्क्वायर 1 दा स्क्वायर माइनस। ठीक है जी, 4 a दी वैल्यू 2 है एंड c दी वैल्यू अपने कोले 4 है, सारे दा अंडरूट आ गया ओवर दे विच 2 है मींस 2 ਨੂੰ 2 ਨਾਲ ਮਲਟੀਪਲਾਈ ਕਰਾਂਗੇ। ठीक है जी, -1 प्लस -1 पूरे ਨੂੰ ਮਲਟੀਪਲਾਈ ਕਰਾਂਗੇ 4 ਨੂੰ 2 ਨਾਲ ਮਲਟੀਪਲਾਈ ਕੀਤਾ 8 ਐਂਡ 8 ਨੂੰ ਅਸੀਂ 4 ਨਾਲ ਮਲਟੀਪਲਾਈ ਕਰਾਂਗੇ 32 ਓਵਰ 4। ਦੇਖੋ ਮਾਈਨਸ ਪਲੱਸ ਮਾਈਨਸ ਕਰਾਂਗੇ ਮਾਈਨਸ ਆਪਣੇ ਕੋਲੇ 31 ਆ ਗਿਆ। ਜਦੋਂ ਵੀ ਸਾਡੇ ਕੋਲੇ ਜਿਹੜਾ ਹੈਗਾ ਰੂਟ ਦੇ ਵਿੱਚ ਵੈਲਿਊ ਮਾਈਨਸ ਨੈਗੇਟਿਵ ਦੇ ਵਿੱਚ ਆ ਜਾਏ ਤਾਂ ਉਹਦੇ ਅੱਗੇ ਰੂਟ ਪੋਸੀਬਲ ਨਹੀਂ ਹੈਗੇ। ਇਟ ਮੀਨਸ ਆਪਣੇ ਕੋਲੇ ਜਿਹੜੇ ਇਹਦੇ ਰੂਟ ਹੈ ਨਾਟ ਰੀਅਲ ਹੋਗੀ। ਠੀਕ ਹੈ ਜੀ, ਤਾਂ ਆਪਾਂ ਅੱਗੇ ਜਿਹੜੇ ਹੈਗੇ ਆ ਰੂਟ ਇਹਦੇ ਫਾਈਂਡ ਆਊਟ ਨਹੀਂ ਕਰ ਸਕਦੇ ਤੇ ਇਹਦੇ ਰੂਟ ਕੀ ਹੋ ਜਾਣਗੇ ਡਸ ਨਾਟ ਐਗਜ਼ਿਸਟ। ਠੀਕ ਹੈ ਜੀ, ਡਸ ਨਾਟ ਐਗਜ਼ਿਸਟ ਅਸੀਂ ਫਾਈਂਡ ਆਊਟ ਨਹੀਂ ਕਰ ਸਕਦੇ। ਜਦੋਂ ਵੀ ਸਾਡੇ ਕੋਲੇ ਅੰਡਰਰੂਟ ਦੇ ਵਿੱਚ ਨੈਗੇਟਿਵ ਆ ਜਾਏ ਨੰਬਰ ਤਾਂ ਆਪਾਂ ਅੱਗੇ ਨਹੀਂ ਫਾਈਂਡ ਆਊਟ ਕਰ ਸਕਦੇ। ਠੀਕ ਹੈ ਜੀ, ਇਹ ਸੀਗਾ ਸਾਡਾ ਸੈਕੰਡ ਕੁਐਸਚਨ। ਹੁਣ ਆਪਾਂ ਚੱਲਦੇ ਹਾਂ ਨੈਕਸਟ ਥਰਡ ਕੁਐਸਚਨ। ਹਾਂਜੀ, ਨੈਕਸਟ ਆਪਣੇ ਕੋਲ ਹੈਗਾ ਥਰਡ ਕੁਐਸਚਨ। ਦੇਖੋ ਥਰਡ ਕੁਐਸਚਨ 'ਚ ਕੀ ਕਹਿ ਰਹੇ ਨੇ, ਕਹਿੰਦੇ ਫਾਈਂਡ ਦਾ ਰੂਟਸ ਆਫ ਦਾ ਫੋਲੋਇੰਗ ਇਕੁਏਸ਼ਨਸ। ਜੋ ਵੀ ਸਾਨੂੰ ਇਕੁਏਸ਼ਨਸ ਦਿੱਤੀਆਂ ਹੋਈਆਂ ਨੇ ਆਪਾਂ ਇਹਨਾਂ ਦੇ ਰੂਟਸ ਫਾਈਂਡ ਆਊਟ ਕਰਨੇ ਨੇ। ਠੀਕ ਹੈ ਜੀ, ਹੁਣ ਦੇਖੋ ਆਪਾਂ ਨੂੰ ਇਕੁਏਸ਼ਨ ਦਿੱਤੀ ਹੋਈ ਹੈ, ਪਹਿਲਾਂ ਆਪਾਂ ਇਹਨੂੰ ਕੁਆਡਰੈਟਿਕ ਇਕੁਏਸ਼ਨ ਦੇ ਵਿੱਚ ਲੈ ਕੇ ਆਵਾਂਗੇ। ਜੋ ਵੀ ਇਕੁਏਸ਼ਨ ਗਿਵਨ ਹੈ ਇਹਨੂੰ ਆਪਾਂ ਜਿਹੜਾ ਹੈਗਾ ਚੇਂਜ ਕਰਾਂਗੇ ਕੁਆਡਰੈਟਿਕ ਇਕੁਏਸ਼ਨਸ। ਕੁਆਡਰੈਟਿਕ ਇਕੁਏਸ਼ਨ ਚੇਂਜ ਕਰਨ ਲਈ ਕੀ ਕਰਾਂਗੇ, ਦੇਖੋ ਫਸਟ ਪਾਰਟ ਦਾ ਸੋਲੂਸ਼ਨ ਅਗਰ ਮੈਂ ਇੱਥੇ ਡਿਨੋਮੀਨੇਟਰ ਦੇ ਵਿੱਚ 1 ਲੈ ਲਾਂ। ਠੀਕ ਹੈ ਜੀ, ਐਂਡ 1 ਐਂਡ x ਦਾ ਐਲਸੀਐਮ ਲਈਏ 1 ਐਂਡ x ਦਾ ਐਲਸੀਐਮ x ਆ ਗਿਆ। ਠੀਕ ਹੈ ਜੀ, ਐਂਡ ਇਹਨਾਂ ਦੀ ਆਪਣੇ ਕੋਲ ਕ੍ਰਾਸ ਮਲਟੀਪਲਾਈ ਹੋ ਜੂਗੀ। ਕ੍ਰਾਸ ਮਲਟੀਪਲਾਈ ਕਿਵੇਂ, x ਨੂੰ x ਨਾਲ ਮਲਟੀਪਲਾਈ ਕਰਾਂਗੇ x ਸਕੁਅਰ एंड 1 ਨੂੰ 1 ਨਾਲ ਮਲਟੀਪਲਾਈ ਕਰਾਂਗੇ 1 ਸਾਈਨ ਮਾਈਨਸ ਹੈ ਤਾਂ ਮਾਈਨਸ ਦਾ ਸਾਈਨ ਹੋਗਾ ਐਂਡ 1 ਨੂੰ 1 ਨਾਲ ਮਲਟੀਪਲਾਈ ਕੀਤੀ 1 ਆ ਗਿਆ ਇਜ਼ ਇਕੁਅਲ ਟੂ 3 ਦੇ ਡਿਨੋਮੀਨੇਟਰ ਦੇ ਵਿੱਚ ਵੀ ਅਗਰ ਮੈਂ 1 ਲੈ ਲਾਂ। ਠੀਕ ਹੈ ਜੀ, ਅਗਰ ਡਿਨੋਮੀਨੇਟਰ ਦੇ ਵਿੱਚ ਆਪਣੇ ਕੋਲ ਕੁਝ ਵੀ ਨਾ ਦਿੱਤਾ ਹੋਵੇ ਤਾਂ ਆਪਾਂ ਆਪਣੇ ਕੋਲੋਂ 1 ਲੈ ਲੈਣੇ ਹੁੰਦੇ ਆ। ਇਸ ਤੋਂ ਦੁਬਾਰਾ ਅਗੇਨ ਆਪਾਂ ਇਹਨਾਂ ਦੀ ਕ੍ਰਾਸ ਮਲਟੀਪਲਾਈ ਕਰਾਂਗੇ x ਸਕੁਅਰ ਮਾਈਨਸ 1 ਨੂੰ 1 ਨਾਲ ਮਲਟੀਪਲਾਈ ਕਰਾਂਗੇ ਐਜ਼ ਇਟ ਇਜ਼ ਆ ਜਾਊਗਾ ਕਿਉਂਕਿ 1 ਨੂੰ ਅਸੀਂ ਕਿਸੇ ਵੀ ਨੰਬਰ ਨਾਲ ਮਲਟੀਪਲਾਈ ਕਰ ਦਈਏ ਉਹ ਐਜ਼ ਇਟ ਇਜ਼ ਰਹਿ ਜਾਂਦਾ। ਉਸ ਤੋਂ ਬਾਅਦ 3 ਨੂੰ ਅਸੀਂ x ਨਾਲ ਮਲਟੀਪਲਾਈ ਕਰਾਂਗੇ 3x ਆ ਗਿਆ। ਠੀਕ ਹੈ ਜੀ,
ਹੁਣ ਦੇਖੋ ਕੁਆਡਰੈਟਿਕ ਇਕੁਏਸ਼ਨਸ ਬਣਾਉਣ ਲਈ ਪਹਿਲਾਂ ਕੀ ਹੁੰਦਾ ਆਪਣੇ ਕੋਲੇ ਜਨਰਲ ਫਾਰਮ ax² + bx + c। ਇਟ ਮੀਨਸ ਪਹਿਲਾਂ ਸਕੇਅਰ ਵਾਲੀ ਟਰਮ, ਫਿਰ ਸਾਡੇ ਕੋਲੇ ਸਕੇਅਰ ਡਿਸੈਂਡਿੰਗ ਆਰਡਰ ਦੇ ਵਿੱਚ ਪਾਵਰ ਨੂੰ ਲੈਣੇ ਆ ਨਾ ਆਪਾਂ, ਤੇ ਫਿਰ ਆਪਾਂ ਇੱਥੇ ਕੀ ਲਿਖਾਂਗੇ x²। ਇਸ ਤੋਂ ਬਾਅਦ ਆਪਾਂ ਨੂੰ ਪਾਵਰ 1 ਵਾਲੀ ਚਾਹੀਦੀ ਹੈ ਤੇ ਆਪਣੇ ਕੋਲੇ ਪੋਜ਼ਿਟਿਵ ਸੀ, ਜਦੋਂ ਇਸ ਨੂੰ ਲੈਫਟ ਸਾਈਡ ਤੇ ਲੈ ਕੇ ਆਵਾਂਗੇ ਨੈਗੇਟਿਵ ਹੋ ਜਾਊਗਾ, -1 = 0। ਠੀਕ ਹੈ ਜੀ। ਹੁਣ ਇਹ ਸਾਡੀ ਹੋ ਗਈ ਕੁਆਡਰੈਟਿਕ ਇਕੁਏਸ਼ਨ। ਕੁਆਡਰੈਟਿਕ ਇਕੁਏਸ਼ਨ ਦੀ ਜਨਰਲ ਫਾਰਮ ਹੁੰਦੀ ਹੈ ax² + bx + c = 0। ਠੀਕ ਹੈ ਜੀ। ਤਾਂ ਹੁਣ ਇੱਥੋਂ ਆਪਣੇ ਕੋਲੇ a ਆ ਗਈ, ਕੁਛ ਵੀ ਨਹੀਂ ਹੈਗਾ ਤਾਂ 1 ਲੈ ਲਾਂਗੇ, 1 ਹੋ ਗਈ, ਐਂਡ b ਆਪਣੇ ਕੋਲੇ -3 ਹੋ ਗਈ, ਐਂਡ c ਹੋ ਗਈ -1। ਤਾਂ ਸਾਡੇ ਕੋਲੇ ਕੁਆਡਰੈਟਿਕ ਜਿਹੜਾ ਹੈਗਾ ਰੂਟਸ ਫਾਈਂਡ ਆਊਟ ਕਰਨ ਦਾ ਕੁਆਡਰੈਟਿਕ ਜਿਹੜਾ ਹੈਗਾ ਫਾਰਮੂਲਾ ਸੀਗਾ। ਕੁਆਡਰੈਟਿਕ ਫਾਰਮੂਲਾ ਕੀ ਸੀਗਾ ਆਪਣੇ ਕੋਲੇ ਸੀ x = -b + -b² - 4ac ਓਵਰ √2 ਓਵਰ ਦੇ ਵਿੱਚ ਸੀਗਾ ਸਾਡੇ ਕੋਲੇ 2a। ਠੀਕ ਹੈ ਜੀ। ਆਪਾਂ ਹੁਣ ਆਪਣੇ ਜਿਹੜੇ ਫਾਰਮੂਲੇ ਦੇ ਵਿੱਚ ਵੈਲਿਊਜ਼ ਪੁੱਟ ਕਰਾਂਗੇ। ਦੇਖੋ b ਦੀ ਜਗ੍ਹਾ ਤੇ ਕੀ ਹੋਊਗਾ ਆਪਣੇ ਕੋਲੇ -3। ਠੀਕ ਹੈ ਜੀ। -3 ਆ ਗਿਆ, ਪਲੱਸ b ਦੀ ਜਗ੍ਹਾ ਤੇ -3 ਦਾ ਸਕੁਅਰ। ਠੀਕ ਹੈ ਜੀ। -3 ਦਾ ਸਕੁਅਰ -4, a ਦੀ ਵੈਲਿਊ ਹੈਗੀ ਆ 1 ਐਂਡ b ਦੀ ਵੈਲਿਊ ਹੈਗੀ ਸਾਡੇ ਕੋਲੇ -1, ਸਾਰੀ ਦਾ √2, a ਦੀ ਵੈਲਿਊ 1 ਹੈ। ਚਲੋ ਸੋਲਵ ਕਰੋ ਤੇ x ਦੀ ਵੈਲਿਊ ਕੀ ਹੋਊਗੀ, x = ਪਲੱਸ ਹੋ ਗਿਆ, ਮਾਈਨਸ ਨਾਲ ਮਲਟੀਪਲਾਈ ਕੀਤੀ, ਪਲੱਸ ਆਪਣੇ ਕੋਲ 3 ਰਹਿ ਗਿਆ, ਪਲੱਸ ਮਾਈਨਸ। ਹੁਣ 3 ਨੂੰ 3 ਨਾਲ ਮਲਟੀਪਲਾਈ ਕਰਾਂਗੇ 9 ਆ ਗਿਆ। ਠੀਕ ਹੈ ਜੀ। ਮਾਈਨਸ ਪਲੱਸ ਹੋ ਗਿਆ, 4 ਨੂੰ 1 ਨਾਲ ਮਲਟੀਪਲਾਈ ਕੀਤੀ 4 ਐਂਡ ਅਪੋਨ ਦੇ ਵਿੱਚ 2 ਨੂੰ 1 ਨਾਲ ਮਲਟੀਪਲਾਈ ਕਰਾਂਗੇ 2 ਆ ਗਿਆ। ਤਾਂ ਸਾਡੇ ਕੋਲ ਕੀ ਬਣਿਆ ਇਹ 3 ਪਲੱਸ ਕਰਾਂਗੇ 13 ਓਵਰ 2। ਹੁਣ ਦੇਖੋ 13 ਤਾਂ ਕਿਸੇ ਦਾ ਵੀ ਰੂਟ ਨਹੀਂ ਹੁੰਦਾ ਤੇ ਆਪਣੇ ਕੋਲ ਐਜ਼ ਇਟ ਇਜ਼ ਇਸੇ ਤਰੀਕੇ ਨਾਲ ਰਹਿ ਜਾਊਗਾ। ਤਾਂ ਆਪਣੇ ਕੋਲ ਜਿਹੜੀ x ਦੀ ਵੈਲਿਊ ਆ ਇੱਕ ਵਾਰ ਅਸੀਂ ਪਲੱਸ ਲਿਖ ਦਾਂਗੇ √13 ਓਵਰ 2 ਐਂਡ ਇੱਕ ਵਾਰ ਸਾਡੇ ਕੋਲ x ਦੀ ਵੈਲਿਊ ਕੀ ਆ ਜਾਊਗੀ 13 √13 ਓਵਰ 2। ਠੀਕ ਹੈ ਜੀ। ਇਹ ਸਾਡੇ ਰੂਟਸ ਨੇ ਜੋ ਅਸੀਂ ਫਾਈਂਡ ਆਊਟ ਕਰਨੇ ਸੀਗੇ। ਇਹ ਸੀਗਾ ਸਾਡਾ ਫਸਟ ਪਾਰਟ। ਹੁਣ ਆਪਾਂ ਚੈੱਕ ਕਰਦੇ ਹਾਂ ਨੈਕਸਟ ਸੈਕੰਡ ਪਾਰਟ। ਸੈਕੰਡ ਪਾਰਟ ਵਿੱਚ ਵੀ ਅਸੀਂ ਆਪਣੇ ਵੇਰੀਏਬਲ ਜਿਹੜੀ ਹੈਗੀ x ਦੀ ਵੈਲਿਊ ਫਾਈਂਡ ਆਊਟ ਕਰਨੀ ਹੈ। ਠੀਕ ਹੈ ਜੀ। ਹੁਣ ਸਾਨੂੰ ਜੋ ਇਕੁਏਸ਼ਨ ਦਿੱਤੀ ਹੈ ਉਹ ਕੁਆਡਰੈਟਿਕ ਇਕੁਏਸ਼ਨ ਦੀ ਫਾਰਮ ਵਿੱਚ ਹੈ ਨਹੀਂਗੀ। ਆਪਾਂ ਇਹਨੂੰ ਪਹਿਲਾਂ ਜਿਹੜੀ ਸਾਡੇ ਕੋਲ ਇਕੁਏਸ਼ਨ ਗਿਵਨ ਹੈ ਅਸੀਂ ਇਹਨੂੰ ਕੁਆਡਰੈਟਿਕ ਇਕੁਏਸ਼ਨ ਦੀ ਫਾਰਮ ਦੇ ਵਿੱਚ ਲੈ ਕੇ ਆਵਾਂਗੇ। ਠੀਕ ਹੈ ਜੀ। ਹੁਣ ਦੇਖੀਏ ਅਗਰ ਪਹਿਲਾਂ ਦੀ ਤਰ੍ਹਾਂ ਆਪਾਂ ਨੂੰ ਕੀ ਦਿੱਤਾ, ਦੇਖੋ ਇਹਦੇ ਚ 1 ਓਵਰ x + 4। ਠੀਕ ਹੈ ਜੀ। -1 ਓਵਰ x - 7 = 11 ਓਵਰ 30। ਸਭ ਤੋਂ ਪਹਿਲਾਂ ਅਸੀਂ ਕੀ ਕਰੀਏ, ਅਗਰ x + 4 ਐਂਡ x - 7 ਦਾ ਜਿਹੜਾ ਹੈਗਾ ਐਲਸੀਐਮ ਲੈ ਲਈਏ। ਸੈਕਿੰਡ ਪਾਰਟ ਦਾ ਸੋਲੂਸ਼ਨ ਕੀ ਆ ਜਾਊਗਾ ਫਿਰ ਆਪਣੇ ਕੋਲੇ, ਦੇਖੋ ਇਹਦਾ ਐਲਸੀਐਮ। ਸੈਕਿੰਡ ਪਾਰਟ ਦਾ ਐਲਸੀਐਮ ਕੀ ਆ ਗਿਆ x + 4 ਐਂਡ x - 7। ਇਹ ਸਾਡੇ ਕੋਲੇ ਐਲਸੀਐਮ ਆ ਗਿਆ ਤੇ ਇਹਨਾਂ ਦੀ ਕ੍ਰਾਸ ਮਲਟੀਪਲਾਈ ਹੋ ਜੂਗੀ। ਠੀਕ ਹੈ ਜੀ। 1 ਨੂੰ ਮਲਟੀਪਲਾਈ ਹੋ ਜੂਗੀ x - 7 ਨਾਲ, ਮਾਈਨਸ ਦਾ ਸਾਈਨ ਹੈ, ਫਿਰ ਇਹ ਵਾਲੇ 1 ਨੂੰ x + 4 ਨਾਲ ਮਲਟੀਪਲਾਈ ਹੋ ਗਈ = 11 ਓਵਰ 30। ਠੀਕ ਹੈ ਜੀ। ਹੁਣ ਦੇਖੋ x - 7 ਮਾਈਨਸ ਨੂੰ ਪੂਰੀ ਬ੍ਰੈਕਟ ਨਾਲ ਮਲਟੀਪਲਾਈ ਕਰਾਂਗੇ ਅਸੀਂ ਤਾਂ ਦੋਨੋਂ ਸਾਈਨ ਆਪਣੇ ਕੋਲੇ ਮਾਈਨਸ ਹੋ ਜਾਣਗੇ, x ਵੀ ਮਾਈਨਸ ਐਂਡ 4 ਵੀ ਮਾਈਨਸ ਆ, ਅਪੋਨ x ਨੂੰ x ਨਾਲ ਮਲਟੀਪਲਾਈ ਕਰਨੀ ਹੈ। ਹੁਣ ਆਪਾਂ ਨੇ ਸਾਰੀ ਟਰਮ ਨੂੰ ਹੈਗੀ ਹੈ ਆਪਸ ਦੇ ਵਿੱਚ ਮਲਟੀਪਲਾਈ ਕਰਨੀ ਹੈ ਤਾਂ ਉਹਦੇ ਲਈ ਕੀ ਕਰਨਾ, ਪਹਿਲਾਂ ਅਸੀਂ x ਨੂੰ ਸਾਰੀ ਇਹ ਵਾਲੀ ਟਰਮ ਨਾਲ ਮਲਟੀਪਲਾਈ ਕਰਾਂਗੇ ਐਂਡ 4 ਨੂੰ ਇਹ ਵਾਲੇ ਸਾਰੇ ਫੈਕਟਰ ਨਾਲ ਮਲਟੀਪਲਾਈ ਕਰਾਂਗੇ। ਠੀਕ ਹੈ ਜੀ। ਹੁਣ x ਨੂੰ x ਨਾਲ ਮਲਟੀਪਲਾਈ ਕੀਤੀ, x ਸਕੁਅਰ ਆ ਗਿਆ। ਠੀਕ ਹੈ। ਫਿਰ x ਨੂੰ -7 ਨਾਲ ਮਲਟੀਪਲਾਈ ਕਰਾਂਗੇ -7x ਆ ਗਿਆ। ਫਿਰ 4 ਨੂੰ x ਨਾਲ ਮਲਟੀਪਲਾਈ ਕੀਤੀ +4x ਆ ਗਿਆ, ਪਲੱਸ -4 ਨੂੰ 7 ਨਾਲ ਮਲਟੀਪਲਾਈ ਕਰਾਂਗੇ 28 = 11 ਓਵਰ 30। ਹੁਣ ਅਗਰ ਆਪਾਂ ਇੱਥੇ ਦੇਖੀਏ ਆਪਣੇ ਕੋਲੇ x ਪੋਜ਼ਿਟਿਵ ਹੈ, x ਪੋਜ਼ਿਟਿਵ ਹੈ, x ਨੈਗੇਟਿਵ ਹੈ, ਪਲੱਸ ਮਾਈਨਸ ਹੋ ਗਏ, ਕੈਂਸਲ ਹੋ ਗਏ। ਇਹਨਾਂ ਨੂੰ ਪਲੱਸ ਕਰੀਏ ਤਾਂ ਇਹ ਆਪਣੇ ਕੋਲ ਹੋ ਗਏ -11 ਓਵਰ x² ਮਾਈਨਸ ਪਲੱਸ ਮਾਈਨਸ 3x - 28 = 11 ਓਵਰ 30। 11 ਨਾਲ 11 ਕੈਂਸਲ ਹੋ ਗਿਆ। ਇੱਥੇ ਆਪਣੇ ਕੋਲੇ ਬਚਿਆ -1 ਐਂਡ ਇੱਥੇ ਬਚਿਆ ਆਪਣੇ ਕੋਲੇ 1। ਠੀਕ ਹੈ ਜੀ। ਫਿਰ ਅਸੀਂ ਕ੍ਰਾਸ ਮਲਟੀਪਲਾਈ ਕਰ ਦਾਂਗੇ, ਅਗੇਨ ਕ੍ਰਾਸ ਮਲਟੀਪਲਾਈ ਕਰਾਂਗੇ। ਦੇਖੋ ਆਪਣੇ ਕੋਲੇ ਕੀ ਆ ਜਾਊਗਾ x² - 3x - 28 ਐਂਡ ਜਦੋਂ ਅਸੀਂ 30 ਨੂੰ -1 ਨਾਲ ਮਲਟੀਪਲਾਈ ਕਰਾਂਗੇ -30 ਆ ਜਾਊਗਾ। ਠੀਕ ਹੈ ਜੀ। ਫਿਰ ਅਸੀਂ 30 ਨੂੰ ਲੈਫਟ ਸਾਈਡ ਤੇ ਲੈ ਕੇ ਆਵਾਂਗੇ ਰਾਈਟ ਸਾਈਡ ਤੋਂ, ਕੀ ਇਕੁਏਸ਼ਨ ਬਣੂਗੀ x² - 3x - 28 + 30 = 0। ਠੀਕ ਹੈ ਜੀ। ਤੇ ਕੀ ਆ ਗਿਆ ਆਪਣੇ ਕੋਲ, ਦੇਖੋ x² - 3x
माइनस प्लस माइनस 2 रह गया इज इक्वल टू 0। ਹੁਣ ਆਪਣੇ ਕੋਲ ਕੀ ਬਣ ਗਈ ਕੁਆਡਰੈਟਿਕ ਇਕੁਏਸ਼ਨ ਬਣ ਗਈ ਨਾ ਆਪਾਂ ਇਹਦੇ ਕੁਆਡਰੈਟਿਕ ਫਾਰਮੂਲਾ ਅਪਲਾਈ ਕਰ ਦਾਂਗੇ। ਜਨਰਲ ਇਕੁਏਸ਼ਨ ਕੀ ਹੈ ax² + bx + c = 0। ਤਾਂ a ਦੀ ਵੈਲਿਊ ਆਪਣੇ ਕੋਲ ਹੋਗੀ 1 ਠੀਕ ਹੈ ਜੀ ਐਂਡ b ਦੀ ਵੈਲਿਊ -3 ਐਂਡ c ਦੀ ਵੈਲਿਊ 2। ਤਾਂ ਫਾਰਮੂਲਾ ਕੀ ਹੁੰਦਾ ਆਪਣੇ ਕੋਲ ਕੁਆਡਰੈਟਿਕ ਇਕੁਏਸ਼ਨ ਦਾ -b + ਕੁਆਡਰੈਟਿਕ ਫਾਰਮੂਲਾ ਜਿਹੜਾ ਹੈਗਾ b² - 4ac ਇਹਦਾ √/2a। ਵੈਲਿਊਜ਼ ਪੁੱਟ ਕਰ ਦੋ b ਦੀ ਵੈਲਿਊ -3 ਹੈ ਠੀਕ ਹੈ ਜੀ प्लस -3 ਦਾ ਸਕੇਅਰ ਲਿਖਾਂਗੇ -4 a ਦੀ ਵੈਲਿਊ 1 ਹੈ ਐਂਡ c ਦੀ ਵੈਲਿਊ ਸਾਡੇ ਕੋਲ ਕੀ ਆ 2। a ਦੀ ਜਗ੍ਹਾ ਤੇ 1 ਐਂਡ c ਦੀ ਜਗ੍ਹਾ ਤੇ 2 ਆ ਜਾਊਗਾ ਸਾਰੇ ਦੇ ਉੱਪਰ √ ਠੀਕ ਹੈ ਜੀ ਐਂਡ 2a ਦੀ ਵੈਲਿਊ 1। ਹੁਣ ਦੇਖੋ ਜਦੋਂ ਆਪਾਂ ਇਹਦੀ ਕੈਲਕੂਲੇਸ਼ਨ ਕਰਾਂਗੇ ਤਾਂ ਇਹਦੀ ਕੈਲਕੂਲੇਸ਼ਨ ਕੀ ਆਊਗੀ ਦੇਖੋ माइनस माइनस प्लस हो गया प्लस का 3 आ गया प्लस माइनस x की वैल्यू फाइंड आउट कर रहे हैं ना प्लस माइनस 3 ਨੂੰ 3 ਨਾਲ ਮਲਟੀਪਲਾਈ ਕੀਤਾ 9 आ गया ठीक है जी एंड 4 ਨੂੰ 2 ਨਾਲ ਮਲਟੀਪਲਾਈ ਕਰਾਂਗੇ 8 आ गया एंड √2 माइनस का सॉरी ਇੱਥੇ ਮਾਈਨਸ ਦਾ ਸਾਈਨ ਹੀ ਹੋਗਾ ਅਪਨ ਦੇ ਵਿੱਚ 2 ਆ ਗਿਆ ਠੀਕ ਹੈ ਜੀ। ਹੁਣ ਅਸੀਂ 9 ਨੂੰ ਜਦੋਂ ਮਾਈਨਸ ਕਰਾਂਗੇ 8 ਦੇ ਵਿੱਚੋਂ 9 ਨੂੰ ਮਾਈਨਸ ਕੀਤਾ ਸੀ 8 ਦੇ ਵਿੱਚੋਂ 1 ਰਹਿ ਗਿਆ 3 प्लस माइनस 1 ਦਾ √/2। ਹੁਣ ਦੇਖੋ 1 ਦਾ √ ਤਾਂ 1 ਹੀ ਆ ਜਾਊਗਾ √ ਤਾਂ 1 ਦੇ ਵਿੱਚ ਤਾਂ ਰਹਿੰਦਾ ਨਹੀਂ ਹੈਗਾ ਠੀਕ ਹੈ ਜੀ। ਤਾਂ ਹੁਣ ਇਸ ਤੋਂ ਬਾਅਦ ਅਸੀਂ ਕੀ ਕਰਾਂਗੇ x ਦੀ ਵੈਲਿਊ ਇੱਕ ਵਾਰ ਇਹਨੂੰ ਅਸੀਂ ਪਲੱਸ 'ਚ ਲੈ ਲਾਂਗੇ ਐਂਡ ਇੱਕ ਵਾਰ ਅਸੀਂ ਕੀ ਕਰਾਂਗੇ ਇਹਨੂੰ ਮਾਈਨਸ ਦੇ ਵਿੱਚ ਲਿਖ ਲਾਂਗੇ। ਤਾਂ ਪਲੱਸ 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 ਹੋ ਗਿਆ 4/2 x ਦੀ ਵੈਲਿਊ ਐਂਡ ਇੱਥੇ ਮਾਈਨਸ ਹੋ ਕੇ 2/2 कैंसिल करांगे एक 1 होगी अपने को 2 होगी x की वैल्यू 2 आ गई एंड एक 1 होगी। तो सारे रूट्स की हो गए 2 एंड 1 जो ਅਸੀਂ फाइंड आउट करने ਸੀ ठीक है जी। ਸਾਨੂੰ रूट फाइंड आउट ਕਰਨ ਲਈ ਕਿਹਾ ਸੀ ਤਾਂ ਸਾਡੇ रूट ਕੀ ਆ ਗਏ 2 एंड x 1 सॉरी ठीक है जी। ਇਹ ਸੀਗਾ ਆਪਣਾ थर्ड क्वेश्चन। ਹੁਣ ਆਪਾਂ ਚੱਲਦੇ ਨੈਕਸਟ फोर्थ क्वेश्चन हाँ जी। नेक्स्ट अपने को लेगा फोर्थ क्वेश्चन। देखो फोर्थ क्वेश्चन की कह रहे हैं कि the sum of the reciprocals of Rahman's age 3 years ago and 5 years from now is 1/3 फाइंड दी प्रेजेंट एज। ਅਸੀਂ ਕੀ ਕਰਨਾ ਹੈ ਰਹਿਮਾਨ ਦੀ ਪ੍ਰੈਜ਼ੈਂਟ ਏਜ ਫਾਈਂਡ ਆਊਟ ਕਰਨੀ ਹੈ। ਕਹਿੰਦੇ ਅਗਰ ਰਹਿਮਾਨ ਦੀ ਹੁਣ ਤੋਂ 3 ਸਾਲ ਪਹਿਲਾਂ ਠੀਕ ਹੈ ਜੀ ਐਂਡ 3 ਸਾਲ ਬਾਅਦ ਇਹਨਾਂ ਦੋਨੋਂ ਏਜ ਦਾ ਅਗਰ ਅਸੀਂ ਰੈਸਿਪਰੋਕਲ ਕਰਕੇ ਉਹਨਾਂ ਦਾ ਸਮ ਕਰ ਦਈਏ ਪਲੱਸ ਕਰ ਦਈਏ ਉਹਨਾਂ ਨੂੰ ਤਾਂ ਸਾਡੇ ਕੋਲ ਕੀ ਨਿਕਲ ਆਊਗਾ ਉਹ 1/3 ਦੇ ਐਂਡ ਅਸੀਂ ਕੀ ਕਰਨੀ ਉਹਦੀ ਪ੍ਰੈਜ਼ੈਂਟ ਏਜ ਜਿਹੜੀ ਹੈਗੀ ਹੈ ਫਾਈਂਡ ਆਊਟ ਕਰਨੀ। ਅਗਰ ਅਸੀਂ ਰਹਿਮਾਨ ਦੀ ਪ੍ਰੈਜ਼ੈਂਟ ਏਜ ਹੀ ਲੈਟ ਕਰਕੇ ਚੱਲ ਪਈਏ ਠੀਕ ਹੈ ਜੀ ਰਹਿਮਾਨ ਦੀ ਪ੍ਰੈਜ਼ੈਂਟ ਏਜ ਹੀ ਲੈਟ ਕਰਕੇ ਚੱਲ ਪਈਏ ਅਸੀਂ ਕੀ ਲਿਖਾਂਗੇ ਲੈਟ ਦੀ present age of रहमान। रहमान ਦੀ ਜਿਹੜੀ ਹੈਗੀ ਹੈ present age ਕੀ ਹੋਗੀ x ईयर ਲੈ ਲਈ ਠੀਕ ਹੈ ਜੀ x ईयर ਹੋਗੀ। ਤਾਂ ਫਿਰ ਦੇਖੋ ਹੁਣ ਤੋਂ ਉਹਨਾਂ ਨੇ ਕਿਹਾ ਕਿ ਸਾਨੂੰ 3 years ago the age of रहमान। तो 3 साल पहला रहमान ਦੀ ਏਜ ਕੀ ਹੋਗੀ जो साडे कोल हुण प्रेजेंट एज है ਉਹਦੇ ਚੋਂ ਅਸੀਂ 3 ਮਾਈਨਸ ਕਰ ਦਾਂਗੇ ਠੀਕ ਹੈ ਜੀ। ਤਾਂ ਕੀ ਹੋਗੀ x - 3 ईयर। ਇਸ ਤੋਂ ਬਾਅਦ ਕਹਤਾ ਕਿ 5 ईयर फ्रॉम नाउ ਤਾਂ ਅਸੀਂ ਕੀ ਲਿਖਾਂਗੇ 5 years from now ਠੀਕ ਹੈ ਜੀ the age of रहमान ਦੀ ਜਿਹੜੀ ਹੋਗੀ ਹੁਣ ਤੋਂ 3 ਸਾਲ 5 ਸਾਲ ਬਾਅਦ ਤਾਂ ਅਸੀਂ ਕੀ ਕਰਾਂਗੇ ਜੋ ਉਹਦੀ ਹੁਣ ਏਜ ਹੈ ਪ੍ਰੈਜ਼ੈਂਟ ਏਜ तो ਉਹਦੇ ਚ ਅਸੀਂ ਕੀ ਕਰਾਂਗੇ 5 ਪਲੱਸ ਕਰ ਦਾਂਗੇ x + 5 ईयर हो गया ईयर्स ठीक है जी। ਹੁਣ ਇੱਥੇ ਦੇਖੋ ਆਪਾਂ ਨੂੰ ਕੀ ਕਿਹਾ ਕਿ ਇਹਨਾਂ ਦਾ ਜੋ ਵੀ 3 ਸਾਲ ਪਹਿਲਾਂ ਐਂਡ 5 ਸਾਲ ਬਾਅਦ ਉਹਨਾਂ ਦੀ ਜਿਹੜੀ ਰਹਿਮਾਨ ਦੀ ਏਜ ਅਗਰ ਅਸੀਂ ਉਹਦਾ ਰੈਸਿਪਰੋਕਲ ਕਰ ਦਈਏ ਤਾਂ ਉਹ ਕਿਹਦੇ ਇਕੁਅਲ ਆਊਗਾ 1/3 ਦੇ। ਤਾਂ ਅਸੀਂ ਕੀ ਲਿਖਾਂਗੇ ਅਕੋਰਡਿੰਗ ਟੂ ਕੁਐਸਚਨ ਆਪਣੇ ਕੋਲ ਕੀ ਆ ਗਿਆ 1/x - 3 3 ਸਾਲ ਪਹਿਲਾਂ ਦਾ ਰੈਸਿਪਰੋਕਲ ਕਰਤਾ इट मींस ਇੱਥੇ ਆਪਣੇ ਕੋਲੇ ਅਪਨ ਦੇ ਵਿੱਚ 1 ਹੈ ਅਸੀਂ ਰੈਸਿਪਰੋਕਲ ਕਰਤਾ 1/3 ਹੋ ਗਿਆ ਐਂਡ ਦੋਨਾਂ ਨੂੰ ਪਲੱਸ ਕਰਨ ਨੂੰ ਕਿਹਾ ਤਾਂ x + 5 ਜਿਹੜਾ ਉਹਦਾ ਰੈਸਿਪਰੋਕਲ ਕੀ ਹੋ ਜਾਊਗਾ 1/x + 5 ਠੀਕ ਹੈ ਜੀ। ਸਾਨੂੰ ਕੀ ਕਹਿ ਰਹੇ ਨੇ ਕਿ ਕਿਹਦੇ ਇਕੁਅਲ ਆ ਰਿਹਾ 1/3 ਦੇ ਠੀਕ ਹੈ। ਹੁਣ ਦੇਖੋ ਜੋ ਆਪਾਂ ਪਹਿਲਾਂ ਲਾਸਟ ਕੁਐਸਚਨ ਕਰਕੇ ਹਟੇ ਆ ਥਰਡ ਐਜ਼ ਇਟ ਇਜ਼ ਉਹਦੇ ਨਾਲ ਦਾ ਹੁਣ ਆਪਾਂ ਕੀ ਕਰਾਂਗੇ ਇਹਦਾ ਐਲਸੀਐਮ ਲਵਾਂਗੇ। ਜੋ ਵੀ ਸਾਡੇ ਕੋਲੇ ਇਕੁਏਸ਼ਨ ਬਣੀ ਹੈ ਇਸ ਇਕੁਏਸ਼ਨ ਨੂੰ ਅਸੀਂ ਕਿਹੜੀ ਫਾਰਮ ਦੇ ਵਿੱਚ ਲੈ ਕੇ ਆਵਾਂਗੇ ਕੁਆਡਰੈਟਿਕ ਇਕੁਏਸ਼ਨ ਦੀ ਫਾਰਮ ਦੇ ਵਿੱਚ ਠੀਕ ਹੈ ਜੀ। ਤਾਂ ਹੁਣ ਆਪਾਂ ਇੱਥੇ ਇਹਦਾ ਐਲਸੀਐਮ ਲੈ ਲਈਏ x - 3 ਐਂਡ x + 5 ਇਹ ਸਾਡਾ ਐਲਸੀਐਮ ਹੋਗਾ ਐਂਡ ਇਹਨਾਂ ਦੀ ਆਪਣੇ ਕੋਲੇ ਕ੍ਰਾਸ ਮਲਟੀਪਲਾਈ ਹੋਗੀ ਕ੍ਰਾਸ ਮਲਟੀਪਲਾਈ ਕਰੋ
क्रॉस मल्टीप्लाई करके रिजल्ट क्या गया x प्लस 5 प्लस x माइनस 3 इज इक्वल टू 1/3। सॉल्व करो, देखो सॉल्व करोगे तो अपने को की आ रहा x के विच x प्लस करोगे 2x आ गया एंड प्लस माइनस माइनस 5 ਦੇ ਵਿੱਚੋਂ 3 माइनस करोगे प्लस 2 आ गया अपॉन मल्टीप्लाई कर दो। पहला ਅਸੀਂ x ਨੂੰ x प्लस 5 ਨਾਲ मल्टीप्लाई करेंगे एंड माइनस 3 ਨੂੰ x प्लस 5 ਨਾਲ मल्टीप्लाई करेंगे। मल्टीप्लाई करो x ਨੂੰ x ਨਾਲ मल्टीप्लाई करोगे x स्क्वायर एंड x ਨੂੰ 5 ਨਾਲ मल्टीप्लाई करोगे 5x माइनस 3 ਨੂੰ x ਨਾਲ मल्टीप्लाई करोगे माइनस 3x एंड माइनस 3 ਨੂੰ प्लस ਤੇ 5 ਨਾਲ मल्टीप्लाई करोगे माइनस प्लस माइनस हो गया 5 ਨੂੰ 3 ਨਾਲ मल्टीप्लाई करोगे 15 इज इक्वल टू 1/3। ठीक है जी। ਹੁਣ अगर ਆਪਾਂ ਇਹਨਾਂ ਦੀ क्रॉस मल्टीप्लाई कर दईए तो 3 ਨੂੰ ਇਹ ਵਾਲੀ ਸਾਰੀ ਟਰਮ ਨਾਲ मल्टीप्लाई हो जूगी। ਜਦੋਂ ਅਸੀਂ क्रॉस मल्टीप्लाई ਕੀਤੀ देखो अपने को ਕੀ ਆ ਗਿਆ 6x plus 6 बन गया ना 6x plus 6 इज इक्वल टू ये सारा एज इट इज रह जाएगा x स्क्वायर ਇੱਥੇ ਅਸੀਂ ਮਾਈਨਸ ਕਰ ਦਾਂਗੇ 5x ਦੇ ਵਿੱਚੋਂ 3x ਮਾਈਨਸ ਕੀਤੇ 2x ਰਹਿ ਗਿਆ ਪਲੱਸ 2x ਮਾਈਨਸ 15। ਹੁਣ ਦੇਖੋ ਅਗਰ ਮੈਂ ਇਹ ਵਾਲੀ ਸਾਰੀ ਟਰਮ ਨੂੰ ਚੱਕ ਕੇ ਰਾਈਟ ਸਾਈਡ ਤੇ ਲੈ ਜਾ ਰਾਈਟ ਸਾਈਡ ਤੇ ਲੈ ਕੇ ਜਾਵਾਂਗੇ x स्क्वायर प्लस 2x माइनस 15 माइनस 6x माइनस 6 इज इक्वल टू 0 आ गया। दोनों पॉजिटिव सी नेगेटिव हो गई। ਹੁਣ देखो x स्क्वायर तो एज इट इज रह गया। ठीक है जी x स्क्वायर एज इट इज रह गया 2x पॉजिटिव है एंड माइनस ये नेगेटिव है प्लस माइनस माइनस हो जाएगा तो अपने को किया गया थे माइनस 4x। ठीक है जी 6 ਦੇ ਵਿੱਚੋਂ ਅਸੀਂ 2 ਮਾਈਨਸ ਕਰ ਦਾਂਗੇ ਹੁਣ माइनस माइनस प्लस हो जाएगा ਇੱਥੇ अपने को किया गया माइनस 21 इज इक्वल टू 0। ठीक है जी ਹੁਣ ਆਪਾਂ ਫੈਕਟਰ ਬਣਾਵਾਂਗੇ ਇਟ ਮੀਨਸ ਜਾਂ ਫੈਕਟਰ ਬਣਾ ਲਓ ਜਾਂ ਆਪਾਂ ਆਪਣਾ ਕੁਆਡਰੈਟਿਕ ਜਿਹੜਾ ਫਾਰਮੂਲਾ ਉਹ ਅਪਲਾਈ ਕਰ ਦਾਂਗੇ। ਜਨਰਲ ਫਾਰਮ ਕੀ ਹੁੰਦੀ ਹੈ ax² bx c 0। ਤਾਂ ਆਪਣੇ ਕੋਲ a ਦੀ ਵੈਲਿਊ 1 ਆ ਗਈ ਐਂਡ b ਦੀ ਵੈਲਿਊ -4 ਆ ਗਈ ਐਂਡ c ਦੀ ਵੈਲਿਊ ਦੇਖੀ ਅਗਰ ਅਸੀਂ -21 ਆ ਗਈ। ਠੀਕ ਹੈ ਜੀ ਫਾਰਮੂਲਾ ਅਪਲਾਈ ਕਰ ਦੋ। ਫਾਰਮੂਲਾ ਕੀ ਹੈ ਤਾਂ ਆਪਣਾ ਦੇਖੋ ਫਾਰਮੂਲਾ ਹੈਗਾ -b प्लस -b² -4ac ਇਹਦਾ ਸਾਰੇ ਦਾ ਅੰਡਰੂਟ ਓਵਰ 2 है। ठीक है जी x की वैल्यू फाइंड आउट करनी है आप अपने रूट फाइंड आउट करने ने तो b की वैल्यू -4 प्लस माइनस b का स्क्वायर 16 आ गया। ठीक है जी मैं डायरेक्ट आंसर कर रही हूं b का स्क्वायर इट मींस चलो फिल ही कर लेंगे वैल्यूज पहला 4 का स्क्वायर -4 a की वैल्यू 1 है एंड c की वैल्यू अपने को -21 है ਇਹਦਾ ਸਾਰੇ ਦਾ अंडररूट ओवर 2 a की वैल्यू 1 है। तो देखो हम माइनस माइनस प्लस हो गया प्लस का 4 प्लस माइनस 4 ਨੂੰ 4 ਨਾਲ ਮਲਟੀਪਲਾਈ ਕਰਾਂਗੇ 16 माइनस माइनस प्लस हो गया 4 ਨੂੰ ਅਸੀਂ 21 ਨਾਲ ਮਲਟੀਪਲਾਈ ਕਰਾਂਗੇ 84 ਆ ਗਿਆ। ठीक है जी अंडररूट ओवर 2। ਹੁਣ ਦੇਖੋ ਇੱਥੇ 4 प्लस माइनस ਇਹਨਾਂ ਨੂੰ ਪਲੱਸ ਕੀਤਾ ਆਪਣੇ ਕੋਲ ਕੀ ਆ ਗਿਆ 100। ठीक है ओवर ਦੇ ਵਿੱਚ 2। ਹੁਣ 100 ਦਾ ਜਿਹੜਾ ਹੈਗਾ ਆਪਣੇ ਕੋਲੇ 100 ਕਿਹਦਾ ਸਕੁਅਰ ਹੁੰਦਾ 100 ਕਿਹਦਾ ਸਕੁਅਰ ਹੁੰਦਾ 10 ਦਾ 4 प्लस माइनस तो अपने को रूट तो बाहर आके 100 10 हो गया। इट मींस की लिख सकते हो ਤੁਸੀਂ 100 ਨੂੰ 10 ਮਲਟੀਪਲਾਈ 10 ਇਹਦਾ रूट ਦੇ ਵਿੱਚੋਂ 2 ਪੇਅਰ ਦੇ ਵਿੱਚੋਂ ਅਸੀਂ 1 ਪੇਅਰ ਬਾਹਰ ਲੈ ਲੈਣੇ ਨੇ रूट ਹੋਵੇ ਜੀ ਉੱਪਰ। ठीक है जी ਤਾਂ ਸਾਡੇ ਕੋਲੇ ਬਚਿਆ 10 ਓਵਰ 2। ਤਾਂ ਹੁਣ ਅਸੀਂ ਕੀ ਕਰਾਂਗੇ ਕਿ ਇੱਕ ਵਾਰ ਪੋਜ਼ਿਟਿਵ ਐਂਡ ਇੱਕ ਵਾਰ ਨੈਗੇਟਿਵ x ਕੀ ਆ ਜਾਊਗਾ ਫਿਰ 4 प्लस 10 ओवर 2 एंड एक बार की आ जाएगा 4 माइनस 10 ओवर 2 x की वैल्यू। ਹੁਣ ਦੇਖੋ ਇੱਥੇ 14 ओवर 2 हो गया एंड ਇੱਥੇ ਆਪਣੇ ਕੋਲ ਆ ਗਿਆ -6 ओवर 2 x ਦੀ ਵੈल्यू कैंसिल करके 3 आ गई -3 ਇਸ ਕਦੇ ਵੀ ਮਾਈਨਸ ਚ ਨਹੀਂ ਹੁੰਦੀ ਤਾਂ ਇਹ ਵਾਲੀ ਵੈल्यू ਤਾਂ ਆਪਣੇ ਕੋਲ ਰਿਜੈਕਟ ਹੋ ਗਈ ਇਹ ਤਾਂ ਅਸੀਂ ਲੈ ਹੀ ਨਹੀਂ ਸਕਦੇ। ਤਾਂ ਰਹਿਮਾਨ ਦੀ ਏਜ ਆਪਣੇ ਕੋਲ ਕੀ ਆਏਗੀ ਜੇ ਇਹਨੂੰ ਕੈਂਸਿਲ ਕਰਾਂਗੇ x 7 ਈਅਰ। ठीक है जी क्योंकि ਅਸੀਂ ਨੈਗੇਟਿਵ ਤਾਂ ਜੋ ਵੀ ਆ ਜੇ ਇਸ ਕਦੇ ਵੀ ਨੈਗੇਟਿਵ ਦੇ ਵਿੱਚ ਨਹੀਂ ਹੁੰਦੀ। अगर साडे कोले नेगेटिव वैल्यू आ जाए अपन रिजेक्ट कर देंगे तो पॉजिटिव वैल्यू की है साडे कोले 7 तो 7 ये साडी की होगी रहमान दी जेडी प्रेजेंट एज सिलेक्ट करके चले वो की होगी 7 इयर्स। ठीक है जी ये सी फाइंड आउट करना सीगा। इसी साडा फोर्थ क्वेश्चन हुण आपां चल रहे नेक्स्ट फिफ्थ क्वेश्चन। हाँ जी नेक्स्ट अपने को लगा फिफ्थ क्वेश्चन। देखो फिफ्थ क्वेश्चन की कह रहे हैं कहंदे इन अ क्लास टेस्ट द सम ऑफ Shefali's मार्क्स इन मैथमेटिक्स एंड इंग्लिश इज 30। क्लास ਦੇ ਵਿੱਚ ਕੋਈ ਟੈਸਟ ਹੋਇਆ ਜਿਹਦੇ ਵਿੱਚੋਂ Shefali ਦੇ ਇੰਗਲਿਸ਼ ਐਂਡ ਮੈਥ ਨੂੰ ਮਿਲਾ ਕੇ ਠੀਕ ਹੈ ਜੀ ਦੋਨੋਂ ਸਬਜੈਕਟ ਨੂੰ ਮਿਲਾ ਕੇ ਟੋਟਲ ਕਿੰਨੇ ਮਾਰਕਸ ਆਏ ਨੇ 30 ਮਾਰਕਸ ਆਏ ਨੇ। she got 2 marks more in mathematics and 3 marks less in English। ਕਹਿੰਦੇ ਅਗਰ ਉਹ ਮੈਥ ਦੇ ਵਿੱਚੋਂ 2 ਮਾਰਕਸ ਜਿਹੜੇ ਹੈਗੇ ਜ਼ਿਆਦਾ ਪ੍ਰਾਪਤ ਕਰੇ ਐਂਡ ਜਿਹੜੀ ਹੈਗੀ ਇੰਗਲਿਸ਼ ਉਹਦੇ ਵਿੱਚੋਂ 3 ਮਾਰਕਸ
घट ले तां की होगा द प्रोडक्ट ऑफ देयर मार्क्स वुड हैव बीन 210 तो जो मार्क्स होंगे उन्हां दी जिहड़ी प्रोडक्ट होगी वो की होगी अपने की दे होगी 210 दे फाइंड हर मार्क्स इन द टू सब्जेक्ट आपां की करना है सैफाली दे दोनों सब्जेक्ट दे विचों मार्क्स फाइंड आउट करने कि इंग्लिश दे विचों ने किन्ने लए एंड मैथ दे विचों ने किन्ने मार्क्स लए। देखो अगर आपां लेट करके चल पईए मैथ ते एंड इंग्लिश दे दोनों ने मिला के 30 नहीं तो तुसीं सपोज कर लो लेट द मार्क्स इन मैथमेटिक्स पहला सी मैथमेटिक्स के जिहड़े मार्क्स ने वो लेट कर लिए वो है अपने कोले x ठीक है जी x मार्क्स हो गए एंड सिमिलरली असीं लेट कर लिए जिहड़े है इंग्लिश तो इंग्लिश दे की होंगे देखो इंग्लिश दे मार्क्स टोटल मार्क्स 30 ने एंड मैथ दे विचों किन्ने ले ले x तो टोटल दे विचों अगर असीं x माइनस कर दिए तो अपने किहदे मार्क्स आउणगे इंग्लिश दे तो असीं की लिखांगे इन्हां नूं 30 माइनस x इंग्लिश दे विचों की मार्क्स होंगे फिर साडे कोले 30 माइनस x। हुण इस तो बाद देखो अकॉर्डिंग टू क्वेश्चन सीधा असीं डायरेक्ट ही लेके चल पईए कि अकॉर्डिंग टू क्वेश्चन सानू की कहा कि अगर मैथ दे विचों 2 मार्क्स ज़्यादा लैंदी आ तो की आ जाऊगा अपने कोले 2 प्लस कर देंगे एंड इंग्लिश दे विचों दे 3 मार्क्स कट कर ले गए ठीक है जी तो उन्हां दी प्रोडक्ट दोनों नूं असीं प्रोडक्ट च रख लिया कि जे कहलाउंदी है वो 210 दे ठीक है जी मल्टीप्लाई करके जो भी साडे कोल इक्वेशन है इहनूं आपां क्वाड्रेटिक इक्वेशन च लेके आवांगे देन आपां अपना फार्मूला अप्लाई करांगे तो की आ जाऊगा अपने कोल x + 2 एंड देखो 30 दे विचों असीं 3 माइनस करांगे 27 आ गया माइनस x = 210 मल्टीप्लाई कर दो हम पहले असीं x नूं मल्टीप्लाई करांगे 27 माइनस x नाल फिर 2 नूं मल्टीप्लाई करांगे 27 माइनस x नाल देखो x नूं 27 नाल मल्टीप्लाई कीता 27x आ गया एंड x नूं असीं माइनस x नाल मल्टीप्लाई करांगे माइनस x स्क्वायर आ जाऊगा ठीक है जी 2 नूं 27 नाल मल्टीप्लाई करांगे 54 आ गया एंड 2 नूं असीं माइनस x नाल मल्टीप्लाई करांगे 2x आ जाऊगा = 210 ठीक है जी। हुण देखो अगर आपां माइनस x स्क्वायर 27x एंड 2x प्लस माइनस हो जाऊगा अपने कोल की आ गया प्लस 25x रह गया ठीक है जी प्लस 54 = 210 अगर मैं वाली सारी टर्म नूं राइट साइड पे ले जा ठीक है जी तो मेरा जिहड़े कोल x दा साइन है x स्क्वायर दा साइन है नेगेटिव है पॉजिटिव हो जाऊगा साइन चेंज करने ने आपां लेफ्ट साइड वाली सारी टर्म दी तो ये की हो जाऊगी अपने कोले माइनस दा 25x आ जाऊगा ये माइनस दा 54 आ जाऊगा 210 दा राइट साइड ती रखिया इनू नहीं चेंज कीता ते अपने कोले प्लस ही रहूगा। हुण देखो की बनूगा फिर x स्क्वायर माइनस 25x एज इट इज रह गया। हुण असीं करना है 210 दे विचों प्लस माइनस माइनस होगा 210 दे विचों 54 माइनस करने 54 माइनस करो 10 आ गया 10 दे विचों 4 माइनस करोगे 6 इत्थे भी 10 रह गया 10 दे विचों 10 माइनस करोगे 5 एंड 1 अपने कोल की बचा प्लस 156 = 0 ठीक है जी। हुण इस तो बाद देखो नहीं बन गई अपने कोल क्वाड्रेटिक इक्वेशन बन गई। हुण असीं अपना फार्मूला अप्लाई करांगे फार्मूला कि ਹੁੰਦਾ x = -b प्लस माइनस b स्क्वायर माइनस 4ac ਇਹਦਾ √ ओवर 2a ठीक है जी। ਹੁਣ देखो b अपने कोल हैगी -25 माइनस -25 आ गया क्योंकि अपने कोल जनरल इक्वेशन ਹੁੰਦੀ है x² - bx + c ਹੁੰਦੀ है कंपेयर करांगे तो a ਦੀ वैल्यू ਸਾਡੇ ਕੋਲ 1 एंड b ਦੀ वैल्यू -25 एंड c ਦੀ वैल्यू 156 है ठीक है जी प्लस माइनस b ਦਾ स्क्वायर 25 ਦਾ स्क्वायर -4 1 * 156 आ गया ठीक है जी √ आ गया। हुण देखो अपने कोल की रिजल्ट होगा फिर अपॉन दे विच 2 a दी वैल्यू हैगी है 1। हुण इस तो आप अगर इनू दोबारा इधर अगली साइड पे सॉल्व कर लेंगे देखो कैलकुलेशन करनी है हम सिंपल कैलकुलेशन देखो माइनस नू माइनस नाल मल्टीप्लाई करांगे 25 आ गया ठीक है जी एंड प्लस माइनस 25 नू 25 नाल मल्टीप्लाई करांगे 625 आ गया माइनस हुण असीं मल्टीप्लाई करनी है 156 नू 4 नाल मल्टीप्लाई करो तो कितना आ गया अपने कोल 24 2 कैरी 20 22 2 कैरी एंड की आ गया अपने कोल 624 ठीक है जी 624 इधर सारे दा √ आ गया अपॉन दे विच 2 x की वैल्यू फाइंड आउट करनी है x 25 प्लस माइनस
265 ਦੇ ਵਿੱਚੋਂ 25 ਦੇ ਵਿੱਚੋਂ ਆਪਾਂ 625 ਦੇ ਵਿੱਚੋਂ ਅਸੀਂ ਮਾਈਨਸ ਕਰਨਾ 624 ਤਾਂ 1 ਬਚਿਆ। ਠੀਕ ਹੈ ਜੀ, ਤਾਂ ਆਪਣੇ ਕੋਲ ਕੀ ਆ ਗਿਆ √1/2। ਹੁਣ ਨੂੰ 1 ਤੋਂ ਬਾਹਰ ਲਵਾਂਗੇ ਤਾਂ ਆਪਣੇ ਕੋਲ 1 ਆ ਜਾਊਗਾ। ਮੀਨਸ ਕੀ ਆ ਗਿਆ 25 ਪਲੱਸ ਮਾਈਨਸ 1/2। ਇੱਕ ਵਾਰ ਆਪਾਂ ਨੂੰ ਪੋਜ਼ਿਟਿਵ ਚ ਲੈ ਕੇ ਚੱਲਾਂਗੇ, ਇੱਕ ਵਾਰ ਨੈਗੇਟਿਵ ਚ 25 ਪਲੱਸ 1/2 ਐਂਡ ਕੀ ਆ ਗਿਆ ਸਾਡੇ ਕੋਲ 25 ਮਾਈਨਸ 1/2। ਤਾਂ x ਦੀ ਵੈਲਿਊ ਕੀ ਆ ਜਾਊਗੀ ਦੇਖੋ 26/2 ਐਂਡ 24/2 कैंसिल करांगे 13 एंड 12 13 एंड 12 अपने को की आ गई x दी वैल्यूज आ गई। x ਨੂੰ ਕੀ ਲੈ ਕੇ ਚੱਲੇ ਸੀ ਅਸੀਂ x ਨੂੰ ਲੈ ਕੇ ਚੱਲੇ ਸੀ ਜਿਹੜਾ ਹੈਗਾ ਮੈਥ ਦੇ ਮਾਰਕਸ। ਤਾਂ ਮੈਥ ਦੇ ਮਾਰਕਸ ਅਗਰ ਜੇ ਸਾਡੇ ਕੋਲ ਮੈਥ ਦੇ ਵਿੱਚੋਂ ਮਾਰਕਸ 13 ਆਉਣਗੇ, ਠੀਕ ਹੈ ਜੀ, ਮੈਥ ਦੇ ਵਿੱਚੋਂ ਮਾਰਕਸ 13 ਆਉਣਗੇ ਤਾਂ ਆਪਣੇ ਕੋਲੇ ਜਿਹੜੇ ਹੈਗੇ ਇੰਗਲਿਸ਼ ਦੇ ਮਾਰਕਸ, ਤਾਂ ਇੰਗਲਿਸ਼ ਦੇ ਮਾਰਕਸ ਕੀ ਹੋਣਗੇ ਦੇਖੋ 30 ਦੇ ਵਿੱਚੋਂ 13 ਮਾਈਨਸ ਕਰਾਂਗੇ, ਰਿਜ਼ਲਟ ਕੀ ਆ ਗਿਆ ਆਪਣੇ ਕੋਲ 30 ਦੇ ਵਿੱਚੋਂ 30 ਮਾਈਨਸ ਕਰਾਂਗੇ, ਰਿਜ਼ਲਟ ਆ ਗਿਆ ਆਪਣੇ ਕੋਲ 17। ਠੀਕ ਹੈ ਜੀ, ਤਾਂ ਕੀ ਹੋਣਗੇ ਸਾਡੇ ਕੋਲ ਇੰਗਲਿਸ਼ ਦੇ ਵਿੱਚੋਂ 70 ਮਾਰਕਸ ਹੋਣਗੇ। ਅਗਰ ਜਿਹੜੇ ਹੈਗੇ ਆ ਮੈਥ ਦੇ ਵਿੱਚੋਂ 12 ਮਾਰਕਸ ਆ ਰਹੇ ਨੇ, 12 ਮਾਰਕਸ ਆ ਰਹੇ ਨੇ ਤਾਂ 30 ਦੇ ਵਿੱਚੋਂ ਅਸੀਂ 12 ਮਾਈਨਸ ਕਰਾਂਗੇ, ਇੰਗਲਿਸ਼ ਤੋਂ ਕਿੰਨੇ ਮਾਰਕਸ ਆਉਣਗੇ ਫਿਰ ਇੰਗਲਿਸ਼ ਦੇ ਵਿੱਚੋਂ ਕੀ ਆਉਣਗੇ 18 ਮਾਰਕਸ। ਠੀਕ ਹੈ ਜੀ, ਇਹੀ ਸੀ ਫਾਈਂਡ ਆਊਟ ਕਰਨਾ ਸੀਗਾ ਇੰਗਲਿਸ਼ ਐਂਡ ਸਾਨੂੰ ਕਿਹਾ ਸੀ ਨਾ 2 ਸਬਜੈਕਟਸ ਦੇ ਮਾਰਕਸ ਫਾਈਂਡ ਆਊਟ ਕਰੋ। ਅਗਰ ਸਾਡੇ ਕੋਲੇ ਮੈਥ ਦੇ ਵਿੱਚੋਂ 13 ਮਾਰਕਸ ਨੇ ਤਾਂ ਆਪਣੇ ਕੋਲੇ ਜਿਹੜਾ ਹੈਗਾ ਇੰਗਲਿਸ਼ ਚ ਕੀ ਹੋਣਗੇ 17। ਅਗਰ ਸਾਡੇ ਕੋਲੇ ਹੈਗੇ ਨੇ ਮੈਥ ਚ 12 ਮਾਰਕਸ ਤਾਂ ਇੰਗਲਿਸ਼ ਚ ਕੀ ਹੋਣਗੇ 18 ਮਾਰਕਸ। ਇਹ ਅਸੀਂ ਫਾਈਂਡ ਆਊਟ ਕਰਨਾ ਸੀ। ਠੀਕ ਹੈ ਜੀ, ਇਹ ਸੀਗਾ ਸਾਡਾ 5th ਕੁਐਸਚਨ। ਹੁਣ ਆਪਾਂ ਚੱਲਦੇ ਨੈਕਸਟ 6th ਕੁਐਸਚਨ। ਹਾਂਜੀ, ਨੈਕਸਟ ਆਪਣੇ ਕੋਲ ਹੈਗਾ 6th ਕੁਐਸਚਨ। ਦੇਖੋ 6th ਕੁਐਸਚਨ ਚ ਕੀ ਕਹਿ ਰਹੇ ਨੇ, ਕਹਿੰਦੇ the diagonal of a rectangular field is 60 meter more than the shorter side. If the longer side is 30 meter more than the shorter side, find the sides of field। ਆਪਾਂ field ਦੀਆਂ sides find out ਕਰਨੀਆਂ। field ਦਾ ਮਤਲਬ ਕੋਈ ਖੇਤ ਆ ਸਾਡੇ ਕੋਲੇ rectangular shape ਦਾ ਇਸ ਤਰੀਕੇ ਨਾਲ। ਠੀਕ ਹੈ ਜੀ, rectangular shape ਦਾ ਆਪਣੇ ਕੋਲ ਕੋਈ field ਹੈ। ਠੀਕ ਹੈ, ਆਪਾਂ ਇਹਦਾ ਨਾਮ ਲੈ ਲਈਏ A B C D। rectangular shape ਦਾ ਸਾਡੇ ਕੋਲ ਇੱਕ field ਹੋ ਗਿਆ। ਸਾਨੂੰ ਕੀ ਕਿਹਾ ਕਿ rectangular field is 60 meter more than the ਜਿਹੜਾ ਇਹਦਾ diagonal ਹੈ rectangular field ਦਾ ਉਹ ਕੀ ਹੈ 60 ਮੀਟਰ ਮੋਰ ਹੈ ਕਿਹੜੀ ਸ਼ਾਰਟਰ ਸਾਈਡ ਨਾਲੋਂ। ਸ਼ਾਰਟਰ ਸਾਈਡ ਕਿਹੜੀ ਹੋਗੀ ਇਹ ਵਾਲੀ ਐਂਡ ਡਾਇਗੋਨਲ ਸਾਡੇ ਕੋਲ ਕੀ ਹੋ ਗਿਆ AC। ਠੀਕ ਹੈ ਜੀ, ਅਸੀਂ ਇਸ ਤਰੀਕੇ ਨਾਲ ਵੀ ਬਣਾ ਸਕਦੇ ਹਾਂ, ਕਿਸੇ ਤਰੀਕੇ ਨਾਲ ਮਰਜ਼ੀ ਬਣਾ ਲਓ। ਅਗਰ ਅਸੀਂ ਲੈਟ ਕਰ ਲਈਏ, ਠੀਕ ਹੈ ਜੀ, ਲੈਟ ਕਰ ਲਈਏ, ਲੈਟ ਦੀ ਸ਼ਾਰਟਰ ਸਾਈਡ ਆਫ ਫੀਲਡ। ਠੀਕ ਹੈ ਜੀ, ਫੀਲਡ ਦੀ ਸ਼ਾਰਟਰ ਸਾਈਡ ਨੂੰ x ਲੈਟ ਕਰ ਲਈ x ਮੀਟਰ। ਠੀਕ ਹੈ ਜੀ, ਇਹ ਵਾਲੀ ਸਾਈਡ ਸਾਡੇ ਕੋਲ x ਮੀਟਰ ਹੋਈ। ਸਾਨੂੰ ਕੀ ਕਿਹਾ ਵੀ ਜਿਹੜਾ ਇਹਦਾ ਡਾਇਗੋਨਲ ਹੈ 60 ਮੀਟਰ ਮੋਰ ਹੈ ਸ਼ਾਰਟਰ ਸਾਈਡ ਨਾਲ। ਤਾਂ ਅਸੀਂ ਕੀ ਕਰਾਂਗੇ x ਦੇ ਵਿੱਚ 60 ਪਲੱਸ ਕਰ ਦਾਂਗੇ ਕਿਉਂਕਿ ਸ਼ਾਰਟਰ ਸਾਈਡ ਨਾਲੋਂ 60 ਮੋਰ ਹੈ। ਤਾਂ ਆਪਣੇ ਕੋਲ ਕੀ ਹੋ ਗਿਆ ਡਾਇਗੋਨਲ ਜਿਹੜਾ ਹੈਗਾ ਤਾਂ AC ਡਾਇਗੋਨਲ ਉਹ ਕੀ ਹੋ ਗਿਆ x + 60 ਮੀਟਰ। ਠੀਕ ਹੈ ਜੀ, ਉਸ ਤੋਂ ਬਾਅਦ ਕੀ ਕਿਹਾ ਵੀ ਜਿਹੜੀ ਇਹਦੀ ਲੌਂਗਰ ਸਾਈਡ ਹੈ, ਲੌਂਗਰ ਸਾਈਡ ਕਿਹੜੀ ਹੋਗੀ AB ਜਾਂ ਅਸੀਂ ਕਹਿ ਸਕਦੇ ਹਾਂ DC। ਲੌਂਗਰ ਸਾਈਡ ਜਿਹੜੀ ਹੈਗੀ ਉਹ ਸ਼ਾਰਟਰ ਸਾਈਡ ਨਾਲੋਂ ਕਿੰਨੀ ਮੋਰ ਹੈ 30 ਮੀਟਰ ਮੋਰ ਹੈ। ਤਾਂ ਆਪਣੇ ਕੋਲ ਕੀ ਆ ਜਾਊਗਾ x + 30 ਮੀਟਰ ਬਣ ਜੂਗੀ ਇਹ ਵਾਲੀ ਸਾਈਡ। ਠੀਕ ਹੈ ਜੀ, ਐਂਡ ਇਹ ਵਾਲੀ ਹੋਗੀ ਆਪਣੇ ਕੋਲੇ x + 60 ਮੀਟਰ। ਹੁਣ ਸਾਡੇ ਕੋਲੇ ਜਿਹੜੀ ਰੈਕਟੈਂਗੂਲਰ ਸ਼ੇਪ ਹੁੰਦੀ ਹੈ, ਰੈਕਟੈਂਗਲ ਦਾ ਹਰੇਕ ਐਂਗਲ 90 ਡਿਗਰੀ ਦਾ ਹੁੰਦਾ। ਇਟ ਮੀਨਸ ਸਾਡੇ ਕੋਲੇ ਜਿਹੜੀ ABC ਇਹ ਵਾਲੀ ਟ੍ਰਾਇੰਗਲ ਬਣੀ ਜਾ ਰਹੀ ਹੈ, ਇਹ ਸਾਡੇ ਕੋਲ ਰਾਈਟ ਐਂਗਲ ਟ੍ਰਾਇੰਗਲ ਹੋਗੀ। ਰਾਈਟ ਐਂਗਲ ਟ੍ਰਾਇੰਗਲ ਇਟ ਮੀਨਸ B ਐਂਗਲ 90 ਡਿਗਰੀ ਦਾ। ਤਾਂ ਜੋ ਰਾਈਟ ਐਂਗਲ ਟ੍ਰਾਇੰਗਲ ਹੁੰਦੀ ਹੈ ਉਹਦਾ ਫਾਰਮੂਲਾ ਕੀ ਹੁੰਦਾ ਪਾਈਥਾਗੋਰਸ ਥਿਊਰਮ ਦੇ ਅਕੋਰਡਿੰਗ। ਠੀਕ ਹੈ, ਪਾਈਥਾਗੋਰਸ ਥਿਊਰਮ ਦੇ ਅਕੋਰਡਿੰਗ ਅਕੋਰਡਿੰਗ ਟੂ ਪਾਈਥਾਗੋਰਸ ਥਿਊਰਮ। ਠੀਕ ਹੈ ਜੀ, ਪਾਈਥਾਗੋਰਸ ਥਿਊਰਮ ਤਾਂ ਸਾਡੇ ਕੋਲ ਕੀ ਹੁੰਦਾ ਹਾਈਪੋਟੇਨਿਊਜ਼। ਠੀਕ ਹੈ ਜੀ, ਇਹ ਵਾਲੀ ਸਾਈਡ ਨੂੰ ਅਸੀਂ ਹਾਈਪੋਟੇਨਿਊਜ਼ ਬੋਲਦੇ ਹਾਂ। ਹਾਈਪੋਟੇਨਿਊਜ਼ ਦਾ ਸਕੁਅਰ ਇਜ਼ ਇਕੁਅਲ ਟੂ ਇਹ ਵਾਲਾ ਸਾਡੇ ਕੋਲੇ ਬੇਸ ਹੁੰਦਾ ਹੈ। ਠੀਕ ਹੈ ਜੀ, ਇਹ ਵਾਲੀ ਟ੍ਰਾਇੰਗਲ ਹੋ ਗਈ, ਇਹ ਚੀਜ਼ ਨੂੰ ਅਸੀਂ ਬੇਸ ਕਹਿੰਦੇ ਹਾਂ। ਹਾਈਪੋਟੇਨਿਊਜ਼ ਹੁੰਦਾ ਹੈ ਕਿ ਆਪਣੇ ਕੋਲ ਕਿੰਦਾ ਪਰਪੈਂਡੀਕੂਲਰ ਹੁੰਦਾ ਹੈ। ਠੀਕ ਹੈ, ਤਾਂ ਆਪਣੇ ਕੋਲੇ ਕੀ ਆ ਜਾਊਗਾ ਬੇਸ ਦਾ ਸਕੁਅਰ ਪਲੱਸ ਪਰਪੈਂਡੀਕੂਲਰ ਦਾ ਸਕੁਅਰ। ਠੀਕ ਹੈ ਜੀ, ਹੁਣ ਦੇਖੀਏ ਅਗਰ ਅਸੀਂ ਤਾਂ ਸਾਡੇ ਕੋਲੇ ਜਿਹੜਾ ਹੈਗਾ ਹਾਈਪੋਟੇਨਿਊਜ਼ ਡਾਇਗੋਨਲ ਹੋ ਗਿਆ ਨਾ ਇਹ ਵਾਲਾ, ਤੇ ਕਿਹਦੀ ਇਕੁਅਲ ਹੋਊਗਾ ਆਪਣੇ ਕੋਲ ਇੱਥੇ x + 60 ਇਹਦਾ ਸਾਰੇ ਦਾ ਸਕੁਅਰ ਵੈਲਿਊ ਪੁੱਟ ਕਰ ਦਾਂਗੇ। ਬੇਸ ਹੈਗਾ ਸਾਡੇ ਕੋਲੇ x + 30 ਇਹਦਾ ਸਾਰੇ ਦਾ ਸਕੁਅਰ
ये बेस सीगा एंड साडे कोल जिहड़ा परपेंडिकुलर है, परपेंडिकुलर की है x, x का स्केयर आ जाऊगा। ठीक है जी, इन्हें सॉल्व करो। देखो इत्थे असीं a + b दे स्केयर दा आइडेंटिटी अप्लाई कर, a + b दे स्केयर दी आइडेंटिटी की हुंदी है a स्केयर प्लस 2ab प्लस b स्केयर। इट मीनस a साडे कोल इहदे विच हो गया x एंड b हो गया 60। अप्लाई करो तो क्या x स्केयर प्लस 2 इंटू x इंटू 60 2ab प्लस b का स्केयर 60 का स्केयर आ गया इज इक्वल टू सेम इत्थे अप्लाई करांगे x का स्केयर प्लस 2 इंटू x इंटू 30 प्लस 30 का स्केयर प्लस x स्केयर आ गया। ठीक है जी, हुण देखो कैलकुलेशन करो यदि x स्केयर मल्टीप्लाई करेंगे 120 60 ਨੂੰ ਅਸੀਂ 2 ਨਾਲ ਮਲਟੀਪਲਾਈ ਕਰਾਂਗੇ 120x ਆ ਗਿਆ प्लस 60 ਨੂੰ 60 ਨਾਲ ਮਲਟੀਪਲਾਈ ਕਰਾਂਗੇ ਆਪਣੇ ਕੋਲੇ 3600 आ गया इज इक्वल टू x स्क्वायर प्लस 60x। ठीक है, 30 ਨੂੰ 2 ਨਾਲ ਮਲਟੀਪਲਾਈ ਕਰਾਂਗੇ 60x प्लस 60 ਨੂੰ 30 ਨੂੰ 30 ਨਾਲ ਮਲਟੀਪਲਾਈ ਕਰਾਂਗੇ 900 आ गया प्लस x स्क्वायर। ठीक है जी, अगर ਅਸੀਂ ਇਹ ਵਾਲੀ ਸਾਰੀ ਟਰਮ ਨੂੰ ਚੱਕ ਕੇ ਜਿਹੜਾ ਹੈਗਾ राइट साइड पे ले जाइए तो की होगा देखो x स्क्वायर प्लस 60x प्लस 900 प्लस x स्क्वायर। ये वाले सारे में उसी राइट साइड पे लेके जाएंगे, सारे साइन चेंज हो जाएंगे। x स्क्वायर माइनस था 120x माइनस था एंड 360 ये भी माइनस हो गया इज इक्वल टू की आएगा बिल्कुल जीरो दे। देखो कैंसिल की हो रहा है x स्क्वायर नाल x स्क्वायर कैंसिल हो गया एंड अपने को बचे x स्क्वायर लिख लेंगे प्लस इस तो 60x एंड 120x 120 ਦੇ ਵਿੱਚੋਂ 60 ਮਾਈਨਸ ਕਰਾਂਗੇ प्लस माइनस माइनस ग्रेटर नंबर के माइनस ਦਾ ਸਾਈਨ ਹੈ। ठीक है जी, 120 ਦੇ ਵਿੱਚੋਂ ਅਸੀਂ 60 ਮਾਈਨਸ ਕੀਤਾ ਸਾਡੇ ਕੋਲ ਕੀ ਰਹਿ ਗਿਆ 60x ਬਚਿਆ। ਉਸ ਤੋਂ ਬਾਅਦ 900 एंड 360। ठीक है जी, 3600 ਇਹਦੇ ਵਿੱਚੋਂ ਅਸੀਂ ਮਾਈਨਸ ਕਰਨੇ ਨੇ 900 ਮਾਈਨਸ ਕਰ ਦੋ। ठीक है जी, माइनस करांगे तो अपने को की बचा 2700। ठीक है, तो अपने को क्या गया प्लस से सॉरी ये भी माइनस आऊगा क्योंकि ग्रेटर नंबर के माइनस का साइन है 2700 इज इक्वल टू 0। ठीक है जी, हम देखो अपने को ये बन गई क्वाड्रेटिक इक्वेशन, पूरी अपने को की बन गई है क्वाड्रेटिक इक्वेशन होगी। तो क्वाड्रेटिक इक्वेशन के अकॉर्डिंग सारे को फार्मूला की हुंदा क्वाड्रेटिक इक्वेशन का जो सी सॉल्व करते हुए b स्क्वायर सॉरी x इज इक्वल टू माइनस b प्लस माइनस b स्क्वायर माइनस 4ac ਇਹਦਾ √ ओवर 2a। ठीक है जी, ਹੁਣ देखो अपने को a की वैल्यू 1 एंड b की वैल्यू -60 एंड c की वैल्यू -2700 पुट करो वैल्यू x b की जगह पे की होगा अपने को -60 प्लस माइनस 60 का स्क्वायर -4 a की वैल्यू हैगी 1 एंड c की वैल्यू हैगी -2700 ਇਹਦਾ ਸਾਰੇ ਦਾ √ आ जाएगा। ठीक है जी, ओवर दे विच 2 a की वैल्यू 1 है। नेक्स्ट तो देखो माइनस माइनस प्लस हो गया 60 आ गया प्लस माइनस 60 ਨੂੰ 6 ਨਾਲ ਮਲਟੀਪਲਾਈ ਕਰਾਂਗੇ 3600 माइनस माइनस प्लस हो गया। ਹੁਣ 2700 ਨੂੰ ਅਸੀਂ ਮਲਟੀਪਲਾਈ ਕਰਨੀ ਹੈ 4 ਨਾਲ। ठीक है जी, मल्टीप्लाई करो फिर इसे 0 0 28 2 कैरी लिखा गया 8 9 10 एंड देखो अपने को की बचा 9 10 एंड 11 8 9 10 सॉरी प्लस करके 108 0 0 ये सारे का रूट आ गया ओवर दे विच की बनूगा फिर सारे कोले 2। ठीक है जी, प्लस कर दो हम 60 प्लस माइनस। ठीक है, हम देखो प्लस करांगे आप सारे ਨੂੰ 10800 ਦੇ ਵਿੱਚ ਅਸੀਂ 3600 प्लस करना है 0 0 प्लस किया तो अपने को आ गया 4 एंड 4 1 की आ गया। ठीक है जी, इसका √ ओवर 2। हम देखो ये किहदा रूट हो गया अपने को 120 का। ठीक है जी, 120 ਨੂੰ ਤੁਸੀਂ 120 ਨਾਲ ਮਲਟੀਪਲਾਈ ਕਰੋਗੇ ਤਾਂ ਤੁਹਾਡੇ ਕੋਲ ਰਿਜ਼ਲਟ ਕੀ ਆਊਗਾ 144 एंड 00। ठीक है जी, तो आप इतने की लिख सकते हैं 120 60 प्लस 120 ओवर 2 प्लस माइनस एक बार आप इन्हें प्लस लवांगे एंड एक बार ਅਸੀਂ ਇਹਨੂੰ ਕੀ ਕਰਾਂਗੇ माइनस। देखो x इज इक्वल टू 60 प्लस जो ਤੁਸੀਂ प्लस लिखांगे तो ਕੀ होगा 60 प्लस 120
180/2 आ गया एंड जो इन्होंने दोनों को माइनस करांगे तो की आ जाऊगा 60 के विचों -60/2 ये हो गया -30 ठीक है जी -30 का रिजेक्ट हो गया तो असं लै नहीं सकते तो साडा रिजल्ट की आ गया 90 x की वैल्यू की आ गई 90 ठीक है जी डायग्राम दोबारा बना लेने आपां की लैके चले सी असीं शॉर्टर साइड में एक्स लेट किया 90 आ गई तो फिर हुण अपने को जिहड़ा हैगा डायगोनल की आ गया x प्लस 60 सीगा तो कि जो 90 प्लस 60 90 ਦੇ ਵਿੱਚ 60 प्लस करोगे तो अपने को रिजल्ट की आ गया 150 ठीक है जी 90 मीटर 150 मीटर एंड अपने को जो सी बेस सी x प्लस 30 ठीक है जी देखो x की वैल्यू अपने को आई आ 90 प्लस बेस ऐड करांगे तो अपने को की हो गया 120 मीटर तो बेस की आ गया साडे कोले 120 मीटर एंड डायगोनल जो हैगा वो साडे कोले आ गया 150 मीटर एंड जो साडे हैगा शॉर्टर साइड उसकी वैल्यू की हैगी 90 ये असीं फाइंड आउट करना सी ठीक है जी हुण आपां चलदे अपने नेक्स्ट क्वेश्चन हाँ जी नेक्स्ट अपने को आ गया 7th क्वेश्चन देखो 7th क्वेश्चन च की कह रहे हैं कहते द डिफरेंस ऑफ स्क्वायर ऑफ टू नंबर्स इज 180 द स्क्वायर ऑफ स्मॉलर नंबर इज 8 टाइम द लार्जर नंबर फाइंड टू नंबर्स ਅਸੀਂ टू नंबर फाइंड आउट करने ने जिन्हां दे स्क्वायर दा अगर ਅਸੀਂ दो नंबर ਦਾ स्क्वायर करके उन्हां दा डिफरेंस करिए तो किहदे कोल 180 दे एंड जो साडे कोल इन्हां ने कहा कि एक लार्जर नंबर है एक स्मॉलर नंबर है एंड जो साडे कोल हैगा स्मॉलर नंबर वो 8 टाइम किहदा हैगा लार्जर नंबर दा ठीक है जी हुण अगर ਅਸੀਂ लेट करके चल पई स्मॉलर नंबर एंड लार्जर नंबर सपोज कर लो लेट दी लार्जर ठीक है जी लार्जर नंबर x एंड स्मॉलर नंबर नूं असीं अगर लेट कर लिए स्मॉलर नंबर नूं y ठीक है जी y लेट कर हुण आपां नूं की कहा भी दो नंबर उन्हां दे स्क्वायर दा सम की आ जाऊगा अकॉर्डिंग टू क्वेश्चन स्क्वायर दोनों दे स्क्वायर दा डिफरेंस कहा सॉरी दोनों दे स्क्वायर दा डिफरेंस की आ जाऊगा फर्स्ट दा स्क्वायर x स्क्वायर हो गया सेकंड नंबर दा स्क्वायर y स्क्वायर हो गया एंड दोनों दा डिफरेंस की इक्वल अपने कोले 180 इनू लेट कर लो कि साडे कोले फर्स्ट इक्वेशन होगी इस बार सैकेंड कंडीशन दे विच की कहा कि अगर जिहड़ा हैगा स्मॉलर नंबर की है बाई स्मॉलर नंबर दा जिहड़ा स्क्वायर है स्मॉलर नंबर दा स्क्वायर हो गया y स्क्वायर इज इक्वल टू द स्क्वायर ऑफ स्मॉलर नंबर स्क्वायर लिखता सी स्मॉलर नंबर दा इज 8 टाइम दी लार्जर नंबर की है फिर x कैन यू द 8 टाइम ठीक है जी तो ये हो गया हुण अगर असीं ठीक है जी अगर असीं y स्क्वायर जिहड़ा हैगा इज इक्वल टू 8x दी वैल्यू 1 दे विच पुट कर दईए तां की लिखांगे असीं पुट y स्क्वायर इज इक्वल टू 8x इन इक्वेशन 1 च पुट करो x स्क्वायर माइनस y की जगह ते आ गया अपने कोले 8x इज इक्वल टू 180 अगर असीं 180 जिहड़ा हैगा राइट साइड ते पॉजिटिव उहनूं लैफ्ट साइड ते लै लईए नेगेटिव हो जाएगा इज इक्वल टू 0 ये साडी बनूगी जनरल इक्वेशन ax स्क्वायर माइनस bx प्लस c इज इक्वल टू 0 a दी वैल्यू होगी 1 एंड b दी वैल्यू -8 एंड c दी वैल्यू -180 तो साडे कोल क्वाड्रेटिक फार्मूला की हुंदा -b प्लस b स्क्वायर माइनस 4ac इहदा सारी दा अंडर रूट ओवर 2 है देखो एक बार इक्वेशन बनानी है उस तो सारा सम साडा एज इट इज आ क्वाड्रेटिक फार्मूले नाल हो रहा है एक बार स्टेटमेंट समझनी है जो साडी क्वाड्रेटिक इक्वेशन बन गई उस तो सारा ईजी है ठीक है जी हुण देखो इत्थे अपने कोले b दी वैल्यू हैगी है -8 प्लस माइनस 8 दा स्क्वायर -4 a दी वैल्यू हैगी अपने कोले 1 एंड c दी वैल्यू हैगी है -180 इहदा सारे दा अंडर रूट ओवर 2 a दी जगह ते 1 आ जाऊगा देखो x ठीक है जी x इज इक्वल टू माइनस प्लस हो गया ठीक है जी माइनस को माइनस में मल्टीप्लाई करके प्लस हो गया प्लस -8 नु 8 ਨਾਲ मल्टीप्लाई करांगे 64 ये भी माइनस प्लस हो गया 180 नु ਅਸੀਂ मल्टीप्लाई करनी है 4 ਨਾਲ 0 32 3 कैरी 720 हो गया 720 ठीक है जी ਇਹਦਾ ਅੰਡਰ रूट ओवर ਦੇ ਵਿੱਚ ਆਪਣੇ ਕੋਲੇ 2 ही आ जाऊगा 2 ही लिखांगे ਹੁਣ देखो 8 प्लस माइनस इन्होंने प्लस करिए अगर असी 720 ਦੇ ਵਿੱਚ ऐड करिए 64 4 8 7 784 over 2 ਹੁਣ 784 की ਦਾ स्क्वायर ਹੁੰਦਾ अगर असी 28 ਨੂੰ 28 ਨਾਲ मल्टीप्लाई करिए देखो
8 ਨੂੰ 8 ਨਾਲ ਮਲਟੀਪਲਾਈ ਕੀਤੀ 64, 2 कैरी 16, 15 हो गया, 16 4 एंड 5 हो गया। ठीक है जी। तो इतने प्लस करांगे 4 प्लस किया अपने को 8 प्लस 16 तक ही आ गया अपने को, देखो बन नहीं रहा। ठीक है जी। दोबारा चेक करो 8 ਨੂੰ 8 ਨਾਲ मल्टीप्लाई करांगे अपने को रिजल्ट आ रहा है प्लस से किया 6 7 8 एंड 7। हाँ जी 8 ਨੂੰ 8 ਨਾਲ मल्टीप्लाई की 64, 6 कैरी होना सी इतने 6 कैरी सी सॉरी 6 कैरी लवांगे 16, 16 प्लस 6 की हो गया 16 17 18 19 20 21 22 22 हो गया। ठीक है जी। हम इन्हों प्लस करांगे 22 थे भी 22 होगा, इट मीनस 784 ही बनी जा रहा है अपने को। ठीक है जी। तो इट मीनस कि स्केयर हो गया जी जो 784 आ 8 प्लस माइनस 28 का 2। हम एक्स की वैल्यू फाइंड आउट करने लिए की करांगे ਅਸੀਂ ਇੱਕ ਵਾਰ ਇਹਨੂੰ ਪੋਜ਼ਿਟਿਵ ਦੇ ਵਿੱਚ ਰਾਈਟ ਕਰਾਂਗੇ ਐਂਡ ਇੱਕ ਵਾਰ ਅਸੀਂ ਨੈਗੇਟਿਵ ਦੇ ਵਿੱਚ ਰਾਈਟ ਕਰਾਂਗੇ ਜੋ ਵੀ ਸਾਡੇ ਕੋਲੇ ਇਕੁਏਸ਼ਨ ਬਣੀ ਹੈ। ਠੀਕ ਹੈ ਜੀ। ਸੋਲੂਸ਼ਨ ਆਇਆ ਇੱਥੇ ਆਪਣੇ ਕੋਲੇ ਪਲੱਸ ਮਾਈਨਸ ਦਾ ਸਾਈਨ ਹੈ ਕੀ ਲਿਖਾਂਗੇ 8 + 28/2 ਐਂਡ 8 - 28/2। ਠੀਕ ਹੈ ਜੀ। ਹੁਣ x ਦੀ ਵੈल्यू ਕੀ ਆ ਜੂਗੀ 8 ਪਲੱਸ ਕਰਾਂਗੇ 28 ਦੇ ਵਿੱਚੋਂ 36/2 ਆ ਗਿਆ, ਇੱਥੇ ਮਾਈਨਸ ਕਰਾਂਗੇ 20/2 ਆ ਗਿਆ, ਕੈਂਸਲ ਕਰਾਂਗੇ 10 माइनस का 10 आ गया, माइनस तो आउंदी ही वैल्यू रिजेक्ट हो जूगी। ठीक है जी। तो अपने को आंसर की आया 118 एक्स की वैल्यू की आएगी 18। ठीक है जी। इट मीनस जो है साडा एक्स असीं लैके चले सीगे लार्जर नंबर आ गया 18। स्मॉलर नंबर की सीगा स्मॉलर नंबर सीगा कि 22² इज इक्वल टू। ठीक है जी। चलो इधर कर लेने आपां लार्जर नंबर जो है साढ़े को इक्वल सीगा 22² इज इक्वल टू 8x से हम असी x की वैल्यू फाइंड आउट की है 18 8 मल्टीप्लाई 18 हम 18 नाल मल्टीप्लाई करो 8 की 18 नाल मल्टीप्लाई करोगे देखो अपने को आ गया 64 एंड 6 कैरी 8 144 144 की स्केयर होता है 12 का स्केयर नाल स्केयर कैंसल इट मींस y की वैल्यू की है साडे कोल 12। तो साडा जेड़ा लार्जर नंबर हो गया 18 हो गया एंड स्मॉलर नंबर की हो गया 12 जो सी फाइंड आउट करना सी। ठीक है जी। ये सीगा साडा 7th क्वेश्चन। हुण आपां चल रहे हैं नेक्स्ट 8th क्वेश्चन। हां जी नेक्स्ट अपने को लगा 8th क्वेश्चन। देखो 8th क्वेश्चन च की कहा कहंदे आ ट्रेन ट्रैवल्स 360 किलोमीटर एट अ यूनिफॉर्म स्पीड इफ द स्पीड हैड बीन 5 किलोमीटर पर आवर मोर it would have taken 1 hour less for the same journey. Find the speed of the train. ਅਸੀਂ ਕੀ ਕਰਨਾ ਟ੍ਰੇਨ ਦੀ ਸਪੀਡ ਫਾਈਂਡ ਆਊਟ ਕਰਨੀ ਹੈ। ਕਹਿੰਦੇ ਅਗਰ ਸਾਡੇ ਕੋਲੇ ਟੋਟਲ ਡਿਸਟੈਂਸ ਹੈਗੀ ਹੈ 360 ਕਿਲੋਮੀਟਰ ਯੂਨੀਫਾਰਮ ਸਪੀਡ ਦੇ ਉੱਪਰ ਕੋਈ ਟ੍ਰੇਨ ਜਾ ਰਹੀ ਹੈ ਔਰ ਡਿਸਟੈਂਸ ਟਰੈਵਲ ਕਰ ਰਹੀ ਹੈ 360 ਕਿਲੋਮੀਟਰ। ਠੀਕ ਹੈ ਜੀ। ਕਹਿੰਦੇ ਅਗਰ ਅਸੀਂ ਉਸ ਟ੍ਰੇਨ ਦੀ ਜਿਹੜੀ ਹੈਗੀ ਸਪੀਡ ਇਨਕਰੀਜ਼ ਕਰ ਦਈਏ ਸਪੀਡ ਨੂੰ ਵਧਾ ਦਈਏ ਠੀਕ ਹੈ ਕਿੰਨਾ 5 ਕਿਲੋਮੀਟਰ ਪਰ ਆਵਰ ਦੇ ਪਿੱਛੇ ਅਸੀਂ 5 ਕਿਲੋਮੀਟਰ ਜਿਹੜਾ ਹੈਗਾ ਉਹਨੂੰ ਇਨਕਰੀਜ਼ ਕਰ ਦਈਏ मीनस 1 घंटे ਦੇ ਵਿੱਚ ਪਹਿਲਾਂ ਨਾਲੋਂ ਕੀ ਕਰਦੀ ਉਹ 5 ਕਿਲੋਮੀਟਰ ਜ਼ਿਆਦਾ ਡਿਸਟੈਂਸ ਜਿਹੜੀ ਟਰੈਵਲ ਕਰਦੀ ਹੈ ਤਾਂ ਕਹਿੰਦੇ ਉਹ ਕੀ ਕਰੂਗੀ 1 ਘੰਟਾ ਘੱਟ ਟਾਈਮ ਲਊਗੀ ਪਹਿਲਾਂ ਵਾਲੇ ਟਾਈਮ ਨਾਲੋਂ। ਠੀਕ ਹੈ ਜੀ। ਤਾਂ ਅਸੀਂ ਉਸ ਟ੍ਰੇਨ ਦੀ ਜਿਹੜੀ ਹੈਗੀ ਸਪੀਡ ਫਾਈਂਡ ਆਊਟ ਕਰਨੀ ਹੈ। ਹੁਣ ਸਪੀਡ ਫਾਈਂਡ ਆਊਟ ਕਰਨੀ ਹੈ ਤਾਂ ਆਪਾਂ ਸਪੀਡ ਹੀ ਲੈ ਕੇ ਚੱਲ ਪੈਂਦੇ ਹਾਂ। ਤਾਂ ਸੋਲੂਸ਼ਨ ਕੀ ਹੋਗਾ ਆਪਣਾ ਲੈਟ ਦਾ ਸਪੀਡ ਨੂੰ ਸਿਲੈਕਟ ਕਰ ਲੈਂਦੇ ਹਾਂ ਕਿ ਜੋ ਟ੍ਰੇਨ ਦੀ ਸਪੀਡ ਹੈ ਲੈਟ ਦਾ ਸਪੀਡ ਆਫ ਟ੍ਰੇਨ। ਠੀਕ ਹੈ ਜੀ। ਟ੍ਰੇਨ ਦੀ ਸਪੀਡ ਕੀ ਆ ਜਾਊਗੀ x ਕਿਲੋਮੀਟਰ पर आवर 1 घंटे ਦੇ ਵਿੱਚ ਕਿੰਨਾ ਚੱਲਦੀ ਹੈ ਉਹ x ਕਿਲੋਮੀਟਰ ਚੱਲਦੀ ਹੈ। ਹੁਣ ਦੇਖੋ ਆਪਣੇ ਕੋਲੇ ਜਿਹੜੀ ਡਿਸਟੈਂਸ ਦਿੱਤੀ ਹੋਈ ਹੈ ਟੋਟਲ ਡਿਸਟੈਂਸ ਆਪਾਂ ਨੂੰ ਜਿਹੜੀ ਗਿਵਨ ਦਿੱਤੀ ਹੋਈ ਹੈ 360 ਕਿਲੋਮੀਟਰ। ਤਾਂ ਆਪਣੇ ਕੋਲੇ ਟਾਈਮ ਕੀ ਹੋ ਗਿਆ ਜਿਹੜੀ ਫਸਟ ਯੂਨੀਫਾਰਮ ਸਪੀਡ ਦੇ ਉੱਪਰ ਉਹ ਚੱਲ ਰਹੀ ਹੈ। ਠੀਕ ਹੈ ਜੀ। ਤਾਂ ਟਾਈਮ ਕਿੰਨਾ ਲਊਗੀ ਟਾਈਮ ਇਜ਼ ਇਕੁਅਲ ਟੂ ਟਾਈਮ ਦਾ ਫਾਰਮੂਲਾ ਕੀ ਹੁੰਦਾ ਹੈ डिस्टेंस। ठीक है डिस्टेंस ओवर स्पीड। देखिए तो अपने को डिस्टेंस है 360 एंड स्पीड है x। ठीक है जी। तो टाइम साडे कोल की आ गया 360 ओवर x। हुण इस तो बाद सानू कहता कि अगर असी उहदी स्पीड नू इनक्रीज कर दईए तो स्पीड कंडीशन सैकेंड पा सकते असी। ठीक है जी। स्पीड ऑफ ट्रेन कितनी है x प्लस 5। तो टाइम की होगा अपने को। ठीक है जो साडे कोल जिहड़ी हैगी है स्पीड ऑफ ट्रेन होगी जिहड़ी x प्लस 5 किलोमीटर पर आवर।
तो साडे कोल देखो टाइम क्या होगा x+5 ओवर सॉरी डिस्टेंस ओवर टाइम, डिस्टेंस ओवर स्पीड होंगी है ना, डिस्टेंस अपने को सेम ही है क्योंकि सानू क्या है कि सेम जर्नी नू ट्रैवल करने लिए की करती है 1 घंटा घट टाइम लगती है 360 ओवर x+5, ठीक है जी। x+5 हो गया टाइम। हुण अकॉर्डिंग टू क्वेश्चन सानू की कहा कि वो की करती है सेम डिस्टेंस ट्रैवल कर ली 1 घंटा घट टाइम लगे, इट मीनस ਅਸੀਂ 1 माइनस कर देंगे पहला वाले चो जो भी अपने को हैगी सी डिस्टेंस x प्लस ये होगा फिर 5 दी, ठीक है। हम इन्हें फाइंड आउट करो सोल्यूशन। देखो आप अगर इनू मैं 1 नू राइट साइड ते ले जाए वाली सारी टर्म नू जाके लेफ्ट साइड ते ले आवां तो मेरे को रिजल्ट क्या होगा 360 x माइनस ये पॉजिटिव है सारा मेरे को इधरली साइड पे होके नेगेटिव आ जाएगा 360 ओवर x+5 एंड 1 नेगेटिव सी दूसरी साइड जाके पॉजिटिव हो गया, ठीक है जी। हम इत्थे ਅਸੀਂ एलसीएम फाइंड आउट करांगे। एलसीएम की आ जाएगा साडा x+5, ठीक है। x * x+5 आ गया, क्रॉस मल्टीप्लाई कर दो 360 ਨੂੰ मल्टीप्लाई करांगे x+5 ਨਾਲ एंड माइनस x ਨੂੰ मल्टीप्लाई करांगे 360 ਨਾਲ 360x आ गया = 1। ਹੁਣ देखो 360 ਨੂੰ ਅਸੀਂ मल्टीप्लाई करांगे x ਨਾਲ 360x एंड 5 ਨਾਲ मल्टीप्लाई करांगे 360 ਨੂੰ 5 ਨਾਲ मल्टीप्लाई करो 0 33 कैरी 15 16 17 1800 आ गया, ठीक है जी। माइनस 360x ओवर दे विच इन्हां दी मल्टीप्लाई कर दो x ਨਾਲ मल्टीप्लाई करेंगे x² प्लस 5x = 1। पॉजिटिव एक नेगेटिव है कैंसिल हो गए। हुण अगर आप इत्थे क्रॉस मल्टीप्लाई कर दीए 1 ओवर 1 लेके इन्हां दी क्रॉस मल्टीप्लाई करांगे तो अपने को रिजल्ट क्या आ जाएगा x² प्लस 5x क्योंकि ये वाली सारी टर्म उसी 1 ਨਾਲ मल्टीप्लाई किया तो अपने को एज इट इज रह जाएगा एंड 1800 ਨੂੰ 1 ਨਾਲ मल्टीप्लाई करेंगे 1800 आ जाएगा तो अपने को क्या आ गया x² प्लस 5x 1800 ਜਿਹੜਾ ਹੈਗਾ ਪੋਜ਼ਿਟਿਵ ਹੈ ਰਾਈਟ ਸਾਈਡ ਤੇ ਲੈਫਟ ਸਾਈਡ ਤੇ ਇੱਕ ਨੈਗੇਟਿਵ ਹੋ ਜਾਊਗਾ। ਹੁਣ ਇੱਥੇ ਸਾਡੇ ਕੋਲ ਬਣ ਗਈ ਕੁਆਡਰੈਟਿਕ ਇਕੁਏਸ਼ਨ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਆਪਣਾ ਫਾਰਮੂਲਾ ਅਪਲਾਈ ਕਰ ਦਾਂਗੇ ਕੁਆਡਰੈਟਿਕ ਫਾਰਮੂਲਾ x ਦੀ ਵੈਲਿਊ ਫਾਈਂਡ ਆਊਟ ਕਰਨੀ। ਫਾਰਮੂਲਾ ਕੀ ਹੈ -b प्लस माइनस b² माइनस 4ac ਇਹਦਾ ਅੰਡਰੂਟ ਸਾਰੇ ਦਾ ਓਵਰ 2 ਹੈ। वैल्यू पुट कर दो। देखो वैल्यू पुट करांगे तो अपने को रिजल्ट क्या है b की वैल्यू माइनस माइनस है तो अपने को क्या आ जाएगा इतने 5 की जगह पे 5 आ गया, ठीक है जी। प्लस माइनस b की वैल्यू 5 का स्क्वायर माइनस a की वैल्यू 1 एंड b की वैल्यू माइनस 1800 है। ਇਹਦਾ ਸਾਰੇ ਦਾ रूट आ गया, ठीक है जी। ओवर ਦੇ ਵਿੱਚ ਆਪਣੇ ਕੋਲ ਆ ਗਿਆ 2a की वैल्यू 1 है। इस तो बाद देखो अगर आप इस तो बाद अगर आप इधर सॉल्व कर लिए नु तो अपने को देखो रिजल्ट की बन रहा माइनस x की वैल्यू x = -5 प्लस माइनस 5 5 ना मल्टीप्लाई करेंगे 25 एंड 1800 नु ਅਸੀਂ 4 ना 4ac सी ना सॉरी ते 4 लिखी है ਆਪਾਂ 1800 नु 4 ना मल्टीप्लाई करना ਸੀ इस तरीके ਨਾਲ 1800 नु 4 ना मल्टीप्लाई 0 0, ठीक है जी। 32 3 कैरी 72 7200 ਇਹਦਾ ਸਾਰੇ ਦਾ रूट ओवर 2 आ गया, ठीक है। प्लस करांगे तो अपने को की आ गया -5 प्लस माइनस 72 एंड 25 ਇਹਦਾ 2 ਹਣੀ ਕਿਹਦਾ ਸਕੁਅਰ ਹੁੰਦਾ 72 25 85 ਦਾ ਇਟ ਮੀਨਸ ਅਸੀਂ ਕੀ ਲਿਖ ਸਕਦੇ ਹਾਂ -5 प्लस माइनस 85 ओवर 2 इट मींस की हो गया 85 मल्टीप्लाई 85 में 85 ना मल्टीप्लाई करेंगे अपने को क्या होगा 7225 तो ਅਸੀਂ 2 ਦੇ ਪੇਅਰ ਦੇ ਵਿੱਚ 1 ਬਾਹਰ ਲੈ ਲੈਣੇ ਤਾਂ ਸਾਡਾ रूट खत्म हो ਜਾਂਦਾ ਹੁੰਦਾ, ठीक है जी। तो अपने को ਕੀ ਆ ਗਿਆ 85 आ गया, ठीक है। फिर एक बार ਇਹਨੂੰ ਆਪਾਂ ਪੋਜ਼ਿਟਿਵ ਚ ਲੈ ਕੇ ਚੱਲਾਂਗੇ ਇੱਕ ਵਾਰ ਨੈਗੇਟਿਵ ਚ x ਦੀ ਵੈਲਿਊ ਕੀ ਹੋਗੀ -5 - 85 ओवर 2 एंड -5 प्लस 85 ओवर 2 तो देखो अपने को ये तो माइनस ही आ जाएगा रिजल्ट सॉल्व करने की भी लोड़ नहीं रिजेक्ट ही हो गया, ठीक है जी, क्योंकि नैगेटिव जाऊगा आंसर। हम इतने देखो प्लस माइनस माइनस करांगे 80 आ गया 80 ओवर 2 कैंसिल करोगे 40 तो साडे कोल x की वैल्यू जी हैगी की आएगी 40, ठीक है जी। फाइंड आउट करनी सी तो साडी स्पीड की आएगी 40 किलोमीटर पर आवर मीनस जी ट्रेन आ वो 1 घंटे के कितनी डिस्टेंस ट्रैवल करती है 40 किलोमीटर, ठीक है जी।
इसी साडा 8th क्वेश्चन। हुण आपां चलदे हां नैक्सट 9th क्वेश्चन। हाँ जी नैक्सट अपने कोल हैगा 9th क्वेश्चन। देखो 9th क्वेश्चन च की कह रहे ने, कहंदे 2 वाटर टैप्स टुगेदर कैन फिल अ टैंक इन 9 × 3/8 आवर्स। दो वाटर टैप्स ने जिहड़ियां मिलके एक टैंक नूं ठीक है जी फिल करदियां ने किन्ने घंटिਆਂ ਦੇ ਵਿੱਚ ਆਪਾਂ ਨੂੰ ਜਿਹੜੀ ਹੈਗੀ ਮਿਕਸਡ ਫ੍ਰੈਕਸ਼ਨ ਬਣਾ ਕੇ ਦਿੱਤੀ ਠੀਕ ਹੈ ਜੀ 9 × 3/8 ਆਵਰਸ ਦੇ ਵਿੱਚ ਦੋ ਟੈਪਸ ਮਿਲ ਕੇ ਜਿਹੜਾ ਹੈਗਾ ਟੈਂਕ ਨੂੰ ਫਿਲ ਕਰਦੀਆਂ ਨੇ। ਉਸ ਤੋਂ ਬਾਅਦ ਸਾਨੂੰ ਕੀ ਕਿਹਾ, the tap of larger diameter takes 10 hours less than the smaller of the fill the tank separately। ਸਾਨੂੰ ਕੀ ਕਹਤਾ ਕਿ ਜਿਹੜੀ ਹੈਗੀ ਹੈ ਲਾਰਜਰ ਟੈਪ ਠੀਕ ਹੈ ਜਿਹਦਾ ਡਾਇਆਮੀਟਰ ਜ਼ਿਆਦਾ ਗਾ ਉਹ ਕੀ ਕਰਦੀ ਹੈ ਸਮਾਲਰ ਟੈਪ ਨਾਲੋਂ 10 ਘੰਟੇ ਘੱਟ ਟਾਈਮ ਲੈਂਦੀ ਹੈ ਟੈਂਕ ਨੂੰ ਫਿਲ ਕਰਨ ਲਈ ਠੀਕ ਹੈ ਜੀ। ਉਸ ਤੋਂ ਬਾਅਦ ਸਾਨੂੰ ਕੀ ਕਿਹਾ, find the time in which each tap can separately fill the tank। ਅਸੀਂ ਕੀ ਕਰਨਾ ਹੈ, ਅਸੀਂ ਕੱਲੀ ਕੱਲੀ ਟੈਪ ਦਾ ਜਿਹੜਾ ਟਾਈਮ ਫਾਈਂਡ ਆਊਟ ਕਰਨਾ ਹੈ ਕਿ ਉਹ ਕਿੰਨੇ ਘੰਟੇ ਦੇ ਵਿੱਚ ਜਿਹੜਾ ਹੈਗੀਆਂ ਨੇ ਟੈਂਕ ਫਿਲ ਕਰਨੀਆਂ ਠੀਕ ਹੈ ਜੀ। ਚਲੋ ਸਟਾਰਟ ਕਰਦੇ ਹਾਂ। ਦੇਖੋ ਜੋ ਸਾਨੂੰ ਕੁਐਸਚਨ ਦੇ ਵਿੱਚ ਪੁੱਛਿਆ ਅਗਰ ਅਸੀਂ ਉਹੀ ਲੈਟ ਕਰਕੇ ਚੱਲੀਏ, ਅਸੀਂ ਲੈ ਲਿਆ ਕਿ ਲੈਟ ਦਾ ਨੰਬਰ ਆਫ ਆਵਰਸ ਰਿਕੁਆਇਰਡ ਬਾਈ ਦੀ ਲਾਰਜਰ ਟੈਪ ਜਿਹੜੀ ਹੈਗੀ ਆਪਣੇ ਕੋਲੇ ਲਾਰਜਰ ਵੱਡੀ ਟੈਪ ਹੈ ਉਹਨੂੰ ਕਿੰਨਾ ਟਾਈਮ ਲੱਗਦਾ ਹੈ ਟੈਂਕ ਫਿਲ ਕਰਨ ਲਈ x ਆਵਰਸ ਠੀਕ ਹੈ ਜੀ। ਐਂਡ ਜਿਹੜੀ ਸਮਾਲਰ ਟੈਪ ਹੈ ਤਾਂ ਫਿਰ ਉਹ ਕੀ ਕਰੂਗੀ ਉਹਦੇ ਨਾਲੋਂ 10 ਘੰਟੇ 10 ਘੰਟੇ ਵੱਧ ਦਾ ਟਾਈਮ ਲਊਗੀ। ਕਿੱਥੇ ਕਿਹਾ ਸੀ ਉਹਨਾਂ ਨੇ ਵੀ ਜਿਹੜੀ ਲਾਰਜਰ ਟੈਪ ਆ ਉਹ 10 ਘੰਟੇ ਘੱਟ ਟਾਈਮ ਲੈਂਦੀ ਹੈ ਕਿਹਦੇ ਨਾਲੋਂ ਸਮਾਲਰ ਨਾਲੋਂ, ਤਾਂ ਫਿਰ ਉਹ ਸਮਾਲਰ ਤਾਂ ਜ਼ਿਆਦਾ ਹੀ ਲਊਗੀ ਤਾਂ ਆਪਾਂ ਕੀ ਲਿਖਾਂਗੇ ਇਹਨੂੰ x + 10 ਆਵਰਸ ਠੀਕ ਹੈ ਜੀ। ਹੁਣ ਦੇਖੋ ਇਸ ਤੋਂ ਬਾਅਦ ਅਗਰ ਅਸੀਂ ਇਹਨਾਂ ਦੋਨਾਂ ਦਾ ਇਹ ਟਾਈਮ ਲੈ ਲਈ ਕਿ 1 ਘੰਟੇ ਦੇ ਵਿੱਚ ਉਹ ਕਿੰਨਾ ਜਿਹੜਾ ਹੈਗਾ ਟੈਂਕ ਫਿਲ ਕਰਨਗੇ। ਪਹਿਲਾਂ ਮੈਂ ਲਾਰਜਰ ਟੈਪ ਦਾ ਲੈ ਲਿਆ ਕਿ ਲਾਰਜਰ ਟੈਪ ਫਿਲ ਕਰੂਗੀ ਟੈਂਕ ਨੂੰ 1 ਘੰਟੇ ਦੇ ਵਿੱਚ 1/x ਜੋ ਵੀ ਸਾਡੇ ਕੋਲ ਇੱਥੇ ਹੈਗਾ ਰੈਸੀਪ੍ਰੋਕਲ ਹੋ ਜਾਂਦਾ ਹੁੰਦਾ ਨਾ ਠੀਕ ਹੈ ਜੀ। ਰੈਸੀਪ੍ਰੋਕਲ ਹੋ ਗਿਆ ਕੀ ਆ ਗਿਆ ਆਪਣੇ ਕੋਲੇ 1/x। ਸੇਮ ਸਮਾਲਰ ਟੈਪ ਕੀ ਲਊਗੀ 1 ਘੰਟੇ ਦੇ ਵਿੱਚ ਕਿੰਨਾ ਟਾਈਮ ਲਊਗੀ 1/x + 10 ਇਹਦਾ ਰੈਸੀਪ੍ਰੋਕਲ ਕਰ ਦਾਂਗੇ ਠੀਕ ਹੈ ਜੀ। ਹੁਣ ਸਾਨੂੰ ਕੀ ਕਿਹਾ ਕਿ ਦੋਨੋਂ ਟੈਪਸ ਮਿਲ ਕੇ ਕਿੰਨਾ ਟਾਈਮ ਲੈਂਦੀਆਂ ਨੇਗੀਆਂ, ਦੋਨੋਂ ਟੈਪਸ ਮਿਲ ਕੇ ਕਿੰਨਾ ਟਾਈਮ ਲੈਂਦੀਆਂ ਨੇ 9 × 3/8 ਤਾਂ ਦੋਨੋਂ ਜਿਹੜੀਆਂ ਟੈਪਸ ਨੇ ਉਹ 1 ਘੰਟੇ ਦੇ ਵਿੱਚ ਕਿੰਨਾ ਟਾਈਮ ਫਿਲ ਕਰਨਗੀਆਂ 1/, ਲੈ ਲਾਂਗੇ ਠੀਕ ਹੈ ਜੀ। ਅਪੋਨ ਦੇ ਵਿੱਚ ਮੀਨਸ ਇਹਦਾ ਵੀ ਅਸੀਂ ਰੈਸੀਪ੍ਰੋਕਲ ਕਰ ਦਾਂਗੇ ਤੇ ਕੀ ਆ ਗਿਆ ਸਾਡੇ ਕੋਲੇ 1/9 × 3/8। ਹੁਣ ਇਹ ਸਾਡੀ ਹੈਗੀ ਹੈ ਮਿਕਸਡ ਫ੍ਰੈਕਸ਼ਨ। ਅਗਰ ਅਸੀਂ ਇਹਨੂੰ ਇੰਪ੍ਰੋਪਰ ਫ੍ਰੈਕਸ਼ਨ ਦੇ ਵਿੱਚ ਚੇਂਜ ਕਰ ਦਈਏ, ਇੰਪ੍ਰੋਪਰ ਫ੍ਰੈਕਸ਼ਨ ਦੇ ਵਿੱਚ ਚੇਂਜ ਕਰਨ ਲਈ ਕੀ ਕਰਦੇ ਹੁੰਦੇ ਆਪਾਂ ਇਹਨਾਂ ਦੋਨਾਂ ਦੀ ਮਲਟੀਪਲਾਈ ਐਂਡ ਪਲੱਸ ਜੋ ਵੀ ਸਾਡੇ ਕੋਲੇ ਨਿਊਮਰੇਟਰ ਦੇ ਵਿੱਚ ਹੁੰਦਾ 8 × 9 8 ਨੂੰ 9 ਨਾਲ ਮਲਟੀਪਲਾਈ ਕਰਾਂਗੇ 72 ਦੇ ਵਿੱਚ 3 ਪਲੱਸ ਕਰਾਂਗੇ ਠੀਕ ਹੈ ਜੀ। ਇਹ ਬਣੂਗਾ 75/8 ਅਪੋਨ ਦੇ ਵਿੱਚ ਆ ਗਿਆ ਸਾਡੇ ਕੋਲੇ 1/75/8 ਇਹਦਾ ਰੈਸੀਪ੍ਰੋਕਲ ਕਰਾਂਗੇ 8/75 ਆ ਗਿਆ ਠੀਕ ਹੈ ਜੀ। 8/75 ਆ ਗਿਆ ਤਾਂ ਆਪਾਂ ਇਹਨੂੰ ਕਿਹਦੇ ਉੱਪਰ ਰੱਖਾਂਗੇ ਅਕੋਰਡਿੰਗ ਟੂ ਕੁਐਸਚਨ ਸਾਨੂੰ ਦੋਨੋਂ ਟੈਪਸ ਦਾ ਟਾਈਮ ਦਿੱਤਾ ਸੀ ਠੀਕ ਹੈ ਜੀ। ਦੋਨਾਂ ਨੂੰ ਪਲੱਸ ਕਰਾਂਗੇ ਕਿਹਦੇ ਉੱਪਰ ਰੱਖਾਂਗੇ 8/7/75 ਠੀਕ ਹੈ। ਹੁਣ ਇਸ ਤੋਂ ਬਾਅਦ ਦੇਖੋ ਆਪਾਂ ਜੋ ਵੀ ਪਹਿਲਾਂ ਪ੍ਰੋਬਲਮਸ ਸੋਲਵ ਕਰਕੇ ਹਟੇ ਆ ਆਪਣੀ ਸੇਮ ਇਕੁਏਸ਼ਨ ਉਦਾਂ ਹੀ ਬਣ ਗਈ। ਹੁਣ ਇਹ ਵਾਲੀ ਇਕੁਏਸ਼ਨ ਨੂੰ ਅਸੀਂ ਲੈ ਕੇ ਆਵਾਂਗੇ ਕੁਆਡਰੈਟਿਕ ਇਕੁਏਸ਼ਨ ਦੀ ਫਾਰਮ ਦੇ ਵਿੱਚ, ਕੁਆਡਰੈਟਿਕ ਇਕੁਏਸ਼ਨ ਦੀ ਫਾਰਮ 'ਚ ਲੈ ਕੇ ਵਾਲੀ ਨੂੰ ਸੋਲਵ ਕਰਾਂਗੇ। ਦੇਖੋ ਅਗਰ ਮੈਂ ਐਲਸੀਐਮ ਲੈ ਲਾਂ x ਤੇ x + 10 ਦਾ ਤਾਂ ਐਲਸੀਐਮ ਮੇਰੇ ਕੋਲ x ਐਂਡ x + 10 ਹੀ ਆ ਜਾਊਗਾ ਐਂਡ ਇਹਨਾਂ ਦੀ ਅਸੀਂ ਕ੍ਰਾਸ ਮਲਟੀਪਲਾਈ ਕਰਾਂਗੇ 1 ਨੂੰ ਮਲਟੀਪਲਾਈ ਕਰਾਂਗੇ x + 10 ਨਾਲ ਐਂਡ 1 ਨੂੰ ਮਲਟੀਪਲਾਈ ਕਰਾਂਗੇ ਅਸੀਂ x ਨਾਲ = 8/75 ਐਜ਼ ਇਟ ਇਜ਼ ਆ ਜਾਊਗਾ। ਹੁਣ ਦੇਖੋ ਇੱਥੇ ਆਪਣੇ ਕੋਲ x + x ਤੇ x ਨੂੰ ਪਲੱਸ ਕਰਾਂਗੇ 2x ਆ ਗਿਆ ਐਂਡ 10 ਐਜ਼ ਇਟ ਇਜ਼ ਆ ਜਾਊਗਾ। ਉਸ ਤੋਂ ਬਾਅਦ x ਨੂੰ x ਨਾਲ ਮਲਟੀਪਲਾਈ ਕੀਤਾ x² ਆ ਗਿਆ ਠੀਕ ਹੈ ਜੀ। x ਨੂੰ 10 ਨਾਲ ਮਲਟੀਪਲਾਈ ਕਰਾਂਗੇ 10x ਆ ਜਾਊਗਾ = 8/75 ਐਜ਼ ਇਟ ਇਜ਼। ਇਸ ਤੋਂ ਬਾਅਦ ਅਸੀਂ ਇਹਨਾਂ ਦੀ ਕ੍ਰਾਸ ਮਲਟੀਪਲਾਈ ਕਰਾਂਗੇ ਠੀਕ ਹੈ ਜੀ 75 ਨੂੰ ਇਹ ਵਾਲੇ ਨਿਊਮਰੇਟਰ ਨਾਲ ਐਂਡ ਜਿਹੜਾ ਹੈਗਾ ਸਾਡੇ ਕੋਲੇ 8 ਨੂੰ ਅਸੀਂ ਇਸ ਤਰੀਕੇ ਨਾਲ ਇਹ ਵਾਲੀ ਸਾਰੀ ਟਰਮ ਨਾਲ ਮਲਟੀਪਲਾਈ ਕਰ ਦਾਂਗੇ। ਦੇਖੋ 75 ਨੂੰ ਜਦੋਂ ਅਸੀਂ 2x ਨਾਲ ਮਲਟੀਪਲਾਈ ਕੀਤੀ 150x ਆ ਗਿਆ ਐਂਡ 75 ਨੂੰ ਜਦੋਂ ਅਸੀਂ 10 ਨਾਲ ਮਲਟੀਪਲਾਈ ਕਰਾਂਗੇ 750 ਆ ਜਾਊਗਾ = 8 ਨੂੰ ਅਸੀਂ x² ਨਾਲ ਮਲਟੀਪਲਾਈ ਕਰਾਂਗੇ 8x² ਐਂਡ 8 ਨੂੰ ਅਸੀਂ 10x ਨਾਲ ਮਲਟੀਪਲਾਈ ਕਰਾਂਗੇ 80x ਆ ਜਾਊਗਾ। ਹੁਣ ਜੋ ਵੀ ਮੇਰੇ ਕੋਲ ਲੈਫਟ ਸਾਈਡ ਤੇ ਟਰਮਸ ਨੇਗੀਆਂ ਉਹਨਾਂ ਨੂੰ ਮੈਂ ਰਾਈਟ ਸਾਈਡ ਤੇ ਲੈ ਜਾਊਂਗੀ ਠੀਕ ਹੈ ਜੀ। ਸਾਈਨ ਚੇਂਜ ਹੋ ਜਾਣਗੇ ਪੋਜ਼ਿਟਿਵ ਨੇ ਦੋਨੋਂ ਨੈਗੇਟਿਵ ਹੋ ਜਾਣਗੇ ਤਾਂ ਕੀ ਆ ਜਾਊਗਾ 8x² + 80x 150 ਪੋਜ਼ਿਟਿਵ ਹੈ ਨੈਗੇਟਿਵ ਹੋ ਜਾਊਗਾ ਐਂਡ 750 ਪੋਜ਼ਿਟਿਵ ਹੈ ਵੀ ਨੈਗੇਟਿਵ ਹੋ ਜਾਊਗਾ। ਹੁਣ ਅਗਰ ਦੇਖੀਏ ਸਾਡੇ ਕੋਲੇ x ਵਾਲੀ ਟਰਮ ਇਹ ਵੀ ਹੈਗੀ ਹੈ ਇਹ ਵੀ ਹੈਗੀ ਹੈ ਇਹ ਪਲੱਸ ਦੀ ਹੈ ਮਾਈਨਸ ਦੀ ਹੈ ਪਲੱਸ ਮਾਈਨਸ ਹੋ ਜਾਊਗਾ ਮਾਈਨਸ ਕਰਾਂਗੇ ਸਾਡੇ ਕੋਲ ਰਹਿ ਗਿਆ 70x - 750। ਹੁਣ ਇੱਥੇ ਆਪਣੇ ਕੋਲੇ 2 ਕਾਮਨ ਆ ਰਿਹਾ ਠੀਕ ਹੈ ਜੀ ਸਾਰੇ ਦੇ ਵਿੱਚੋਂ 2 ਕਾਮਨ ਆ ਰਿਹਾ ਸਾਰੇ ਨੂੰ ਅਸੀਂ ਕੀ ਕਰਾਂਗੇ 2 ਨਾਲ ਡਿਵਾਈਡ ਕਰ ਦਾਂਗੇ ਠੀਕ ਹੈ ਜੀ। 2 ਨਾਲ ਡਿਵਾਈਡ ਕਰ ਦੇਖੋ 8 ਨੂੰ 2 ਨਾਲ ਡਿਵਾਈਡ ਕਰੋਗੇ 4x² ਐਂਡ 70 ਨੂੰ 2 ਨਾਲ ਡਿਵਾਈਡ ਕਰੋਗੇ 35 ਐਂਡ 750 ਨੂੰ 2 ਨਾਲ ਡਿਵਾਈਡ ਕਰੋਗੇ ਕਿੰਨਾ ਆ ਜਾਊਗਾ ਆਪਣੇ ਕੋਲੇ 375। ਇਹ ਵਾਲਾ 2 ਦੂਸਰੀ ਸਾਈਡ ਜਾ ਕੇ 0 ਹੋ ਗਿਆ
ठीक है जी। तो अपने को की आ गई क्वाड्रेटिक इक्वेशन आ गई। ਹੁਣ क्वाड्रेटिक इक्वेशन ਨੂੰ ਸੋਲਵ ਕਰਨ ਲਈ ਸਾਡੇ ਕੋਲ ਇੱਕ ਸੀਗਾ क्वाड्रेटिक फार्मूला। क्वाड्रेटिक फार्मूला ਕੀ ਸੀਗਾ -b + -b² -4ac ਇਹਦਾ ਸਾਰੇ ਦਾ रूट ओवर ਦੇ ਵਿੱਚ 2 है। ठीक है जी। तो देखो v ਦੀ ਵੈਲਿਊ जनरल इक्वेशन की होंगी साडी क्वाड्रेटिक इक्वेशन दी ax² + bx + c = 0। तो फिर हम अपने को a दी वैल्यू है 4 एंड b दी वैल्यू है -35 -35 फिल करेंगे प्लस माइनस b दी जगह ते -35 का स्क्वायर। ठीक है जी। एंड -4 a दी जगह ते 4 आ गया एंड b दी जगह ते -375 आ गया। ਇਹਦਾ ਸਾਰੇ ਦਾ रूट अपॉन ਦੇ ਵਿੱਚ 2 a ਦੀ ਵੈल्यू ਹੈਗੀ ਆਪਣੇ ਕੋਲੇ 4। ਇਸ ਤੋਂ ਬਾਅਦ ਦੇਖੋ ਅੱਗੇ ਆਪਾਂ ਦੀ ਕੈਲਕੂਲੇਸ਼ਨ ਕਰਾਂਗੇ, ਇਹਨੂੰ ਸੋਲਵ ਕਰਾਂਗੇ ਤਾਂ ਆਪਣੇ ਕੋਲੇ ਰਿਜ਼ਲਟ ਕੀ ਆਊਗਾ। ਇਹਨੂੰ ਰਫ ਕਰ ਲੈਂਦੇ ਆ ਇੱਥੋਂ। देखो जो आप सॉल्व किया माइनस ਨੂੰ ਮਾਈਨਸ ਨਾਲ ਮਲਟੀਪਲਾਈ ਕਰਾਂਗੇ, ਮਾਈਨਸ ਨੂੰ ਮਾਈਨਸ ਨਾਲ ਮਲਟੀਪਲਾਈ ਕਰਾਂਗੇ ਆਪਣੇ ਕੋਲ ਰਿਜ਼ਲਟ ਕੀ ਆ ਜਾਊਗਾ। ਮਾਈਨਸ ਨੂੰ ਮਾਈਨਸ ਨਾਲ ਮਲਟੀਪਲਾਈ ਕੀਤਾ ਪਲੱਸ 35 ਆ ਗਿਆ। ਠੀਕ ਹੈ ਜੀ। ਪਲੱਸ ਮਾਈਨਸ ਹੁਣ 35 ਨੂੰ 35 ਨਾਲ ਮਲਟੀਪਲਾਈ ਕਰਾਂਗੇ। 35 ਨੂੰ 35 ਨਾਲ ਮਲਟੀਪਲਾਈ ਕਰੋ। ਦੇਖੋ 25 2 कैरी 15 16 17 15 1 कैरी एंड 9 10 अपने को की आ गया। ठीक है जी। 12 25 आ गया 12 25 प्लस देखो ए भी अपने को माइनस है, ए भी माइनस है, माइनस माइनस प्लस हो गया। हम 4 ਨੂੰ 4 ਨਾਲ ਮਲਟੀਪਲਾਈ ਕਰੋਗੇ 16 ਐਂਡ 16 ਨੂੰ ਤੁਸੀਂ ਮਲਟੀਪਲਾਈ ਕਰੋਗੇ 375 ਨਾਲ ਤਾਂ ਸਾਡੇ ਕੋਲ ਰਿਜ਼ਲਟ ਕੀ ਆਏਗਾ 6000। ਠੀਕ ਹੈ ਜੀ। ਇਹਦਾ ਸਾਰੇ ਦਾ रूट ओवर ਦੇ ਵਿੱਚ 2 ਨੂੰ ਅਸੀਂ 4 ਨਾਲ ਮਲਟੀਪਲਾਈ ਕਰਾਂਗੇ 8 ਆ ਗਿਆ। ਇਸ ਤੋਂ ਬਾਅਦ ਦੇਖੋ ਇਹ ਆਪਣੇ ਕੋਲ ਸਾਰਾ x ਦੇ ਇਕੁਅਲ ਚਲੀ ਜਾ ਰਿਹਾ। x = 35 प्लस माइनस ਇਹਨਾਂ ਨੂੰ प्लस कर दो तो अपने को लिखा गया 7225। ਹੁਣ ਇਹ ਕਿਹਦਾ ਸਕੁਅਰ ਹੁੰਦਾ 7225 85 ਦਾ। ठीक है जी। 85 ਨਾਲ ਮਲਟੀਪਲਾਈ ਕਰੋਗੇ ਤਾਂ ਤੁਹਾਡੇ ਕੋਲ ਰਿਜ਼ਲਟ ਕੀ ਆ ਜਾਊਗਾ 7225। ਤਾਂ ਲਿਖਾਂਗੇ ਅਸੀਂ 35 प्लस माइनस 85 ओवर 8। ਨਿੱਕੋ ਵਾਰ ਅਸੀਂ ਇਹਨੂੰ ਪਲੱਸ ਲਾਵਾਂਗੇ 35 प्लस 85 ओवर 8। दूसरी बार 35 माइनस 85 ओवर 8। ਇਸ ਤੋਂ ਬਾਅਦ ਦੇਖੋ ਤਾਂ ਫਿਰ ਆਪਣੇ ਕੋਲ x ਦੀ ਵੈਲਿਊ ਕੀ ਹੋਗੀ 85 ਦੇ ਵਿੱਚ ਅਸੀਂ 35 ਐਡ ਕਰਾਂਗੇ 5 + 5 10 ਐਂਡ 8 + 3 ਆਪਣੇ ਕੋਲ ਕੀ ਆ ਗਿਆ 8 + 3 11 ਐਂਡ 11 + 1 12 120 ओवर 8। ਤੇ ਆਪਣੇ ਕੋਲੇ ਮਾਈਨਸ ਕਰਕੇ ਆ ਜਾਊਗਾ। ਦੇਖੋ 5 ਤੋਂ 5 ਮਾਈਨਸ ਕਰਾਂਗੇ 0 ਐਂਡ 8 ਦੇ ਵਿੱਚੋਂ ਅਸੀਂ 3 ਮਾਈਨਸ ਕਰਾਂਗੇ -5 = 8। ਦੇਖੋ ਤਾਂ ਰਿਜੈਕਟ ਹੋ ਗਿਆ, ਨੈਗੇਟਿਵ ਦੇ ਵਿੱਚ ਆ ਗਿਆ। ਤਾਂ ਆਪਣੀ ਵੈਲਿਊ ਕੀ ਆ ਗਈ x ਦੀ ਵੈਲਿਊ ਕੀ ਹੋਗੀ 120 ਨੂੰ ਜਦੋਂ ਤੁਸੀਂ 8 ਨਾਲ ਡਿਵਾਈਡ ਕਰਾਂਗੇ 120 8 ਨਾਲ ਡਿਵਾਈਡ ਕਰੋ 1 ਤੇ ਗਿਆ। ਠੀਕ ਹੈ ਜੀ। 8 4 ਰਿਮਾਈਂਡਰ ਐਂਡ ਕੀ ਆ ਗਈ 15। ਤਾਂ x ਦੀ ਵੈਲਿਊ ਸਾਡੇ ਕੋਲ ਕੀ ਆ ਗਈ 15। ਅਸੀਂ ਕੀ ਲੈ ਕੇ ਚੱਲੇ ਸੀਗੇ ਕਿ ਜਿਹੜੀ ਹੈਗੀ ਸਾਡੇ ਕੋਲੇ ਲਾਰਜਰ ਟੈਪ ਉਹਨੂੰ ਕਿੰਨੇ ਘੰਟੇ ਲੱਗਣਗੇ 15 ਐਂਡ ਜਿਹੜੀ ਹੈਗੀ ਸਮਾਲਰ ਟੈਪ ਤਾਂ ਸਮਾਲਰ ਟੈਪ ਉਹਨੂੰ ਹੈਗਾ ਆਪਣੇ ਕੋਲੇ 25 ਕਿਉਂਕਿ 10 ਦੇ ਵਿੱਚ ਅਸੀਂ 25 ਦੇ ਵਿੱਚ ਜਿਹੜਾ ਹੈਗਾ x ਦੀ ਵੈਲਿਊ ਆਪਣੀ 15 आई है 15 ਦੇ ਵਿੱਚ 10 ਐਡ ਕਰਾਂਗੇ ਕਿਉਂਕਿ 10 ਘੰਟੇ ਤੋਂ ਜ਼ਿਆਦਾ ਟਾਈਮ ਲੱਗੂਗੀ। ਤਾਂ ਕੀ ਆ ਗਿਆ ਸਾਡੇ ਕੋਲ ਇਹਦਾ ਆਨਸਰ 25 ਆਵਰਸ। ਤਾਂ ਜਿਹੜੀ ਹੈਗੀ ਸਾਡੇ ਕੋਲ ਲਾਰਜਰ ਟੈਪ ਉਹ ਲੋਗੀ 15 ਆਵਰ ਐਂਡ ਜਿਹੜੀ ਹੈਗੀ ਸਾਡੇ ਕੋਲ ਸਮਾਲਰ ਟੈਪ ਉਹ ਲੋਗੀ 25 ਆਵਰ। ਠੀਕ ਹੈ ਜੀ। ਇਸ ਤੋਂ ਬਾਅਦ ਜਿਹੜਾ ਹੈਗਾ ਨੈਕਸਟ 10th ਕੁਐਸਚਨ ਉਹ ਐਜ਼ ਇਟ ਇਜ਼ 8th ਕੁਐਸਚਨ ਆਉਂਦਾ। ਹੁਣ ਆਪਾਂ ਚੱਲਦੇ ਹਾਂ ਨੈਕਸਟ 11th। हाँ जी। नेक्स्ट आप लोग लगेगा 11th क्वेश्चन। देखो 11th क्वेश्चन की कह रहे हैं कहते सम ऑफ द एरियाज ऑफ टू स्क्वायर्स इज 468 मीटर स्क्वायर। अपने कोले दो अलग-अलग स्क्वायर ने जिन्हां दा ਅਸੀਂ ਏਰੀਆ ਫਾਈਂਡ ਆਊਟ ਕਰੀਏ ਐਂਡ ਉਹਦੇ ਏਰੀਆ ਦਾ ਜਿਹੜਾ ਹੈਗਾ ਸਮ ਕਰੀਏ ਤਾਂ ਉਹ ਕਿਹਦੇ ਕੋਲ ਆਊਗਾ 468। दोनों स्क्वायर्स ਦੇ ਏਰੀਆ ਦਾ ਸਮ ਕਰਦੀ ਉਹ ਆਪਣੇ ਕੋਲ ਇਕੁਅਲ ਆਊਗਾ 468 ਮੀਟਰ स्क्वायर ਦੀ। if the difference of their perimeters is 24 मीटर एंड ਅਸੀਂ ਉਹਨੂੰ ਦੋਨੋਂ ਸਕੁਅਰਸ ਦੇ ਪੈਰੀਮੀਟਰ ਦਾ ਡਿਫਰੈਂਸ ਕਰ ਦਈਏ ਤਾਂ ਆਪਣੇ ਕੋਲ ਇਕੁਅਲ ਆਊਗਾ 24 ਮੀਟਰ ਦੇ। ਫਾਈਂਡ ਦੀ ਸਾਈਡਸ ਆਫ ਟੂ ਸਕੁਅਰਸ ਜੋ ਵੀ ਇਹ ਟੂ ਸਕੁਅਰਸ ਨੇ ਆਪਾਂ ਉਹਨਾਂ ਦੀਆਂ ਸਾਈਡਸ ਫਾਈਂਡ ਆਊਟ ਕਰਨੀਆਂ ਨੇ। ਠੀਕ ਹੈ ਜੀ। ਹੁਣ ਆਪਾਂ ਕੀ ਕਰ ਦਿੰਦੇ ਕਿ ਜੋ ਵੀ ਅਸੀਂ ਫਾਈਂਡ ਆਊਟ ਕਰਨਾ ਹੁੰਦਾ ਉਹਨੂੰ ਲੈਟ ਕਰਕੇ ਚੱਲ ਪੈਂਦੇ ਆ। ਤਾਂ ਅਸੀਂ ਲੈਟ ਕਰ ਲਾਂਗੇ ਕਿ ਸਾਈਡਸ ਲੈਟ ਦਾ ਸਾਈਡਸ ਸਾਈਡ ਆਫ ਫਸਟ ਸਕੁਅਰ ਦੀ ਸਾਈਡ ਨੂੰ ਲੈਟ ਕਰ ਲਓ x ਮੀਟਰ ਐਂਡ ਸੈਕਿੰਡ ਸਕੁਅਰ ਦੀ ਜਿਹੜੀ ਸਾਈਡ ਹੈ ਉਹ ਆਪਣੇ ਕੋਲ ਕੀ ਹੋ ਜੂਗੀ y ਮੀਟਰ। ਫਸਟ ਨੂੰ ਅਸੀਂ x ਮੀਟਰ ਲੈਟ ਕਰ ਲਿਆ ਐਂਡ ਸੈਕਿੰਡ ਸਕੁਅਰ ਦੀ ਜਿਹੜੀ ਸਾਈਡ ਹੈ ਉਹਨੂੰ ਅਸੀਂ y ਮੀਟਰ ਲੈਟ ਕਰ ਲਿਆ। ਹੁਣ ਦੇਖੋ ਅਗਰ ਅਸੀਂ ਏਰੀਆ ਫਾਈਂਡ ਆਊਟ ਕਰੀਏ ਏਰੀਆ ਆਫ
फर्स्ट स्केयर का एरिया की निकला होगा फिर अपने को देखो एरिया का फार्मूला होंगे साइड मल्टीप्लाई साइड, ठीक है जी। तो साइड असी की ली है एक्स ली है, तो की करांगे असी एक्स नु एक्स नाल मल्टीप्लाई कर देंगे, एक्स टू एक्स नाल मल्टीप्लाई करांगे एक्स स्केयर मीटर स्केयर आ गया, ठीक है जी। एंड सैकेंड जिहड़ा हैगा साडे कोले सैकेंड स्केयर का एरिया की आ जाऊगा एरिया ऑफ सैकेंड स्केयर इज इक्वल टू, तो भी अपने को साइड इनटू साइड ही होगा ना फार्मूला का। इट मीन ਅਸੀਂ ਕੀ ਕਰਾਂਗੇ बाई ਨੂੰ बाई ਨਾਲ ਮਲਟੀਪਲਾਈ ਕਰ ਦਾਂਗੇ बाई स्केयर मीटर स्केयर आ गया। इस तो बाद सानू क्या होया कि अगर ਅਸੀਂ ਇਹਨਾਂ दोनों स्केयर्स ਦੇ एरिया ਦਾ सम कर दिए, सम करोगे तो क्या होगा देखो x स्केयर प्लस y स्केयर इज इक्वल टू 468 इनू ਅਸੀਂ ले लेने हैं फर्स्ट इक्वेशन 468 मीटर स्केयर ਦੇ इक्वल है, ठीक है जी। फर्स्ट कंडीशन साडी कंप्लीट होगी। उस तो सानू क्या है कि इफ जेकर की होवे उन्हां दा डिफरेंस पेरीमीटर दा डिफरेंस होवे 24 मीटर, इट मींस फिर हम पेरीमीटर फाइंड आउट करना पਊਗਾ ਆਪਾਂ ਨੂੰ। पेरीमीटर फाइंड आउट करो, पेरीमीटर ऑफ फर्स्ट स्केयर इज इक्वल टू पेरीमीटर का फार्मूला की होंदा 4 इनटू साइड, इट मींस 4 अपने को रहेगा साइड फर्स्ट स्केयर की जी साइड है वो है x 4 मल्टीप्लाई x की आ गया अपने को 4x मीटर पेरीमीटर हो गया फर्स्ट स्केयर का। एंड सैकेंड स्केयर का पेरीमीटर की आ जाएगा फिर सैकेंड स्केयर का जिहड़ा पेरीमीटर है वो 4 इनटू बाई मीटर हो गया। हुण सानू की कहा कि अगर ਅਸੀਂ ਇਹਨਾਂ ਦਾ डिफरेंस कर दिए, डिफरेंस करो 4x माइनस 4y इज इक्वल टू की होगा 24 ਦੇ, ठीक है जी। ਹੁਣ ਇੱਥੇ ਮੇਰੇ ਕੋਲੇ ਦੋਨਾਂ ਦੇ ਵਿੱਚੋਂ 4 ਕਾਮਨ ਆ ਰਿਹਾ, 4 ਕਾਮਨ ਲਵਾਂਗੇ x माइनस y इज इक्वल टू 24 एंड 4 ਨੂੰ ਅਸੀਂ 24 ਨਾਲ डिवाइड करांगे x माइनस y इज इक्वल टू की आ गया 6 ਤੇ, ठीक है जी। इत्थों मैं अगर x की वैल्यू फाइंड आउट करना, इत्थों मैं x की वैल्यू फाइंड आउट करा तो y जिहड़ा हैगा दूसरी साइड जाके प्लस हो जाएगा x प्लस y, मींस x की वैल्यू मेरे को की आ गई x इज इक्वल टू 6 प्लस y। तो मैं हुणे जिहड़ी मेरे को x की वैल्यू है अगर हम फर्स्ट इक्वेशन दे विच पुट करना तो ਅਸੀਂ ਕੀ ਲਿਖਾਂਗੇ कि पुट x इज इक्वल टू y प्लस 6 इन इक्वेशन 1। फर्स्ट इक्वेशन दे विच पुट करो, देखो x की जगह ਅਸੀਂ पुट करांगे 6 प्लस y ਇਹਦਾ स्केयर प्लस y स्केयर अपन ਨੂੰ ਗਿਵਨ ਹੈ इज इक्वल टू ਕੀ ਦਿੱਤਾ ਹੋਇਆ ਸਾਨੂੰ 468 ਆ ਗਿਆ। देखो ਇੱਥੇ अगर ਅਸੀਂ ਅਪਲਾਈ ਕਰ ਦਈਏ a plus b ਦੇ स्केयर ਦਾ ਫਾਰਮੂਲਾ a plus b ਦੇ स्केयर ਦੀ ਆਇਡੈਂਟੀਟੀ ਵਾਲੀ a plus b स्केयर इज इक्वल टू ਕਿਹਦੇ ਹੁੰਦਾ ਹੈ a स्केयर plus 2ab plus b ਦਾ स्केयर। ਹੁਣ ਇਸ ਆਇਡੈਂਟੀਟੀ ਦੇ ਅਕੋਰਡਿੰਗ a ਆਪਣੇ ਕੋਲ ਹੋ ਗਿਆ 6 ਐਂਡ b ਹੋ ਗਿਆ 22, ठीक है जी। तो a ਦਾ स्केयर इट मींस 6 ਦਾ स्केयर 36 आ गया प्लस 2ab 2 a हैगी ਸਾਡੇ ਕੋਲ 6 ਨੂੰ 2 ਨਾਲ ਮਲਟੀਪਲਾਈ ਕਰਾਂਗੇ 12 ਇਨਟੂ ਦੇ ਵਿੱਚ 22 ਆ ਜਾਊਗਾ 12y प्लस y ਦਾ स्केयर प्लस a वाला y एज इट इज आ जाएगा इज इक्वल टू 468। ਹੁਣ देखो अगर ਅਸੀਂ ਇੱਥੇ 36 एज इट इज रखिए प्लस 12y एंड y ਦੇ ਵਿੱਚ y ਐਡ ਕਰ ਦਈਏ y स्केयर प्लस y स्केयर 2y स्केयर एंड 468 ਜਿਹੜਾ ਹੈਗਾ ਉਹ ਰਾਈਟ ਸਾਈਡ ਤੇ ਅਗਰ ਅਸੀਂ ਲੈਫਟ ਸਾਈਡ ਤੇ ਐਡਜਸਟ ਕਰੀਏ ਤਾਂ ਉਹ ਪੋਜ਼ਿਟਿਵ ਐਂਡ ਨੈਗੇਟਿਵ ਹੋ ਜਾਊਗਾ, ठीक है जी इज इक्वल टू 0। ਹੁਣ ਦੇਖੋ ਆਪਾਂ ਇਹਨੂੰ ਡਿਸੈਂਡਿੰਗ ਆਰਡਰ 'ਚ ਲਿਖ ਲੈਣੇ ਜਿਹੜੀਆਂ ਆਪਣੇ ਕੋਲੇ ਪਾਵਰਸ ਨੇ 2y स्केयर प्लस ਇਹ ਤੋਂ ਬਾਅਦ 12y ਆ ਜਾਊਗਾ प्लस माइनस 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 ਕਰਾਂਗੇ ਅਸੀਂ 468 ਦੇ ਵਿੱਚੋਂ ਆਪਣੇ ਕੋਲ ਕੀ ਬਚਿਆ 432 इज इक्वल टू 0, ठीक है जी। 36 माइनस करांगे 432 हो गया। इस बार 2 कॉमन आ रहे 2 कॉमन ले लो, पीछे बचे y स्क्वायर प्लस 6y माइनस 2 1 6 इज इक्वल टू 0 y स्क्वायर प्लस 6y माइनस 216 0 over 2 हो जाएगा, a 2 दूसरी साइड 0 हो जाएगा। हम देखो अपने को बन गई है क्वाड्रेटिक इक्वेशन ax स्क्वायर प्लस bx प्लस c इज इक्वल टू 0 ये जनरल फॉर्म होंगे। ਹੁਣ ਇੱਥੋਂ ਆਪਣੇ ਕੋਲ ਦੇਖੋ a ਦੀ ਵੈਲਿਊ ਆ ਗਈ 1 ਐਂਡ b ਦੀ ਵੈਲਿਊ 6 ਐਂਡ c ਦੀ ਵੈਲਿਊ -216। ਐਵੇਂ ਦੇ ਆਪਾਂ ਬਹੁਤ ਸਾਰੇ ਸਮ ਸੋਲਵ ਕਰ ਲਏ। ਹੁਣ ਆਪਾਂ ਇੱਥੇ ਆਪਣਾ ਜਿਹੜਾ ਹੈਗਾ ਕੁਆਡਰੈਟਿਕ ਫਾਰਮੂਲਾ ਅਪਲਾਈ ਕਰ ਲਾਂਗੇ। ਕੁਆਡਰੈਟਿਕ ਫਾਰਮੂਲਾ ਕੀ ਹੁੰਦਾ ਹੈ -b प्लस माइनस देखो ਜਿਹੜਾ ਸਾਡਾ ਕੁਆਡਰੈਟਿਕ ਫਾਰਮੂਲਾ ਹੁੰਦਾ ਕੁਆਡਰੈਟਿਕ ਫਾਰਮੂਲਾ ਕੀ ਹੁੰਦਾ ਹੈ -b x ਦੀ ਵੈਲਿਊ ਫਾਈਂਡ ਕਰਨੀ ਹੈ प्लस माइनस b स्क्वायर माइनस 4ac ਇਹਦਾ रूट ओवर ਦੇ ਵਿੱਚ 2 है, ठीक है जी। ਹੁਣ देखो b ਦੀ ਵੈਲਿਊ ਹੈਗੀ ਸਾਡੇ ਕੋਲੇ 6 ਤੇ
ਇੱਥੇ ਆ ਗਿਆ ਆਪਣੇ ਕੋਲ -6 प्लस माइनस b ਦਾ ਸਕੁਅਰ, ਇਟ ਮੀਨਸ ਕਿ ਆ ਜਾਊਗਾ 6 ਦਾ ਸਕੁਅਰ -4 a ਦੀ ਵੈਲਿਊ 1 ਹੈ ਐਂਡ c ਦੀ ਵੈਲਿਊ ਹੈਗੀ ਹੈ -216 -216 ਇਹਦਾ ਸਾਈਡ ਆਪਣੇ ਕੋਲ ਕੀ ਆਏਗਾ रूट आ जाऊगा। ਹੁਣ ਦੇਖੋ ਮਲਟੀਪਲਾਈ ਕਰੋ ਮਾਈਨਸ ਅਪੋਨ ਦੇ ਵਿੱਚ 2a ਹੈ a ਦੀ ਵੈਲਿਊ 1 ਹੈ 6 ਮਾਈਨਸ ਦਾ ਐਜ਼ ਇਟ ਇਜ਼ ਰਹੂਗਾ ਪਲੱਸ ਮਾਈਨਸ 6 ਨੂੰ 6 ਨਾਲ ਮਲਟੀਪਲਾਈ ਕਰਾਂਗੇ 36 ਮਾਈਨਸ 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 ਪਲੱਸ ਹੋ ਗਿਆ ਐਂਡ 216 ਨੂੰ ਅਸੀਂ ਮਲਟੀਪਲਾਈ ਕਰਨੀ ਹੈ 4 ਨਾਲ ਮਲਟੀਪਲਾਈ ਕਰਾਂਗੇ ਤੇ ਇੱਥੇ ਆ ਗਿਆ ਆਪਣੇ ਕੋਲੇ 24 2 ਕੈਰੀ ठीक है जी 4 plus 2 6 and 864 आ गया माइनस माइनस प्लस हो गया 864 ਇਹਦਾ ਸਾਰੇ ਦਾ रूट अपॉन ਦੇ ਵਿੱਚ ਆਪਣੇ ਕੋਲ ਕੀ ਆ ਜਾਊਗਾ 2 ਆ ਜਾਊਗਾ ਠੀਕ ਹੈ ਜੀ। ਇਸ ਤੋਂ ਦੇਖੋ -6 प्लस माइनस ਤੇ ਇੱਥੇ ਕੀ ਹੋਗਾ ਆਪਣੇ ਕੋਲੇ ਦੋਨਾਂ ਨੂੰ ਪਲੱਸ ਕਰਾਂਗੇ 900 ਬਣ ਗਿਆ ਓਵਰ ਦੇ ਵਿੱਚ 2 ਹੁਣ 900 ਕਿਹਦਾ ਸਕੁਅਰ ਹੁੰਦਾ 30 ਦਾ ਤਾਂ x is equal to ਕੀ ਆ ਗਿਆ ਆਪਣੇ ਕੋਲੇ -6 plus -30 over 2 ਇੱਕ ਵਾਰ ਅਸੀਂ ਪਲੱਸ ਲਵਾਂਗੇ -6 plus 30 over 2 ਐਂਡ ਇੱਕ ਵਾਰ ਅਸੀਂ ਨੈਗੇਟਿਵ ਦੇ ਵਿੱਚ ਇੱਕ ਵਾਰ ਪੋਜ਼ਿਟਿਵ ਦੇ ਵਿੱਚ ਤੇ ਇਹ ਤਾਂ ਨੈਗੇਟਿਵ ਰਿਜੈਕਟ ਹੀ ਹੋ ਜਾਊਗਾ ਕਿਉਂਕਿ -36 over 2 ਹੋ ਜਾਊਗਾ ਕੈਨਸਲ ਕਰਾਂਗੇ ਆਪਣੇ ਕੋਲੇ -18 ਆ ਗਿਆ ਏਰੀਆ ਕਦੇ ਵੀ ਮਾਈਨਸ ਦੇ ਵਿੱਚ ਨਹੀਂ ਹੁੰਦਾ ਠੀਕ ਹੈ ਜੀ। ਹੁਣ ਇੱਥੇ ਦੇਖੋ x ਦੀ ਵੈਲਿਊ ਫਿਰ ਆਪਣੇ ਕੋਲੇ ਕੀ ਹੈ प्लस ਦੇ ਵਿੱਚੋਂ ਇਹ ਨੈਗੇਟਿਵ ਹੈ ਪੋਜ਼ਿਟਿਵ ਹੈ ਮਾਈਨਸ ਕਰਾਂਗੇ 24 ਆ ਗਿਆ ਓਵਰ 2 ਕੈਨਸਲ ਕਰਾਂਗੇ ਤਾਂ ਆਪਣੇ ਕੋਲ 12 ਇਟ ਮੀਨਸ x ਕੀ ਆ ਗਿਆ ਸਾਡੇ ਕੋਲ 12 x ਅਸੀਂ ਕੀ ਲੈ ਕੇ ਚੱਲੇ ਸੀ ਸਾਈਡ ਆਫ ਫਰਸਟ ਸਕੁਅਰ ਤਾਂ ਇਟ ਮੀਨਸ ਕੀ ਆ ਗਈ ਸਾਡੇ ਕੋਲ ਫਰਸਟ ਸਕੁਅਰ ਦੀ ਸਾਈਡ ਹੈ ਜਿਹੜੀ ਉਹ 12 ਮੀਟਰ ਆ ਗਈ ਐਂਡ ਸੈਕੰਡ ਸਕੁਅਰ ਦੀ y ਦੀ ਵੈਲਿਊ ਫਾਈਂਡ ਆਊਟ ਕਰ ਲਓ। ਹੁਣ x ਦੀ ਜਗ੍ਹਾ ਤੇ ਅਸੀਂ ਪੁੱਟ ਕਰਾਂਗੇ ਇੱਥੇ 12 is equal to 6 plus y 12 6 ਇਧਰ ਆ ਕੇ ਮਾਈਨਸ ਹੋ ਜਾਊਗਾ y ਐਂਡ ਆਪਣੇ ਕੋਲੇ ਜਿਹੜੀ ਹੈਗੀ y ਦੀ ਵੈਲਿਊ ਕੀ ਆ ਗਈ 6 ਠੀਕ ਹੈ ਜੀ। ਇਟ ਮੀਨਸ ਜਿਹੜਾ ਹੈਗਾ ਸਾਡੇ ਕੋਲੇ ਸੈਕੰਡ ਸਕੁਅਰ ਉਹਦੀ ਜਿਹੜੀ ਸਾਈਡ ਹੈ ਉਹ ਹੈਗੀ ਹੈ 6 ਮੀਟਰ ਐਂਡ ਫਰਸਟ ਸਕੁਅਰ ਦੀ ਜਿਹੜੀ ਸਾਈਡ ਹੈ ਉਹ 12 ਮੀਟਰ। ਇਹ ਆਪਾਂ ਨੂੰ ਫਾਈਂਡ ਆਊਟ ਕਰ ਲਈ ਕਿਹਾ ਸੀਗਾ ਸਾਈਡਸ ਆਫ ਦੀ ਜੋ ਵੀ ਆਪਾਂ ਨੂੰ ਸਕੁਅਰ ਦਿੱਤੇ ਹੋਏ ਸੀ ਠੀਕ ਹੈ ਜੀ। ਤਾਂ ਫਰਸਟ ਸਕੁਅਰ ਦੀ ਸਾਈਡ ਕੀ ਹੈਗੀ ਸਾਡੇ ਕੋਲੇ 12 ਮੀਟਰ ਐਂਡ ਸੈਕੰਡ ਸਕੁਅਰ ਦੀ ਸਾਈਡ ਕੀ ਹੈਗੀ ਸਾਡੇ ਕੋਲੇ 6 ਮੀਟਰ ਠੀਕ ਹੈ ਜੀ। ਇਹ ਸੀ ਆਪਣੀ ਅੱਜ ਦੀ ਕਲਾਸ। ਜੇਕਰ ਤੁਹਾਨੂੰ ਸਾਰੇ ਸਮਝ ਆ ਗਏ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਆਪਾਂ ਮਿਲਾਂਗੇ ਆਪਣੇ ਨੈਕਸਟ ਟੌਪਿਕ ਨਾਲ। ਤਦ ਤੱਕ ਲਈ ਥੈਂਕ ਯੂ।